ਤੁਹਾਡਾ ਦਾਸ ਬਲਿਹਾਰ ਸਿੰਘ ਰਾਮੇਵਾਲ ਹਰ ਹਫ਼ਤੇ ਦੀ ਤਰ੍ਹਾਂ ਤੁਹਾਡਾ ਆਪਣਾ ਪ੍ਰੋਗਰਾਮ ਕਰੰਟ ਇਸ਼ੂ ਲੈ ਕੇ ਅੱਜ ਫਿਰ ਹਾਜ਼ਰ ਹੋਇਆ। ਸਿੱਖ ਚੈਨਲ ਜਿਸ ਨੂੰ ਦੁਨੀਆ ਦੇ ਕੋਨੇ-ਕੋਨੇ 'ਤੇ ਵੇਖਿਆ ਜਾਂਦਾ, ਕਿਤੇ ਲਾਈਵ ਕਿਤੇ ਨੈੱਟ ਰਾਹੀਂ, ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਅਤੇ ਹਰਮਨ ਪਿਆਰਾ ਇਸ ਕਰਕੇ ਹੋ ਗਿਆ ਕਿ ਇਹਦਾ ਨਾਂ ਹੀ ਇਸ ਤਰ੍ਹਾਂ ਦਾ ਕਿ ਸਿੱਖਾਂ ਦਾ ਚੈਨਲ, ਸਿੱਖ ਚੈਨਲ। ਸਾਡੀ ਇਹ ਪਹਿਲੇ ਦਿਨ ਤੋਂ ਇੱਕ ਤੁਹਾਡੇ ਨਾਲ ਵਾਅਦਾ ਰਿਹਾ, ਪਹਿਲੇ ਦਿਨ ਤੋਂ ਸਾਡੀ ਇਹ ਗੱਲ ਰਹੀ ਹੈ ਕਿ ਅਸੀਂ ਤੁਹਾਨੂੰ ਹਮੇਸ਼ਾ ਕੋਸ਼ਿਸ਼ ਕਰੀਏ ਪੰਜਾਬ ਦੇ ਨਾਲ ਜੋੜ ਕੇ ਰੱਖੀਏ। ਪਰ ਕਈ ਦਫਾ ਇੰਗਲੈਂਡ, ਯੂਰਪ, ਕੈਨੇਡਾ, ਅਮਰੀਕਾ ਜਾਂ ਦੁਨੀਆ ਦੇ ਕਿਸੇ ਹੋਰ ਕੋਨੇ 'ਤੇ ਜਾ ਕੇ ਤੁਹਾਨੂੰ ਉੱਥੋਂ ਵੀ ਲਾਈਵ ਰੂਬਰੂ ਹੋਣਾ ਪੈਂਦਾ, ਕਿਉਂਕਿ ਅੱਜ ਦੀ ਡੇਟ ਵਿੱਚ ਪੰਜਾਬੀ ਇਹੋ ਜਿਹਾ ਕੋਈ ਦੇਸ਼ ਨਹੀਂ ਹੋਊਗਾ ਜਿੱਥੇ ਨਾ ਜਾ ਕੇ ਬਸੇ ਹੋਣ, ਜਿੱਥੇ ਉਹਨਾਂ ਨੇ ਬਿਜ਼ਨਸ ਨਾ ਕੀਤੇ ਹੋਣ, ਕੰਮਕਾਰ ਨਾ ਕੀਤੇ ਹੋਣ। ਲੇਕਿਨ ਕਿਉਂਕਿ ਜੜ੍ਹਾਂ ਨੇ ਆਪਣੀਆਂ ਪੰਜਾਬ ਦੀ ਧਰਤੀ 'ਤੇ, ਸੋ ਇਸ ਕਰਕੇ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਜੜ੍ਹਾਂ ਦੇ ਨਾਲ ਜੋੜ ਕੇ ਰੱਖਿਆ ਜਾ ਸਕੇ। ਜੇ ਗੱਲ ਕਰੀਏ 1984 ਦੀ, ਅਤੇ 1984 ਦੇ ਵਿੱਚ ਜੋ ਕੁਛ ਹੋਇਆ ਉਹ ਤੁਸੀਂ ਵੀ ਸਾਰੇ ਜਾਣਦੇ ਹੋ ਭਲੀ ਭਾਂਤ, ਕਿਸ ਤਰ੍ਹਾਂ ਹੋਇਆ, ਕਿਉਂ ਹੋਇਆ, ਨਹੀਂ ਸੀ ਹੋਣਾ ਚਾਹੀਦਾ, ਕਿੰਨੀਆਂ ਉਦੋਂ ਕੁਰਬਾਨੀਆਂ ਹੋਈਆਂ, ਕਿੰਨੀਆਂ ਸ਼ਹੀਦੀਆਂ ਹੋਈਆਂ, ਕਿੰਨੇ ਪਰਿਵਾਰ ਰੁਲ ਗਏ, ਕਿੰਨੇ ਨੌਜਵਾਨ ਬੱਚੇ ਭੈਣ ਭਰਾ ਜੇਲ੍ਹਾਂ 'ਚ ਚਲੇ ਗਏ। ਲੇਕਿਨ ਸਰਕਾਰਾਂ ਆਪਣੀ ਰਫਤਾਰੇ ਕੰਮ ਕਰਦੀਆਂ, ਆਪਣੀ ਰਫਤਾਰੇ ਤੁਰੀਆਂ ਗਈਆਂ। ਜੇ ਅੱਜ ਮੈਂ ਗਲਤ ਨਾ ਹੋਵਾਂ, ਪਿੱਛੇ ਜੇ ਮੋਦੀ ਸਰਕਾਰ ਨੇ ਇੱਕ ਅਨਾਊਂਸਮੈਂਟ ਕੀਤੀ, ਅਨਾਊਂਸਮੈਂਟ ਹੀ ਨਹੀਂ, ਪੇਪਰ ਵਰਕ ਹੋ ਗਿਆ, ਸਾਰਾ ਕੁਛ ਹੋ ਗਿਆ ਕਿ 8 ਬੰਦੀ ਸਿੱਖਾਂ ਨੂੰ ਰਿਹਾ ਕੀਤਾ ਜਾਵੇਗਾ। 550 ਸਾਲਾ ਜੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆ ਰਿਹਾ ਮੋਰਲੇ ਮਹੀਨੇ, ਉਹਦੇ 'ਤੇ ਅਤੇ ਉਹਦੇ ਨਾਲ ਨਾਲ ਉਹਨਾਂ ਨੇ 312 ਜੋ ਕਾਲੀ ਸੂਚੀ ਦੇ ਵਿੱਚ ਸਨ, ਜੋ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਸਨ, ਸਿੱਖ ਸਨ, ਉਹਨਾਂ ਦੀ ਕਾਲੀ ਸੂਚੀ 'ਚੋਂ ਨਾਂ ਖਤਮ ਕਰ ਦਿੱਤੇ। ਉਹ ਜਦੋਂ ਮਰਜ਼ੀ ਪੰਜਾਬ ਦੀ ਧਰਤੀ, ਭਾਰਤ ਦੀ ਧਰਤੀ 'ਤੇ ਜਾ ਸਕਦੇ ਨੇ। ਅਤੇ ਉਹਨਾਂ ਨੇ ਨਾਲ ਦੀ ਨਾਲ ਇੱਕ ਗੱਲ ਕੀਤੀ ਕਿ ਭਾਈ ਬਲਵੰਤ ਸਿੰਘ ਜੀ ਰਾਜੋਆਣਾ, ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ, ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਲੰਬਾ ਸੰਘਰਸ਼ ਲੜਿਆ। ਉਸ ਤੋਂ ਬਾਅਦ ਮੋਦੀ ਸਰਕਾਰ ਨੇ ਉਹ ਵੀ ਫੈਸਲਾ ਕੀਤਾ ਕਿ ਉਹਨਾਂ ਨੂੰ ਫਾਂਸੀ ਦੀ ਸਜ਼ਾ ਤੋਂ ਉਮਰ ਕੈਦ ਵਿੱਚ ਤਬਦੀਲ ਕੀਤਾ ਜਾਵੇ। ਜਦੋਂ ਉਮਰ ਕੈਦ 'ਚ ਤਬਦੀਲ ਕਰਨੀ ਆ, ਅਤੇ ਉਹ ਆਪਾਂ ਜਾਣਦੇ ਹਾਂ ਕਿ ਜਿਹੜੀ ਉਹਨਾਂ ਦੀ ਸਜ਼ਾ ਉਮਰ ਕੈਦ ਦੀ ਸੀ, ਉਹ ਉਦੋਂ ਵੀ ਜ਼ਿਆਦਾ ਉਹ ਜੇਲ੍ਹ 'ਚ ਰਹਿ ਚੁੱਕੇ। ਸੋ ਉਹਨਾਂ ਨੂੰ ਵੀ 550 ਸਾਲਾਂ 'ਤੇ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਹੋਵੇਗੀ, ਰਿਹਾ ਕੀਤਾ ਜਾ ਸਕਦਾ। ਸੋ ਇਹ ਸਾਰੀਆਂ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਅੱਜ ਸਿੱਖ ਚੈਨਲ ਦੇ ਸਟੂਡੀਓ 'ਚ ਤੁਹਾਡੀਆਂ ਜਾਣੀਆਂ ਪਹਿਚਾਣੀਆਂ ਸ਼ਖਸੀਅਤਾਂ ਸਰਦਾਰ ਧਨਵੰਤ ਸਿੰਘ ਜੀ ਬਾੜਾ ਸਾਹਿਬ, ਸਰਦਾਰ ਜਸਵਿੰਦਰ ਸਿੰਘ ਜੀ ਸਰਪੰਚ ਸਾਹਿਬ ਜੋ ਪੁੱਜੇ ਨੇ, ਅਤੇ ਇੱਕ ਸਾਡਾ ਗੈਸਟ ਜੋ ਚੰਦ ਮਿੰਟਾਂ ਦੇ ਵਿੱਚ ਇੱਥੇ ਪੁੱਜ ਜਾਵੇਗਾ, ਸਰਦਾਰ ਬਲਵਿੰਦਰ ਸਿੰਘ ਜੀ ਟੁਰਨਾ, ਜਿਨ੍ਹਾਂ ਨੂੰ ਤੁਸੀਂ ਹਰ ਹਫ਼ਤੇ ਟੈਲੀਵਿਜ਼ਨ 'ਤੇ ਵੇਖਦੇ ਹੋ। ਸੋ ਮੈਂ ਇਹਨਾਂ ਦਾ ਜਾਤੀ ਦੋਨੇ ਆਏ, ਇਹਨਾਂ ਦਾ ਸਿੱਖ ਚੈਨਲ ਦੇ ਸਟੂਡੀਓ 'ਤੇ ਆਉਣ 'ਤੇ ਜੀ ਆਖ ਦਾ ਫਤਿਹ ਬੁਲਾਉਣਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾੜਾ ਸਾਹਿਬ, ਪਹਿਲਾਂ ਤਾਂ ਜਿਹੜੇ 8 ਸਿੱਖਾਂ ਅਤੇ ਭਾਈ ਰਾਜੋਆਣਾ ਦੀ ਗੱਲ, ਉਸ 'ਤੇ ਤੁਸੀਂ ਕੀ ਕਹਿਣਾ ਚਾਹੁੰਦੇ? ਸਭ ਤੋਂ ਪਹਿਲਾਂ ਇੱਕ ਵਾਰੀ ਫਿਰ ਸਮੂਹ ਸਿੱਖ ਚੈਨਲ ਦੇ ਦਰਸ਼ਕਾਂ ਨਾਲ ਇੱਕ ਵਾਰ ਫਿਰ ਫਤਿਹ ਜੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਆਪ ਜੀ ਨੇ ਸਾਰਾ ਹੀ ਡਿਟੇਲ ਵਿੱਚ ਦੱਸ ਦਿੱਤਾ ਹੈ ਕਿ 84 ਤੋਂ ਲੈ ਕੇ ਤੇ ਇਹ ਜਦੋਂ ਬੇਅੰਤ ਸਿੰਘ ਉਹਨਾਂ ਦਾ ਮਤਲਬ ਕਹਿ ਲਓ ਬੰਬ ਬਲਾਸਟ ਵਿੱਚ ਕਤਲ ਹੋਇਆ, ਹਾਂਜੀ, ਉਸ ਦੇ ਵਿੱਚ ਤੁਸੀਂ ਇਹ ਦੇਖ ਲਓ ਕਿ 31 ਅਗਸਤ 1995 ਨੂੰ ਇਹ ਬਿਲਕੁਲ, ਹਾਂਜੀ, ਜਦੋਂ ਉਹ ਚੰਡੀਗੜ੍ਹ ਵਿਖੇ ਤੋਂ ਆਪਣੀ ਮੀਟਿੰਗ ਤੋਂ ਬਾਅਦ ਕਾਰ 'ਚ ਬੈਠਣ ਲੱਗੇ ਤਾਂ ਉਦੋਂ ਮਤਲਬ ਇਹ ਬੰਬ ਬਲਾਸਟ ਨਾਲ ਮਤਲਬ ਹੋਏ, ਜਿਸ ਦੇ ਵਿੱਚ ਨਾਲ 17 ਹੋਰ ਵੀ ਮੌਤਾਂ ਹੋਈਆਂ ਸੀ, ਜਿਸ ਦੇ ਵਿੱਚ 3-4 ਕਮਾਂਡੋ ਵੀ ਸੀਗੇ। ਬਿਲਕੁਲ ਬਿਲਕੁਲ, ਉਹਨਾਂ ਦੀ ਪੂਰੀ ਸਿਕਿਉਰਿਟੀ ਸੀ, ਉਹਨਾਂ ਦੀ ਸਿਕਿਉਰਿਟੀ ਦੇ ਨਾਲ ਤੇ ਜਿੰਨੇ ਸੀਗੇ ਹੋਇਆ। ਪਰ ਚੀਜ਼ ਇਹ ਆਖ ਕਿ ਜਿਹੜੀਆਂ ਗੱਲਾਂ ਹੁਣ ਮਤਲਬ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਤੇ ਮਤਲਬ BJP ਦੇ ਜਾਂ ਮੋਦੀ ਸਰਕਾਰ ਨੇ ਜਾਂ ਅਮਿਤ ਸ਼ਾਹ ਨੇ ਮਤਲਬ ਜੀ, ਹਾਂਜੀ, ਅਮਿਤ ਸ਼ਾਹ ਨੇ ਮਤਲਬ ਕਿਹਾ ਕਿ ਵੀ ਅਸੀਂ ਇਹ 8-9 ਇਹ ਛੱਡਣੇ ਆ ਕੈਦੀ, ਹਾਂਜੀ 8 ਕੈਦੀ, ਹੈ ਨਾ, ਅਤੇ ਉਹਨਾਂ ਨੂੰ ਮਤਲਬ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰਕੇ ਵੀ ਉਹ ਜੇਲ੍ਹਾਂ ਦੇ ਵਿੱਚ ਹੱਡ ਗੋਡੇ ਰਗੜਾ ਰਹੇ ਨੇ, ਹੈ ਨਾ ਜੀ। ਸੋ ਉਹਨਾਂ ਦੇ ਵਿੱਚੋਂ ਮਤਲਬ ਇੱਕ ਰਾਜੋਆਣਾ ਨੂੰ ਵੀ ਮਤਲਬ ਜਿਹੜੀ ਫਾਂਸੀ ਦੀ ਸਜ਼ਾ ਹੋਈ ਸੀ, ਇਹ 9ਵੇਂ ਆ, ਹਾਂਜੀ, 9ਵਾਂ ਪਿਤਾ ਹੀ ਮੈਂ ਕਹਿ ਰਹੇ ਨੇ 8-9 ਦਿਨ ਜੀ, ਅਤੇ
ਉਹਨਾਂ ਨੂੰ ਮਤਲਬ ਫਾਂਸੀ ਦੀ ਸਜ਼ਾ ਬੰਦ ਕਰਕੇ ਮਤਲਬ ਉਹਨਾਂ ਨੂੰ ਉਮਰ ਕੈਦ 'ਚ ਕਨਵਰਟ ਕੀਤਾ ਜਾਏਗਾ। ਬਿਲਕੁਲ। ਹਾਂਜੀ, ਤੇ ਜਿਸ ਦੇ ਰੋਸ ਵਜੋਂ ਮਤਲਬ ਇੰਡੀਆ ਦੇ ਵਿੱਚ ਆਪਣੇ ਰਵਨੀਤ ਸਿੰਘ ਬਿੱਟੂ, ਹਾਂਜੀ ਰਵਨੀਤ ਬਿੱਟੂ, ਉਹ MP ਜੋ ਨੇ, ਉਹ ਮਤਲਬ ਉਹਨਾਂ ਦੇ ਪੋਤੇ ਮਤਲਬ ਲੱਗਦੇ ਨੇ, ਬਿਆਨ ਸਿੰਘ ਉਹਨਾਂ ਦੇ ਪੋਤੇ ਲੱਗਦੇ ਨੇ, ਹੈ ਨਾ ਜੀ। ਕਿਉਂਕਿ ਉਹਨਾਂ ਦੇ ਆਪਣੇ ਤਾਂ ਇੱਕ ਮੁੰਡਾ ਤੇ ਇੱਕ ਕੋਈ ਬੱਚੀ ਸੀ ਨਾ ਜੀ, ਮਤਲਬ ਉਹਨਾਂ ਦੇ ਆਪਣੇ ਤਾਂ ਇਹ ਉਹਨਾਂ ਦੇ ਬਿਆਨ ਸਿੰਘ ਉਹਨਾਂ ਦੇ ਨਹੀਂ ਉਹਨਾਂ ਦੇ ਇੱਕ ਉਹਨਾਂ ਦੀ ਕੁੜੀ ਸੀ, ਦੋ ਕਿ ਤਿੰਨ ਦੇ ਮੁੰਡੇ ਸੀ। ਹਾਂਜੀ ਹਾਂ, ਮੇਰੇ ਕਹਿਣ ਦਾ ਮਤਲਬ ਵੀ ਇਹਨਾਂ ਦੇ ਜਿਹੜਾ ਤਾਏ ਦਾ ਮੁੰਡਾ ਆ ਗੁਰਕੀਰਤ ਸਿੰਘ ਕੋਟਲੀ, ਉਹ ਖੰਨੇ ਤੋਂ MLA ਜੀ, ਉਹ ਵੀ ਬਿਆਨ ਸਿੰਘ ਦਾ ਸਕਾ ਪੁੱਤ। ਐਗਜ਼ੈਕਟਲੀ, ਹਾਂਜੀ, ਹੈ ਨਾ। ਸੋ ਇਹਨਾਂ ਨੇ ਮਤਲਬ ਹੁਣ ਜਿਹੜੇ ਉਹ ਇਸ ਚੀਜ਼ ਤੇ ਰੰਜਿਸ਼ ਕਰ ਰਹੇ ਆ ਕਿ ਵੀ ਉਹਨੂੰ ਫਾਂਸੀ ਦੀ ਸਜ਼ਾ ਹੀ ਹੋਣੀ ਚਾਹੀਦੀ ਆ, ਹੈ ਨਾ। ਪਰ ਲੇਕਿਨ ਮੈਂ ਜੇ ਗਲਤ ਨਾ ਮਤਲਬ ਥੋੜੇ ਦਿਨ ਪਹਿਲਾਂ ਜਦੋਂ ਇਹਨੂੰ ਫਾਂਸੀ ਦੀ ਸਜ਼ਾ ਹੋਈ ਸੀਗੀ, ਉਦੋਂ ਉਹ ਚੋਂ ਖੁਸ਼ ਸੀਗੇ ਕਿ ਕਹਿ ਰਹੇ ਸੀ ਕਿ ਬਿੱਟੂ ਨਹੀਂ, ਕਿ ਵੀ ਜੇ ਫਾਂਸੀ ਦੀ ਸਜ਼ਾ ਹੋਈ ਆ ਚਲੋ ਸਾਡਾ ਚੱਲ ਗਿਆ, ਅਸੀਂ ਸਾਨੂੰ ਹੋਰ ਕੋਈ ਰੰਜਿਸ਼ ਨਹੀਂ, ਨਾ ਕਿਸੇ ਪਰਿਵਾਰ ਨਾਲ ਤੇ ਮਤਲਬ। ਪਰ ਲੇਕਿਨ ਹੁਣ ਜਦੋਂ ਉਹਨਾਂ ਨੇ ਕਿਹਾ ਕਿ ਫਾਂਸੀ ਦੀ ਸਜ਼ਾ ਛੱਡ ਕੇ ਤੇ ਇਹਨਾਂ ਨੂੰ ਉਮਰ ਕੈਦ ਕੀਤੀ ਜਾਵੇਗੀ, ਤੇ ਹੁਣ ਉਹ ਕਹਿ ਰਹੇ ਨੇ ਕਿ ਵੀ ਇਹ ਇਸ ਤਰ੍ਹਾਂ ਨਹੀਂ ਹੋ ਸਕਦਾ, ਵੀ ਸਾਡੇ ਤਾਂ ਬਜ਼ੁਰਗ ਚਲੇ ਗਏ ਨੇ, ਮਤਲਬ ਬਿਆਨ ਸਿੰਘ ਹੁਣੀ, ਤੇ ਪਰ ਲੇਕਿਨ ਇਹਨੂੰ ਹੁਣ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ, ਨਹੀਂ ਤਾਂ ਅਸੀਂ ਮਤਲਬ ਸੋਰਟ ਆਫ ਘਰਾਓ ਕਹਿ ਲਓ, ਸੋਰਟ ਆਫ ਕਹਿੰਦੇ ਕਿ ਵੀ ਅਸੀਂ BJP ਨਾਲ ਮੱਥਾ ਲਾਵਾਂਗੇ, ਹੈ ਨਾ ਜੀ, ਮਤਲਬ। ਤੇ ਉਹ ਕਾਂਗਰਸ ਨੇ ਮਤਲਬ, ਪਰ ਲੇਕਿਨ ਮੈਂ ਇਹ ਕਹਾਂਗਾ ਕਿ ਜਿਹੜਾ ਨੇ ਇਹ ਦਿਲਾਵਰ ਸਿੰਘ ਹੁਣੀ, ਬਰਾਜੋਵਾਨ ਹੁਣੀ, ਤੇ ਨਾਲ ਲਖਵਿੰਦਰ ਸਿੰਘ ਲੱਖਾ ਹਵਾਰੇ ਹੁਣ ਜੋ ਵੀ ਸਾਰੇ ਅਦਾਰੇ ਹੈ ਨਾ ਜੀ, ਇਹਨਾਂ ਸਾਰੇ ਹੀ ਪੁਲਿਸ ਦੇ ਵਿੱਚ ਸਨ ਜੀ। ਹਾਂਜੀ ਹਾਂਜੀ, ਪੁਲਿਸ ਦੇ ਵਿੱਚ ਸਨ, ਇਹਨਾਂ ਦੇ ਗਾਰਡ ਸੀਗੇ ਬਿਆਨ ਸਿੰਘ ਉਹਨਾਂ ਦੇ, ਹਾਂਜੀ, CM ਦੇ। ਪਰ ਮੈਂ ਇਹ ਕਹਿਣ ਲੱਗਾ ਕਿ ਵੀ ਜਿਹੜੇ 84 ਦੇ ਵਿੱਚ ਵੀ ਕਤਲ, ਮਤਲਬ ਪਹਿਲਾਂ ਤਾਂ ਇੰਦਰਾ ਗਾਂਧੀ ਦਾ ਹੋਇਆ ਜਿਹੜਾ, ਉਹ ਹੋਇਆ ਉਹ ਵੀ ਇਸ ਕਰਕੇ ਹੋਇਆ ਸੀ ਕਿ ਉਹਨਾਂ ਨੇ ਇੱਕ ਧਾਰਮਿਕ ਸਥਾਨ ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਮਤਲਬ ਉਹਨਾਂ ਨੇ ਹੱਲਾ ਬੋਲਿਆ, ਕਤਲੇਆਮ ਕੀਤਾ, ਨਿਰਦੋਸ਼ਾਂ ਨੂੰ ਮਤਲਬ ਮਾਰਿਆ, ਬੱਚੇ ਵਿੱਚ ਮਾਰੇ, ਬੀਬੀਆਂ ਮਾਰੀਆਂ, ਮਤਲਬ ਜੀ। ਸੋ ਮਤਲਬ ਉਹ ਜਿਹੜਾ ਉਸ ਦੇ ਰੋਸ ਵਜੋਂ ਬਿਆਨ ਸਿੰਘ ਤੇ ਸਤਵੰਤ ਸਿੰਘ ਉਹਨਾਂ ਨੇ ਵੀ ਇੰਦਰਾ ਗਾਂਧੀ ਨੂੰ ਮਾਰਿਆ ਸੀ, ਹਾਂਜੀ, ਕਿਉਂਕਿ ਉਹ ਕੋਈ ਖਾਲਿਸਤਾਨੀ ਨਹੀਂ ਸੀਗੇ ਪਹਿਲਾਂ, ਨਹੀਂ ਸਾਰਿਆਂ ਨੂੰ ਪਤਾ, ਹਾਂ, ਉਹ ਤਾਂ ਸਰਕਾਰੀ ਨੌਕਰੀ ਕਰ ਰਹੇ ਸੀਗੇ, ਉਹਨਾਂ ਦੇ ਗਾਰਡ ਸੀਗੇ, ਮਤਲਬ ਬੜੀ ਵੱਡੀ ਜੌਬ ਤੇ ਸੀਗੇ, ਮਤਲਬ ਉਹ ਤਾਂ ਜਾਨੀ ਕਿਸੇ ਦੇ ਜੇ ਧਾਰਮਿਕ ਸਥਾਨ ਤੇ ਜਾਂ ਨਿਹੱਤਿਆਂ ਨੂੰ ਮਾਰਿਆ ਜਾਵੇ, ਫਿਰ ਦਿਲ 'ਚ ਗੁੱਸਾ ਰੋਸ ਆਇਆ ਸਰਪੰਚ ਸਾਹਿਬ, ਤੇ ਫਿਰ ਉਹਨਾਂ ਨੇ ਮਤਲਬ ਇਹ ਕੀਤਾ, ਇਹੀ ਚੀਜ਼ ਬਿਆਨ ਸਿੰਘ ਉਹਨਾਂ ਦੇ ਨਾਲ ਹੋਈ। ਬਿਲਕੁਲ, ਹਾਂਜੀ, ਕਿਉਂਕਿ ਬਿਆਨ ਸਿੰਘ ਹੁਣੀ ਤੇ ਆਪਣੇ KPS ਗਿੱਲ, ਹਾਂਜੀ, ਕਿ ਹੈ ਨਾ ਗਿੱਲ, ਇਹਨਾਂ ਨੇ ਵੀ ਮਤਲਬ ਬਿਆਨ ਸਿੰਘ ਉਹਨਾਂ ਦੀ ਸ਼ਾਇਦ KPS ਨੇ ਵੀ ਚਮਦੀਆਂ ਚਲਾਈਆਂ ਜੀ। ਬਿਲਕੁਲ, ਹਾਂਜੀ, ਉਹਨਾਂ ਨੇ ਵੀ ਘਰਾਂ ਦੇ ਵਿੱਚੋਂ ਮਤਲਬ ਜਵਾਨੀ, ਪੰਜਾਬ ਦੀ ਜਵਾਨੀ ਜਿੰਨੀ ਸੀ, ਜਵਾਨ ਮੁੰਡੇ ਸੀ, ਉਹਨਾਂ ਨੂੰ ਬਿਨਾਂ ਕਿਸੇ ਮੁਕਾਬਲੇ ਦੇ, ਬਿਨਾਂ ਕਿਸੇ ਗੱਲ ਦੇ ਨਿਹੱਤਿਆਂ ਨੂੰ ਉਹਨਾਂ ਨੂੰ ਮਾਰਿਆ ਜੀ, ਘਰਾਂ ਦੇ ਘਰ ਉਜਾੜੇ ਜੀ। ਹਾਂਜੀ, ਸੋ ਮਤਲਬ ਇਸ ਰੋਸ ਵਜੋਂ ਮਤਲਬ ਇਹਨਾਂ ਨੇ ਰਾਜੋਆਨ ਉਹਨਾਂ ਨੇ, ਹਵਾਰਾ ਉਹਨਾਂ ਨੇ, ਤੇ ਨਾਲ ਜਿੰਨੇ ਹੋਰ ਸੀਗੇ, ਇਹਨਾਂ ਸਾਰਿਆਂ ਨੇ, ਦਿਲਾਵਰ ਇਹਨਾਂ ਨੇ ਇਸ ਚੀਜ਼ ਨੂੰ ਦੇਖ ਕੇ ਨਾ ਸਹਾਰਦੇ ਹੋਏ ਇਹਨਾਂ ਨੇ ਆਪਣਾ ਮਨ ਇਸ ਤਰ੍ਹਾਂ ਬਣਾਇਆ। ਬਾਕੀ ਤੇ ਇਹਦਾ ਕੰਮ ਕੀਤਾ ਜਾਵੇ ਕਿ ਵੀ ਇਹ ਨਿਹੱਤਿਆਂ ਤੇ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਰਹੇ ਨੇ, ਘਰਾਂ ਨੂੰ ਤਾਲੇ ਲੱਗ ਗਏ ਨੇ, ਘਰਾਂ ਦੇ ਮਤਲਬ ਜਿਹੜੇ ਵੀ ਉੱਥੇ ਘਾਹ ਉੱਗ ਰਹੇ ਨੇ, ਤੇ ਉੱਥੇ ਮਤਲਬ ਕੋਈ ਘਰ ਦਾ ਵਾਲੀਵਾਰ ਸਹੀ ਨਹੀਂ ਰਿਹਾ ਜੀ, ਮਤਲਬ, ਹੈ ਨਾ ਜੀ। ਚਲੋ ਮੈਂ ਤੁਹਾਡੇ ਤੇ ਬਾਅਦ ਚ ਫੇਰ, ਬਿਲਕੁਲ ਜੀ, ਬਿਲਕੁਲ। ਸਰਪੰਚ ਸਾਹਿਬ, ਜਿਸ ਤਰ੍ਹਾਂ ਬਾੜਾ ਸਾਹਿਬ ਨੇ ਵੀ ਦੱਸਿਆ, ਜੇ ਆਪਾਂ ਗੱਲ ਕਰੀਏ ਜਿਹੜੀ ਬਿਆਨ ਸਿੰਘ ਦੀ ਸਰਕਾਰ ਸੀ, ਤੁਸੀਂ ਵੀ ਸਿਆਸਤ ਨਾਲ ਡੂੰਘਾ ਰਿਸ਼ਤਾ ਰੱਖਦੇ ਆ, ਉਹ 6-7% ਵੋਟਾਂ ਨਾਲ ਬਣੀ ਸੀ, ਕਿਉਂਕਿ ਉਦੋਂ ਬਾਕੀ ਸਾਰੀਆਂ ਉਦੋਂ ਪਹਿਲਾਂ 48 ਘੰਟੇ ਕਿ 24 ਘੰਟੇ ਪਹਿਲਾਂ ਵੋਟਾਂ ਜਿਹੜੀਆਂ ਪੈਣੀਆਂ ਸੀ ਕੈਂਸਲ ਕਰਤੀਆਂ ਚੇਤਾ। ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਰਿਲਾਇੰਸ ਸੀਗਾ ਜੀ, ਉਹਦਾ ਚਲੋ ਐਨੀਵੇ, ਚਲੋ ਦੱਸਿਓ ਹੈ ਨਾ। ਉਦੋਂ 24 ਘੰਟੇ 48 ਘੰਟੇ 72 ਘੰਟੇ ਪਹਿਲਾਂ ਉਹ ਵੋਟਾਂ ਕੈਂਸਲ ਕਰਤੀਆਂ। ਉਦੋਂ ਬਾਅਦ ਸਾਰੀਆਂ ਜਥੇਬੰਦੀਆਂ ਨੇ ਕਹਿ ਦਿੱਤਾ ਅਕਾਲੀ ਦਲ ਨੂੰ ਕਿ ਤੁਸੀਂ ਵੋਟਾਂ ਇਲੈਕਸ਼ਨ ਦਾ ਬਾਈਕਾਟ ਕਰ ਦਿਓ। ਬਾਈਕਾਟ ਹੋ ਗਿਆ, ਤੇ ਉਹਦੇ ਵਿੱਚ 6-7% ਵੋਟਾਂ ਦੇ ਹਿਸਾਬ ਨਾਲ ਇਹ ਸਰਕਾਰ ਬਣੀ ਸੀ। ਉਸ ਤੋਂ ਪਿੱਛੋਂ ਜਿੰਨੇ ਨੌਜਵਾਨਾਂ ਨਾਲ ਜੋ ਕੁਛ ਵੀ ਹੋਇਆ, ਸ਼ਹੀਦ ਕਰ ਦਿੱਤੇ, ਮਾਰੇ ਗਏ, ਉਹ ਆਪਾਂ ਸਾਰਿਆਂ ਨੂੰ ਪਤਾ। ਲੇਕਿਨ ਅੱਜ ਜਿਹੜੀ ਗੱਲ ਆ, ਅੱਜ ਹੈਗੇ ਆ ਵੀ ਭਾਰਤ ਦੇ ਵਿੱਚ ਮੋਦੀ ਸਰਕਾਰ ਨੇ 8 ਸਿੱਖਾਂ ਦੀ ਰਿਹਾਈ ਦੀ ਗੱਲ ਕੀਤੀ ਹੈ 550 ਸਾਲਾਂ ਤੇ। ਸਰਦਾਰ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ। ਇਹਦੇ ਬਾਰੇ ਸਾਰਾ ਕੁਝ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਰਾਮੇਵਾਲ ਸਾਹਿਬ, ਪਹਿਲਾਂ ਤਾਂ ਮੈਂ ਜਿੰਨੇ ਵੀ ਸਾਡੇ
ਸਰੋਤੇ ਆ, ਲਿਸਨਰ ਆ ਸਿੱਖ ਚੈਨਲ ਦੇ, ਉਹ ਬਹੁਤ ਸਿਆਣੇ ਆ। ਬਿਲਕੁਲ ਉਹਨਾਂ ਨੇ ਵੀ ਡਿਸਾਈਡ ਕੀਤਾ, ਆਪ ਆਪਣੇ ਹਿਸਾਬ ਨਾਲ ਸੋਚਦੇ ਆ। ਮੈਂ ਉਹਨਾਂ ਸਰੋਤਿਆਂ ਸਾਰਿਆਂ ਨੂੰ ਪਹਿਲਾਂ ਫਤਿਹ ਬੁਲਾਉਣਾ। ਅੱਜ ਇਸ ਮੌਕੇ ਉੱਤੇ ਮੈਂ ਇਹਨੂੰ ਹੋਰ ਢੰਗ ਨਾਲ ਸੋਚਦਾ ਕਿ ਜਿਹੜੇ ਇਹ 9 ਬੰਦੇ ਛੱਡੇ ਜਾ ਰਹੇ ਆ, ਜਿਨ੍ਹਾਂ ਨੇ ਉਹ ਸੰਘਰਸ਼ ਵਿੱਚ ਹਿੱਸਾ ਪਾਇਆ, ਬਿਲਕੁਲ, ਜਾਂ ਜਿਹੜੇ ਉਹ ਜਜ਼ਬਾਤਾਂ ਕਰਕੇ ਜਾਂ ਆਪਣੇ ਧਰਮ ਦੀ ਖਾਤਰ ਜਿਨ੍ਹਾਂ ਨੇ ਆਪਣੇ ਘਰ ਛੱਡੇ, ਆਪਣੇ ਸੁੱਖ ਆਰਾਮ ਛੱਡੇ, ਅੱਜ ਕਿਹੜੀ ਗਵਰਨਮੈਂਟ ਨੇ ਉਹਨਾਂ ਨੂੰ ਪ੍ਰੈਸ਼ਰ ਪਾਇਆ ਗਿਆ, ਕਿਹੜੇ ਜਥੇਬੰਦੀ ਨੇ ਪ੍ਰੈਸ਼ਰ ਪਾਇਆ ਕਿ ਉਹਨਾਂ ਨੂੰ 9 ਬੰਦੇ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ। ਬਿਲਕੁਲ, ਪਹਿਲੀ ਗੱਲ ਤਾਂ ਇੱਥੇ ਆਉਂਦੀ ਆ ਕਿ ਕਿਹਾ ਜਾਂਦਾ ਕਿ ਜਸਟਿਸ ਡਿਲੇਡ ਇਜ਼ ਅਨਜਸਟਿਸ, ਕਿ ਜਿਹੜਾ ਦੇਰ ਨਾਲ ਦਿੱਤਾ ਗਿਆ ਨਿਆਂ ਉਹ ਅਨਿਆਂ ਹੈ। ਬਿਲਕੁਲ। ਹੁਣ ਆਪਾਂ ਜਦੋਂ ਇਹਦੇ ਪਿਛੋਕੜ ਵੱਲ ਦੇਖਦੇ ਹਾਂ ਤੇ ਭਾਰਤ ਦੇ ਬਹੁਤ ਸਾਰੇ ਹਿੱਸਿਆਂ 'ਚ ਜਿਨ੍ਹਾਂ ਦੀਆਂ ਸਜ਼ਾਵਾਂ ਮੁੱਕ ਚੁੱਕੀਆਂ ਆ, ਉਹ ਜੇਲ੍ਹਾਂ ਦੇ ਵਿੱਚ ਬਿਨਾਂ ਕਿਸੇ ਕਾਨੂੰਨ ਤੋਂ ਰੁਲ ਰਹੇ ਆ, ਉਹਨਾਂ ਦੇ ਪਰਿਵਾਰ ਸਫਰ ਹੋ ਰਹੇ ਆ। ਜਦੋਂ ਮੈਂ ਇਸ ਗੱਲ ਦੇ ਵਿੱਚ ਦੇਖਦਾ ਕਿ ਅੱਜ ਕਿਸੇ ਬੰਦੇ ਨੇ ਇਹ ਮੰਗ ਨਹੀਂ ਕੀਤੀ ਜ਼ੋਰ ਨਾਲ ਕਿ ਇਹਨਾਂ 9 ਬੰਦਿਆਂ ਨੂੰ ਛੱਡਿਆ ਜਾਵੇ, ਪਰ ਇਸ ਤੋਂ ਪਹਿਲਾਂ ਬਾਪੂ ਸਰੂਪ ਸਿੰਘ ਨੇ ਭੁੱਖ ਹੜਤਾਲ ਰੱਖੀ, ਉਹ ਕਾਫੀ ਮਹੀਨੇ ਚੱਲੀ, ਪਾਣੀ ਨਹੀਂ ਪੀਤੇ, ਕਾਫੀ ਦੇਰ ਪਾਣੀ ਨਹੀਂ ਪੀਤਾ, ਉਹਨਾਂ ਨੂੰ ਕਈ ਵਾਰ ਧੱਕੇ ਨਾਲ ਹਸਪਤਾਲ ਵੀ ਦਾਖਲ ਕਰਾਇਆ ਗਿਆ। ਹੋਰ ਜਥੇਬੰਦੀਆਂ ਨੇ ਵੀ ਇਹ ਮੰਗ ਉਠਾਈ, ਉਦੋਂ ਕਿਉਂ ਨਹੀਂ ਮੰਗ ਮੰਨੀ ਗਈ? ਅੱਜ ਇਹਨੂੰ ਮੈਂ ਦੋ ਸੰਦਰਭ ਵਿੱਚ ਦੇਖਦਾ। ਇੱਕ ਤਾਂ ਸੰਦਰਭ ਹੈ ਕਿ ਜੰਮੂ ਕਸ਼ਮੀਰ ਦੇ ਅੰਦਰ ਜਿਹੜੀ ਧਾਰਾ 370 ਖਤਮ ਕੀਤੀ ਆ, ਕਿ ਸਿੱਖਾਂ ਨੇ ਉਹਨਾਂ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਕਿ ਬਹੁਤ ਗਲਤ ਕਰ ਰਿਹਾ, ਜਿਹੜਾ 2-3 ਮਹੀਨੇ ਤੋਂ ਉਹਨਾਂ ਨੂੰ ਨਜ਼ਰਬੰਦ ਘਰਾਂ 'ਚ ਕੀਤਾ ਆ। ਬਿਲਕੁਲ, ਉਹਨਾਂ ਨੂੰ ਕੁੱਟਿਆ ਜਾ ਰਿਹਾ, ਉਹਨਾਂ ਦੀ ਨੌਕਰੀਆਂ ਚਲ ਗਈਆਂ, ਉਹਨਾਂ ਦੇ ਜਿਹੜੇ ਵਿਸ਼ੇਸ਼ ਅਧਿਕਾਰ ਉਹ ਖਤਮ ਕਰ ਦਿੱਤੇ ਗਏ ਆ। ਕਿ ਕਿਤੇ ਸਿੱਖ ਜੰਮੂ ਕਸ਼ਮੀਰ ਦੇ ਲੋਕ ਔਰ ਪੰਜਾਬ ਦੇ ਲੋਕ ਏਕਾ ਕਰਕੇ ਕਿਤੇ ਬਕਾਵਤ ਨਾ ਕਰ ਦੇਣ, ਉਹਨਾਂ ਦੇ ਵਿੱਚ ਦਰਾੜ ਖੜਾ ਕਰਨੀ ਆ, ਕਿਉਂਕਿ ਬਹੁਤ ਸਾਰੇ ਸਿੱਖਾਂ ਨੇ ਹਾਂ ਦਾ ਨਾਰਾ ਮਾਰਿਆ ਕਿ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਨਾਲ ਬਹੁਤ ਮਾੜਾ ਪਿਆ। ਦੂਸਰਾ ਮੈਂ ਇਸ ਗੱਲ ਨਾਲ ਦੇਖਦਾ ਕਿ ਇੰਡੀਆ ਦੇ ਵਿੱਚ ਇਲੈਕਸ਼ਨ, ਹਰਿਆਣੇ 'ਚ ਸਾਡੇ ਗੁਆਂਢੀ ਸੂਬੇ ਦੇ ਵਿੱਚ ਇਲੈਕਸ਼ਨ ਆ, ਅਕਾਲੀ ਦਲ ਦਾ ਇੱਕੋ ਇੱਕ ਐਮਐਲਏ ਸੀ ਜਿਹੜਾ ਉਹਨਾਂ ਨੇ ਬੀਜੇਪੀ ਨੇ ਆਪਣੇ ਵਿੱਚ ਰਲਾ ਲਿਆ। ਬਿਲਕੁਲ, ਉਹ ਸਿੱਖਾਂ ਦੀ ਹਮਦਰਦੀ ਨੂੰ ਗੇਨ ਕਰਨ ਦੇ ਲਈ ਔਰ ਕਾਲੀਆਂ ਦੀ ਵੋਟ ਵਿੱਚ ਪਾੜਾ ਪਾਉਣ ਦੇ ਲਈ ਇਹ ਕੰਮ ਕੀਤਾ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਉਹ ਸੋਚਦੇ ਆ ਕਿ ਪੰਜਾਬ ਵਿੱਚ ਅਸੀਂ ਜਾਂ ਤਾਂ ਅੱਧੋ ਅੱਧ ਲੜੀਏ, ਅਸੀਂ ਇਹਦਾ ਜਾਂ ਅਸੀਂ ਇਕੱਲੇ ਲੜੀਏ, ਤਾਂ ਕਿ ਪੰਜਾਬ ਵਿੱਚ ਛੋਟੇ ਮੋਟੇ ਦਲ ਇਕੱਠੇ ਕਰਕੇ ਆਪਣੀ ਪਿਓਰ ਬੀਜੇਪੀ ਦੀ ਗਵਰਨਮੈਂਟ ਬਣਾ ਸਕੀਏ। ਅੱਜ ਅਸੀਂ ਤੀਸਰੀ ਗੱਲ ਇਹ ਦੇਖਦੇ ਹਾਂ ਕਿ ਪੂਰੇ ਇੰਡੀਆ ਦੇ ਵਿੱਚ ਇਹ ਜਿਹੜਾ ਪੋਟਾ ਆ, ਭਾਵੇਂ ਹੁਣ ਉਸਮਾ ਬਣਿਆ ਆ ਜਾਂ ਹੋਰ ਕਾਨੂੰਨ ਬਣਦੇ ਆ, ਉਹਨਾਂ ਦੇ ਵਿੱਚ ਤੁਸੀਂ ਕਦੀ ਵੀ ਛਾਣਬੀਣ ਕਰਕੇ ਦੇਖੋ, ਕੋਈ ਬਰਮਾ ਸ਼ਰਮਾ ਨਹੀਂ ਹੁੰਦਾ, ਬਹੁਤ ਜੇ ਹੋਣਗੇ ਤਾਂ ਬਹੁਤ ਘੱਟ ਹੋਣਗੇ, ਕੋਈ ਤਵਾੜੀ ਨਹੀਂ ਹੁੰਦਾ, ਕੋਈ ਚੱਟੋਪਾਧਿਆਏ, ਹਾਈ ਕਾਸਟ ਨਹੀਂ ਹੁੰਦੇ। ਉਹਦੇ ਵਿੱਚ ਸਿੱਖ ਹੋਣਗੇ, ਉਹ 'ਚ ਮੁਸਲਮਾਨ ਹੋਣਗੇ, ਉਹ 'ਚ ਦਲਿਤ ਹੋਣਗੇ, ਉਹ 'ਚ ਬੈਕਵਰਡ ਹੋਣਗੇ। ਪਰ ਆ ਜਿਹੜਾ ਕਦਮ ਆ ਇਹ ਬਹੁਤ ਲੇਟ ਜਾ ਰਿਹਾ। ਹੁਣ ਜੇ ਆਪਾਂ ਕਹੀਏ ਜੀ ਇਹ ਰਾਜੋਆਲ ਨੂੰ ਛੱਡਣਾ ਨਹੀਂ ਹੈਗਾ, ਇਹਦੀ ਉਮਰ ਕੈਦ ਦੀ ਇਹਨਾਂ ਨੇ ਜੀਅਰ ਕਿੰਨੇ ਰੱਖੇ ਆ? ਅਸੀਂ ਕਹਿੰਦੇ 20 ਸਾਲ ਉਮਰ ਕੈਦ ਹੁੰਦੀ ਆ, ਤਾਂ ਉਹ ਤਾਂ 25 ਸਾਲ ਦੇ ਆਲਰੇਡੀ ਬਣ ਚੁੱਕੇ ਆ। ਉਹਨੇ ਨਾਲ ਹੀ ਰਿਲੀਜ਼ ਕਰਨਾ, ਕਹਿੰਦਾ ਬਾਈ ਨੋਟ ਦੇ ਰਿਲੀਜ਼ ਤਾਂ ਰਾਜੋਆੜਾ ਇਸ ਵੈਲ ਨਹੀਂ, ਉਹਨੇ ਇਹੀ ਕਿਹਾ 550 ਸਾਲਾਂ ਤੇ ਰਾਜੋਆਣੇ ਨੂੰ ਵੀ ਸ਼ਾਇਦ ਛੱਡਿਆ ਜਾ ਸਕਦਾ। ਨਹੀਂ, ਉਹਨੇ ਹਲੇ ਕਿਹਾ ਵੀ ਅਸੀਂ 8 ਨੂੰ ਛੱਡਣਾ, ਇਹਦੀ ਜਿਹੜੀ ਉਮਰ ਆ, ਇਹਦੀ ਜਿਹੜੀ ਸਜ਼ਾ ਆ, ਉਹ ਉਮਰ ਕੈਦ ਵਿੱਚ ਕਨਵਰਟ ਕਰਨੀ ਆ। ਜਦ ਉਦੋਂ ਕਹਿੰਦਾ ਵੀ ਅਸੀਂ 9 ਮਹੀਨੇ ਨੂੰ ਛੱਡ ਦੇਣਾ, ਕਿਉਂਕਿ ਉਹਨਾਂ ਨੇ ਵੱਖ-ਵੱਖ ਇਹ ਪਾਇਆ। ਅੱਜ ਜਦੋਂ ਅਸੀਂ ਦੂਸਰੀ ਗੱਲ ਇਹ ਆ ਕਿ ਜਿਹੜੀ ਟਾਈਮਜ਼ ਆਫ ਇੰਡੀਆ ਆ, ਉਹਦੇ ਵਿੱਚ ਹੋਰ ਸਿੱਖਾਂ ਦੀ ਸੂਚੀ ਆ, ਜਿਹੜੇ 8 ਆ, ਔਰ ਜਿਹੜੇ ਅਜੀਤ ਵਿੱਚ ਡਿਫਰੈਂਟ ਆ। ਇਹ ਮੈਨੂੰ ਸਮਝ ਨਹੀਂ ਲੱਗੀ ਕਿ ਉਹਦੇ ਵਿੱਚ ਵੱਖਰੇ ਕਿਉਂ ਆ, ਇਹਦੇ ਵਿੱਚ ਵੱਖਰੇ ਕਿਉਂ ਆ, ਔਰ ਕਿਹੜੇ 8 ਜਿਹੜਾ ਨੌਜਵਾਨ ਨੂੰ ਛੱਡਣਾ ਆ, ਤੇ ਉਹਦੀ ਪ੍ਰਕਿਰਿਆ ਕਿੰਨੀ ਕੁ ਸ਼ੁਰੂ ਹੋਈ ਆ। ਇਹ ਕਈ ਵਾਰੀ ਇਹ ਨਾ ਕੌਮਾਂ ਦੇ ਵਿੱਚ ਪਾੜਾ ਪਾਉਣ ਲਈ, ਕੌਮਾਂ ਨੂੰ ਵੰਡਣ ਲਈ, ਉਹਨਾਂ ਦੇ ਸੰਘਰਸ਼ ਨੂੰ ਵੰਡਣ ਦੇ ਲਈ ਇਹ ਜਿਹੜੀਆਂ ਏਜੰਸੀਆਂ ਹੈਗੀਆਂ ਉਹ ਆਪਣਾ ਪਾਰਟ ਪਲੇ ਕਰ ਰਹੀਆਂ। ਅੱਜ ਦਾ ਹੀ ਅਮਿਤ ਸ਼ਾਹ ਦਾ ਬਿਆਨ ਹੈ ਕਿ ਇੰਡੀਆ ਜਿਹੜਾ ਉਹ ਸੈਕੂਲਰ ਨਹੀਂ ਹੈਗਾ, ਇੰਡੀਆ ਇੱਕ ਹਿੰਦੂ ਸਟੇਟ ਆ। ਅੱਜ ਉਹਨਾਂ ਨੇ ਆਰਐਸਐਸ ਨੇ ਡਿਕਲੇਅਰ ਕਰਤੀ ਆ, ਅਮਿਤ ਸ਼ਾਹ ਨੇ ਬਿਆਨ ਦਿੱਤਾ ਕਿ ਇਹ ਅਗਰ ਜਿਹੜਾ ਇੰਡੀਆ ਵਿੱਚ ਰਹੂਗਾ ਉਹ ਐਜ਼ ਏ ਹਿੰਦੂ ਰਹੂਗਾ, ਉਹ ਹਿੰਦੂ ਹੀ ਉਹਨੂੰ ਹਿੰਦੂ ਹੀ ਸਮਝ ਗਿਆ, ਉਹਨੇ ਹਿੰਦੂਆਂ ਦੀ ਟਰਮ ਕੰਡੀਸ਼ਨ ਦੇ ਵਿੱਚ ਹੀ ਰਹਿਣਾ ਪੈਣਾ। ਜਿਹੜੀ ਕਿ ਇੱਕ ਨਾਜੀ ਸੋਚਿਆ, ਤਾਨਾਸ਼ਾਹੀ ਸੋਚਿਆ, ਜਿਹਦੇ ਨਾਲ ਡਰਿਆ
ਕਿ ਦੇਸ਼ ਦੇ ਵਿੱਚ ਕਿਤੇ ਖਾਨਾ ਜੰਗੀ ਨਾ ਲੱਗ ਜਾਵੇ। ਨਹੀਂ, ਉਹ ਲੱਗ ਹੀ ਕਿਉਂਕਿ ਸਕਦੀ ਆ। ਜਿਹੜੀਆਂ ਜੰਗਜੂ ਕੌਮਾਂ ਹੁੰਦੀਆਂ ਉਹ ਹਮੇਸ਼ਾ ਬੜਾ ਦੇਰ ਕਿਸੇ ਦਾ ਪ੍ਰੈਸ਼ਰ ਨਹੀਂ ਚੱਲਦੀਆਂ, ਉਹ ਜ਼ੁਲਮ ਕਰਦੀਆਂ ਦੂਸਰੀਆਂ ਕੌਮਾਂ, ਥੋੜੀ ਦੇਰ ਉਹ ਕਰ ਸਕਦੀਆਂ, ਪਰ ਕਿਸੇ ਨੇ ਇੱਕ ਗੱਲ ਲਿਖਿਆ ਕਿ ਕਿਸੇ ਦੀਆਂ ਜਿਹੜੀਆਂ ਚੀਖਾਂ ਕਦੀ ਲਲਕਾਰੇ ਵੀ ਬਣ ਜਾਂਦੇ ਆ। ਬਿਲਕੁਲ ਬਹੁਤਾ ਦੇਰ ਕਿਸੇ ਨੂੰ ਦਬਾਉਣਾ ਨਹੀਂ ਚਾਹੀਦਾ, ਕੌਮਾਂ ਬਹੁਤੀ ਦੇਰ ਦਬਦੀਆਂ ਨਹੀਂ, ਲਾਫ ਨੇਚਰ ਆ, ਜਿੰਨਾ ਕਿਸੇ ਨੂੰ ਜ਼ਿਆਦਾ ਦਬਾਓਗੇ ਉਨਾ ਜ਼ਿਆਦਾ ਉੱਭਰਦਾ ਹੈਗਾ। ਬਿਲਕੁਲ ਜੇ ਸਪਰਿੰਗ ਵੀ ਆਪਾਂ ਕਹਿੰਦੇ ਹਾਂ ਦਬਾਉਂਦੇ ਆ, ਜਦੋਂ ਛੱਡਦੇ ਆ ਬਹੁਤ ਉੱਭਰਦਾ। ਇਸੇ ਤਰ੍ਹਾਂ ਦੇਸ਼ ਨੂੰ ਅਗਰ ਬਚਾਉਣਾ ਆ ਤਾਂ ਦੇਸ਼ ਨੂੰ ਸੰਵਿਧਾਨ ਦੇ ਮੁਤਾਬਕ ਉਹਨੂੰ ਸੈਕੂਲਰ ਰੱਖਣਾ ਪਊਗਾ। ਤੁਸੀਂ ਦੇਖਿਆ ਹੋਣਾ 6 ਮਹੀਨੇ ਪਹਿਲਾਂ 4 ਸੁਪਰੀਮ ਕੋਰਟ ਦੇ ਜੱਜਾਂ ਨੇ ਪਾਰਲੀਮੈਂਟ ਸੁਪਰੀਮ ਕੋਰਟ ਤੋਂ ਬਾਹਰ ਆ ਕੇ ਕਿਹਾ ਕਿ ਦੇਸ਼ ਦੇ ਲੋਕਤੰਤਰ ਨੂੰ ਖਤਰਾ ਆ। ਲੋਕਤੰਤਰ, ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਲੋਕਤੰਤਰ ਨੂੰ ਕਿਤੇ ਬਚਾ ਲਿਓ, ਲੋਕਤੰਤਰ ਬਹੁਤ ਖਤਰੇ 'ਚ ਆ। ਭਾਵੇਂ ਉਹਨਾਂ ਨੇ ਨਾਂ ਨਹੀਂ ਲਿਆ ਮੋਦੀ ਦਾ, ਪਰ ਜਦੋਂ ਇਸ ਜਿਹੜੇ RSS ਦੇ ਲੋਕ ਮਗਰ ਬੈਠੇ ਆ, ਉਹਨਾਂ ਨੇ ਉਹਨਾਂ ਜੱਜਾਂ ਦੇ ਉੱਤੇ ਰੇਪ ਦੇ ਕੇਸ ਪਾ ਕੇ ਜਿਹਨੂੰ ਚੁੱਪ ਕਰਾਤਾ। ਅੱਜ ਉਹੀ ਜੱਜ ਕਹਿੰਦੇ ਆ ਕਿ ਲੋਕਤੰਤਰ ਠੀਕ ਆ, ਲੋਕਤੰਤਰ ਨੂੰ ਕੋਈ ਖਤਰਾ ਨਹੀਂ ਹੈਗਾ। ਇਸ ਲਈ ਮੈਂ ਬੇਨਤੀ ਕਰਦਾ ਕਿ ਦੇਸ਼ ਦੇ ਅੰਦਰ ਦੋਹਰਾ ਕਾਨੂੰਨ ਚੱਲ ਰਿਹਾ। ਇੱਕ ਦੇਸ਼ ਦੀਆਂ ਘੱਟ ਗਿਣਤੀਆਂ ਲਈ ਆ, ਦੇਸ਼ ਦੇ ਦਲਿਤਾਂ ਲਈ ਆ, ਦੇਸ਼ ਦੀ ਮਿਨੋਰਟੀ ਲਈ ਆ। ਅਮਿਤ ਸ਼ਾਹ ਦੇ ਉੱਤੇ ਕਈ ਦੋਸ਼ ਲੱਗੇ, ਜੱਜ ਨੂੰ ਲੋਢੇ ਨੂੰ ਮਰਾਉਣ ਦਾ ਦੋਸ਼ ਵੀ ਲੱਗਾ, ਲੇਕਿਨ ਉਹ ਜੱਜ ਨੂੰ ਮਰਾ ਕੇ ਦੂਸਰਾ ਜੱਜ ਉਹਦੇ ਉੱਤੇ ਦੂਸਰੀ ਤਰੀਕੇ ਹੀ ਉਹਨੂੰ ਫਿਨਿਸ਼ ਕਰਦਾ ਕਿ ਇਹ ਅਮਿਤ ਸ਼ਾਹ ਤੇ ਕੋਈ ਦੋਸ਼ ਨਹੀਂ ਹੈਗਾ। ਇਸ ਲਈ ਜੇ ਸਾਡੇ ਲਈ ਮੋਦੀ ਨੇ ਪਹਿਲਾਂ ਇਦਾਂ ਕੀਤਾ ਸੀ। ਮੋਦੀ ਦੇ ਕਿੰਨੇ ਇਲਜ਼ਾਮ ਲੱਗੇ ਗੁਜਰਾਤ ਜਦੋਂ ਮੁੱਖ ਮੰਤਰੀ ਸੀ ਇਹ। ਮੈਂ ਤੁਹਾਡੇ ਇੱਕ ਹੋਰ ਜੋੜਦਾ ਗੱਲ ਜੀ, ਜਿਹੜੀ ਸਾਡੀ ਜੱਬਲਪੁਰ ਤੋਂ ਪ੍ਰਗਿਆ ਠਾਕਰ MP ਬਣੀ ਆ, ਉਹ ਹਮੇਸ਼ਾ ਹੀ ਕਹਿੰਦੀ ਆ ਕਿ ਗੋਡਸੇ ਨੇ ਗਾਂਧੀ ਨੂੰ ਮਾਰ ਕੇ ਠੀਕ ਕੀਤਾ। ਉਹ ਗੋਡਸੇ ਦੀ ਪੂਜਾ ਕਰਦੀ ਹੈ ਔਰ ਗੋਧਰਾ ਕਾਂਡ ਦੇ ਵਿੱਚ ਮਾਰਨ ਦੇ ਵਿੱਚ ਉਹਦੇ ਬੰਬ ਚਲਾਉਣ ਦੇ ਵਿੱਚ ਉਹਨਾਂ ਦਾ ਹੱਥ ਆ। ਦੇਖੋ ਉਹਨਾਂ ਲੋਕਾਂ ਨੂੰ ਕੋਈ ਉਹਨਾਂ ਨੂੰ ਛੱਡ ਦਿੱਤਾ, ਕੋਈ ਉਹਨਾਂ ਤੇ ਸਜ਼ਾ ਨਹੀਂ, ਕੋਈ ਉਹਨਾਂ ਤੇ ਐਕਸ਼ਨ ਨਹੀਂ ਹੈਗਾ। ਉਹਦੇ ਵਿੱਚ ਸੈਂਕੜੇ ਲੋਕ ਮਰੇ ਆ, ਪਰ ਉਹ ਬਾਰ-ਬਾਰ ਇਹ ਕਹਿੰਦੀ ਆ ਕਿ ਅਸੀਂ ਇਹ ਠੀਕ ਹੈਗੀ ਆ। ਅੱਜ ਤੀਸਰੀ ਮੈਂ ਇੱਕ ਗੱਲ ਹੋਰ ਜੋੜ ਦਿਆਂ ਕਿ ਅੱਜ ਕਿਤੇ ਸਿੱਖ ਨਾ ਕਿਤੇ ਤਲਵਾਰ ਵੀ ਲੈ ਕੇ ਚੱਲ ਜਾਵੇ, ਉਹਨੂੰ ਕਹਿੰਦੇ ਅੱਤਵਾਦੀ ਆ। ਕੋਈ ਮੁਸਲਮਾਨ ਮਾੜਾ ਮੋਟਾ ਹੋਰ ਕਿਤੇ ਅੱਜ ਨਾ ਕੋਈ ਕਰ ਲਵੇ, ਉਹਨੂੰ ਕਹਿੰਦੇ ਅੱਤਵਾਦੀ ਆ। ਲੇਕਿਨ ਅੱਜ ਉਹੀ RSS ਵਾਲੇ ਲੋਕ ਆ ਵਿਜੇ ਦਸ਼ਮੀ ਤੇ ਸ਼ਾਸਤਰਾਂ ਦੀ ਪੂਜਾ ਕਰ ਰਹੇ ਆ। ਕੋਈ ਉਹਨਾਂ ਤੇ ਟਾਟਾ ਐਕਟ ਨਹੀਂ ਲੱਗਦਾ, ਕੋਈ ਉਹਨਾਂ ਤੇ ਦੂਸਰਾ। ਉਹਨਾਂ ਦੇ ਕੋਲ ਇੰਨੇ ਹਥਿਆਰ ਆ RSS ਵਾਲਿਆਂ ਤੋਂ, ਕਿਉਂ ਨਹੀਂ ਪਕੜਦੀ ਗਵਰਨਮੈਂਟ? ਕਿਉਂਕਿ ਉਹਨਾਂ ਦੀ ਆ। ਅੱਜ ਨੰਗਾ ਨਾਚ ਕਰ ਰਿਹਾ ਹਥਿਆਰਾਂ ਦਾ, ਉਹਨੂੰ ਟੈਲੀਵਿਜ਼ਨ ਤੇ ਵੀ ਦਿਖਾ ਲੈਣਾ ਕਿ ਸ਼ਾਸਤਰ ਪੂਜਾ ਕਰ ਰਹੇ ਆ। ਕਿੱਡੀ ਮਾੜੀ ਗੱਲ ਆ। ਦੋ ਕਾਨੂੰਨ ਨਹੀਂ ਚੱਲਦੇ। ਜੇ ਕੋਈ ਮਿਨੋਰਟੀ ਦਾ ਚੱਕ ਲਵੇ, ਜੇ ਕੋਈ ਮੁਸਲਮਾਨ ਚੱਕ ਲਵੇ ਹਥਿਆਰ, ਭਾਵੇਂ ਕੋਈ ਲਾਇਸੈਂਸੀ ਵੀ ਭਾਵੇਂ ਕਿਉਂ ਨਾ ਹੋਵੇ, ਉਹ ਤੇ ਕਹਿੰਦਾ ਵੀ ਇਹ ਖਤਰਾ ਆ ਦੇਸ਼ ਨੂੰ। ਜਿਹੜੀ ਮਿਨੋਰਟੀ ਦੀ ਗੱਲ ਕਰਦੇ ਆ, ਘੱਟ ਗਿਣਤੀ ਦੀ ਗੱਲ ਕਰਦੇ ਆਪਾਂ, ਜੇ ਯੂਪੀ ਦੇ ਵਿੱਚ ਇੱਕ ਪਿੰਡ ਦੇ ਵਿੱਚ ਕਿਸੇ ਵਿਚਾਰੇ ਦਲਿਤ ਨੇ ਕਾਰ ਲੈ ਆਂਦੀ ਵਧੀਆ, ਜੇ ਉਹਨੇ ਕਾਰ ਲੈ ਆਂਦੀ ਆ, ਉਹਨੂੰ ਹਿੰਦੂਆਂ ਨੇ RSS ਦੇ ਮੁੰਡਿਆਂ ਨੇ ਕੁੱਟ-ਕੁੱਟ ਕੇ ਵਿਚਾਰੇ ਨੂੰ ਮਰਨ ਕਰਾਰੇ ਕਰਤਾ ਕਿ ਤੂੰ ਸਾਡੇ ਬਰਾਬਰ ਕਾਰ ਕਿੱਦਾਂ ਲਿਆ ਸਕਦਾ ਨਵੀਂ, ਹੈਨਾ। ਸਰਪੰਚ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਵਿੱਚ ਕਿ ਜਿਹੜੇ ਇਹ 8 ਬੰਦੀ ਸਿੱਖਾਂ ਨੂੰ ਜਾਂ ਰਾਜੋਆਣਾ ਦੀ ਫਾਂਸੀ ਦੀ ਗੱਲ ਤੋਂ ਉਮਰ ਕੈਦ 'ਚ, ਮੈਂ ਪਹਿਲਾਂ ਵੀ ਕਿਹਾ, ਕਿਉਂਕਿ ਜਿਹੜੀ ਕਿਸੇ ਨੇ ਇਹਦੇ ਲਈ ਕੋਈ ਕੁਰਬਾਨੀ ਕੀਤੀ, ਮੰਨ ਲਓ ਕਿਸੇ ਨੇ ਸੰਘਰਸ਼ ਲੜਿਆ ਪਾਰਟੀ ਨੇ, ਸ਼੍ਰੋਮਣੀ ਅਕਾਲੀ ਦਲ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਦਿੱਲੀ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਉਹਨਾਂ ਨੇ ਪਹਿਲੇ ਦਿਨ ਤੋਂ ਹੀ 84 ਤੋਂ ਲੈ ਕੇ ਉਦੋਂ ਤੋਂ ਹੀ ਜਥੇਬੰਦੀਆਂ ਹੋਰ ਵੀ ਲੜਦੀਆਂ, ਲੇਕਿਨ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਇਸ ਨੂੰ ਪਾਸੇ ਨੂੰ ਕੀਤਾ ਵੀ ਅਸੀਂ ਇਹਦੇ ਬੈਕ ਕਰਦੇ ਲੜ ਦੇਣ ਲਈ। ਇਸੇ ਕਰਕੇ ਰਾਜੋਆਣਾ ਦੀ ਭੈਣ ਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਉਹਨਾਂ ਧੰਨਵਾਦ ਕੀਤਾ ਚੰਗੀ ਤਰ੍ਹਾਂ, ਹੈਨਾ, ਕਿ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਦੇ ਕਰਕੇ। ਜਿਹੜੀ ਦੂਜੀ ਸਜ਼ਾ ਦੀ ਗੱਲ ਆ, ਜੇ ਉਹਦੀ ਫਾਂਸੀ ਤੋਂ ਉਮਰ ਕੈਦ 'ਚ ਬਦਲੀ ਆ, ਉਮਰ ਕੈਦ ਦੀ ਸਜ਼ਾ 20 ਸਾਲ ਇੰਡੀਆ ਵਾਲੇ ਕਾਨੂੰਨ ਦੇ ਹਿਸਾਬ ਨਾਲ ਵੀ 20 ਸਾਲ ਆ, ਤੇ ਉਹਨਾਂ ਨੇ ਤਕਰੀਬਨ 24-25 ਸਾਲ ਉਹਨਾਂ ਨੂੰ ਅੰਦਰ ਬੈਠਿਆਂ ਨੂੰ ਹੋ ਗਏ, ਤੇ ਉਹ ਤਾਂ ਉਹਨਾਂ ਨੂੰ ਬਾਹਰ ਤੱਕ ਕਾਨੂੰਨ ਦੇ ਹਿਸਾਬ ਨਾਲ ਛੱਡਣਾ ਹੀ ਪੈਣਾ, ਹੈਨਾ। ਪਰ ਛੱਡਿਆ ਨਹੀਂ ਜਾਣਾ ਲੱਗਦਾ। ਇਹ ਤਾਂ ਸਿਆਸਤ ਹੈ ਨਾ। ਫਿਰ ਉਹਦੇ ਵਿੱਚ ਜਿਹੜੀ ਆਪਾਂ ਗੱਲ ਕਰਦੇ ਆ ਹਰਿਆਣੇ ਦੀ ਵੋਟਾਂ ਦੀ, ਜਿਹੜੀ ਜਲੰਧਰ ਹੁਣ ਇਹਨਾਂ ਦੀ ਮੀਟਿੰਗ ਹੋਈ ਆ ਅਕਾਲੀ ਦਲ ਦੀ ਤੇ BJP ਦੀ, ਕਿ ਆਪਾਂ ਪੰਜਾਬ ਚੈੱਕ ਰਹਿਣਾ। ਹਰਿਆਣੇ 'ਚ ਅੱਗੇ ਵੀ ਅਕਾਲੀ ਦਲ ਇਹਨਾਂ ਤੋਂ ਜੁਦਾ ਹੋ ਕੇ ਲੜ ਹਟਿਆ ਇਲੈਕਸ਼ਨ, ਪਰ ਉਦੋਂ ਉਹ ਚਟਾਲਾ ਪਰਿਵਾਰ ਦੇ ਨਾਲ ਸੀ। ਹੁਣ ਤਾਂ ਚਟਾਲਾ ਪਰਿਵਾਰ ਹੀ ਵਿਚਾਰਾ ਖਿੰਡਰਿਆ ਫਿਰਦਾ ਖਰਬੂਜੇ ਦੀਆਂ ਫਾੜੀਆਂ ਵਾਂਗੂ, ਹੈਨਾ। ਤੇ ਇਸ ਕਰਕੇ ਅਕਾਲੀ ਦਲ ਨੇ ਇਕੱਲਿਆਂ ਨੇ ਇਲੈਕਸ਼ਨ ਲੜਨੀ ਆ। ਉਹ ਅਕਾਲੀ ਦਲ ਦਾ ਇੱਕ ਲੈ ਕੇ ਅਕਾਲੀ ਦਲ ਉਹਨਾਂ ਨੇ 2 ਲਿਆ ਕੇ ਖੜੇ ਕਰਤੇ ਆਪਣੇ ਵੱਲੋਂ। ਇਹ ਤਾਂ ਸਿਆਸਤ ਆ। ਲੇਕਿਨ ਜਿੱਥੇ ਗੱਲ ਆਉਂਦੀ ਆ ਸਿੱਖਾਂ ਦੀ, ਗੱਲ ਆਉਂਦੀ ਆ ਘੱਟ ਗਿਣਤੀਆਂ ਦੀ। ਅੱਜ ਦੀ ਡੇਟ 'ਚ ਸਿੱਖਾਂ ਨਾਲ ਚਾਹੇ ਸਰਕਾਰ ਮੋਦੀ ਦੀ ਆ ਤੇ ਚਾਹੇ ਸਰਕਾਰ ਪਹਿਲਾਂ ਕਾਂਗਰਸ ਦੀ ਰਹੀ ਹੈ, 2 ਹੀ ਸਰਕਾਰਾਂ ਰਹੀਆਂ ਹੁਣ ਤੇ। ਸਿੱਖਾਂ ਨਾਲ ਹਮੇਸ਼ਾ ਹੀ ਮਾੜਾ ਹੋਇਆ, ਸਿੱਖਾਂ ਨਾਲ ਹਮੇਸ਼ਾ ਹੀ ਅਨਿਆਂ ਹੀ ਹੋਇਆ। ਇਹਨਾਂ ਨੂੰ ਇਨਸਾਫ ਨਹੀਂ ਮਿਲਿਆ। ਹਿੰਦੂਆਂ ਨੂੰ ਛੱਡ ਕੇ ਸਾਰਿਆਂ ਨਾਲ ਘੱਟ ਗਿਣਤੀ ਦੇ ਜਿਹੜੇ ਮਿਨੋਰਟੀ ਵਿੱਚ ਚਾਹੇ ਦਲਿਤ ਹੋਣ ਚਾਹੇ ਮੁਸਲਮਾਨ ਹੋਣ, ਸਾਰਿਆਂ ਨਾਲ ਧੱਕਾ ਹੋਇਆ। ਬਿਲਕੁਲ ਨਹੀਂ, ਪਰ ਹੋਇਆ, ਲੇਕਿਨ ਸਿੱਖਾਂ ਨਾਲ ਜ਼ਿਆਦਾ ਹੋਇਆ।
ਨਹੀਂ ਪਹਿਲਾਂ ਸਿੱਖ ਜਿਹੜੇ ਜਾਗਦੀ ਕੌਮ ਆ, ਆਹੋ ਜੰਗਜੂ ਕੌਮ ਆ, ਇੱਕ ਏਰੀਏ ਵਿੱਚ ਇਹ ਬੈਠੇ ਆ, ਬਿਲਕੁਲ। ਹੋਇਆ ਦੂਜੇ ਨਾਲ ਬਹੁਤ ਜ਼ਿਆਦਾ ਧੱਕਾ ਆ, ਲੇਕਿਨ ਉਹਨਾਂ ਤਾਂ ਖਬਰ ਵੀ ਨਹੀਂ ਛਪਦੀ ਵਿਚਾਰਿਆਂ ਦੀ। ਓਕੇ ਉਹਨਾਂ ਲੋਕਾਂ ਦੀ ਖਬਰ ਨਹੀਂ ਛਪਦੀ, ਉੱਥੇ ਕੋਈ ਪੇਪਰ ਨਹੀਂ ਹੈਗਾ, ਉਹਨਾਂ ਦਾ ਕੋਈ ਸਪੈਸੀਫਿਕ ਰਿਲੀਜਨ ਨਹੀਂ ਹੈਗਾ। ਉਹ ਨਾ ਵੱਖ-ਵੱਖ ਇੱਕ ਨਾ ਫਿਰਕਿਆਂ ਵਿੱਚ ਵੰਡੇ ਹੋਏ ਲੋਕ ਆ। ਹੁਣ ਤੁਸੀਂ ਦੇਖੋ ਧਰਮ ਦਾ ਬੜਾ ਫਾਇਦਾ ਹੁੰਦਾ। ਆਪ ਸਿੱਖ ਇੱਥੇ ਕੋਈ ਬੈਠਾ, ਉਹਦੀ ਅਮਰੀਕਾ ਅੱਜ ਆਪਾਂ ਦੇਖੋ ਸੰਦੀਪ ਸਿੰਘ ਮਾਰਿਆ ਅਸੀਂ ਦੁੱਖ ਹੈ ਇਸ ਗੱਲ ਦਾ, ਅਸੀਂ ਉਹਦੇ ਸਾਡੇ ਪਰਿਵਾਰ ਨਾਲ ਹਮਦਰਦੀ ਆ। ਬਹੁਤ ਮਾੜੀ ਗੱਲ ਹੋਈ। ਸਾਡਾ ਭਰਾ ਸੀਗਾ, ਸਾਡਾ ਬੱਚਾ ਸੀਗਾ, ਸਾਡਾ ਪੰਜਾਬੀ, ਸਾਡਾ ਮਾਣ ਸੀਗਾ, ਇੱਕ ਦਸਤਾਰਧਾਰੀ, ਪਹਿਲਾ ਦਸਤਾਰਧਾਰੀ ਸੀਗਾ। ਅੱਜ ਕਿਉਂ ਉਹਦੀ ਪਛਾਣ ਕੀਤੀ ਹੈ, ਕਿਉਂ ਥਾਂ ਉਹਨੂੰ ਯਾਦ ਕਰ ਰਿਹਾ, ਕਿਉਂਕਿ ਸਿੱਖ ਸੀ, ਉਹਦੀ ਪਹਿਚਾਣ ਆ, ਇੱਕ ਤੌਰ ਤੇ ਉਹਦੀ ਪਹਿਚਾਣ ਆ। ਪਰ ਜਿਹੜੇ ਦੂਸਰੇ ਵਿਚਾਰੇ ਲੋਕ ਆ, ਉਹਨਾਂ ਦੀ ਪਹਿਚਾਣ ਹੈ ਨਹੀਂਗੀ, ਉਹ ਵੱਖਤਾ ਬੈਠੇ, ਉਹਨਾਂ ਦਾ ਧੱਕਾ ਬਹੁਤ ਹੋਇਆ। ਹੁਣ ਦੇਖੋ ਮੁਸਲਮਾਨਾਂ ਕਿੰਨੇ ਬੰਦੇ ਮਾਰੇ ਆ, ਚਾਹੇ ਉਹ ਗਾਂ ਦੇ ਨਾਂ ਤੇ ਹੋ ਗਏ, ਚਾਹੇ ਉਹ ਚੰਮ ਕੱਢਣ ਦੇ ਨਾਂ ਤੇ ਹੋ ਗਏ, ਚਾਹੇ ਉਹਨਾਂ ਜਿਹੜਾ ਪਹਿਲੂ ਖਾਨ, ਜਿਹੜਾ ਰਾਜਸਥਾਨ ਦੇ ਪਹਿਲੂ ਖਾਨ ਨੂੰ ਮਾਰਿਆ ਜਿਹਨਾਂ ਬੰਦਿਆਂ ਨੇ, ਉਹਨਾਂ ਨੂੰ ਸਾਲ ਤੋਂ ਪਹਿਲਾਂ ਛੱਡ ਹੀ ਦਿੱਤਾ, ਉਹਨਾਂ ਨੂੰ ਬਰੀ ਕਰ ਦਿੱਤਾ। ਤੁਸੀਂ ਦੇਖੋ ਇੱਕ ਪਾਸੇ 25 ਸਾਲ ਦੀ ਸਜ਼ਾ ਕੱਟਣ ਵਾਲੇ ਲੋਕ ਆ, ਉਹ ਜੇਲ੍ਹਾਂ ਵਿੱਚ ਬੈਠੇ ਆ, ਉਹਨਾਂ ਦੀ ਅਪੀਲ ਦਲੀਲ ਕੋਈ ਨਹੀਂ। ਆਹ ਮੁੰਡਾ ਵਿਚਾਰਾ ਜੱਗੀ ਇੰਗਲੈਂਡ ਤੋਂ ਗਿਆ, ਉਦੋਂ ਹੀ ਕਹਿਤਾ ਜੀ ਸਪੋਰਟ ਕਰਦਾ, ਪੈਸੇ ਦਿੰਦਾ, ਉਹ ਵਿਚਾਰਾ 2-3 ਸਾਲ ਉਹਨੂੰ ਜੇਲ੍ਹਾਂ 'ਚ ਫਿਰਦੇ। ਕਿਉਂ ਹੋ ਰਿਹਾ? ਇਦਾਂ ਦੇ ਅਨੇਕਾਂ ਇਦਾਂ ਦੇ ਕੇਸ ਆਪਾਂ ਪੁੱਟ ਕਰ ਸਕਦੇ ਹਾਂ। ਬਲਿਆਰ ਸਿੰਘ ਜੀ, ਜਿੱਦਾਂ ਇਹਨਾਂ ਨੇ ਗੱਲ ਕੀਤੀ ਆ ਪਹਿਲਾਂ, ਤੇ ਆਪਣੇ ਸੰਦੀਪ ਸਿੰਘ ਧਾਲੀਵਾਲ ਦੀ ਗੱਲ ਕੀਤੀ ਆ, ਤੁਸੀਂ ਇਹ ਦੇਖੋ ਜਿਸ ਤਰ੍ਹਾਂ ਉਹਦਾ ਮਾਣ ਇੱਜ਼ਤ ਸਿੱਖ ਦਾ ਹੋਇਆ, ਉਸ ਤੋਂ ਬਾਅਦ ਉਹਦੇ ਫਿਊਨਰਲ ਤੇ ਉਹਦਾ ਮਾਣ ਇੱਜ਼ਤ ਹੋਇਆ, ਉਹਦੇ ਘਰਦਿਆਂ ਨੂੰ ਸਨਮਾਨ ਕੀਤਾ ਗਿਆ, ਇੱਕ ਸਟੇਡੀਅਮ ਬੁੱਕ ਕਰਕੇ ਉੱਥੇ ਫੋਟੋ। ਬਿਲਕੁਲ ਓਕੇ। ਦੂਸਰੀ ਚੀਜ਼ ਤੁਸੀਂ ਇਹ ਦੇਖੋ, ਜਿਹੜੀ ਨਿਆਂ ਦੀ ਗੱਲ ਕੀਤੀ ਜਾਵੇ, ਨਿਆਂ ਤੁਸੀਂ ਇਹ ਦੇਖੋ ਕਿ ਜਿਸਨੇ ਗੋਲੀ ਮਾਰੀ ਆ ਉਸਨੇ ਜੱਜ ਨੇ ਸਜ਼ਾ ਸਟੇਟ ਵੇ ਇੱਕ ਡੇਟ ਦੇ ਵਿੱਚ ਉਹਨੂੰ ਫਸਟ ਡੇਟ ਦੇ ਵਿੱਚ ਹੀ ਸਜ਼ਾ ਦੇ ਕੇ ਪੈਨ ਤੋੜਤਾ ਤੇ ਫਾਂਸੀ ਸਜ਼ਾ ਜੀ। ਅਗਲੀ ਅਪੀਲ ਹੀ ਨਹੀਂ ਕੋਈ। ਇਹ ਨਿਆਂ ਇਹ ਉਹਨਾਂ ਮੁਲਕਾਂ 'ਚ ਆ, ਜੇ ਆਪਾਂ ਇੱਥੇ ਬੈਠੇ ਆ, ਇੱਥੇ ਆਪਾਂ ਵੀ ਕਹਿ ਦਿੰਦੇ ਆ ਲੈ ਵੀ ਇਨਸਾਫ ਨਹੀਂ ਮਿਲਿਆ, ਕਈ ਵਾਰੀ ਆਪਾਂ ਕਹਿ ਦਿੰਦੇ ਆ ਫਟਾਫਟ, ਲੇਕਿਨ ਇਹ ਚੀਜ਼ ਦੇਖਦੇ ਇਨਸਾਫ ਦਿੰਦੇ ਆ ਜੀ। ਲੇਕਿਨ ਜੇ ਆਪਾਂ ਗੱਲ ਕਰੀਏ ਪਾਕਿਸਤਾਨ ਦੀ, ਭਾਰਤ ਦੀ, ਬੰਗਲਾਦੇਸ਼ ਦੀ, ਜਾਂ ਏਸ਼ੀਆ ਦੇ ਹੋਰ ਕਈ ਅਨੇਕਾਂ ਦੇਸ਼ ਆ, ਉੱਥੇ ਤਾਂ ਇਨਸਾਫ ਤੁਹਾਡੀ ਖੁਦ ਦੀ ਤੁਹਾਡੇ ਕੋਲੋਂ ਚੀਜ਼ ਚੱਕ ਕੇ ਕਹਿੰਦੇ ਸਾਡੀ। ਮੈਂ ਗੱਲ ਤੁਹਾਡੇ ਜੋੜਦਾ, ਤੁਸੀਂ ਕਹਿੰਦੇ ਕਿ ਅਸੀਂ ਕਹਿੰਦੇ ਅਸੀਂ ਸਾਰੇ ਪਾਕਿਸਤਾਨ ਨੂੰ ਨਿੰਦਦੇ ਆ, ਠੀਕ ਜੀ, ਪਾਕਿਸਤਾਨ ਆ। ਉੱਥੇ ਦਾ ਇੱਕ ਛੋਟਾ ਡਿਸਟ੍ਰਿਕਟ ਜੱਜ ਮੈਜਿਸਟ੍ਰੇਟ ਨੇ ਨਵਾਜ਼ ਸ਼ਰੀਫ ਪ੍ਰਾਈਮ ਮਿਨਿਸਟਰ ਨੂੰ ਫੜ ਕੇ ਅੰਦਰ ਦਿੱਤਾ ਦੇ ਹੁਕਮਾਂ। ਬਿਲਕੁਲ ਉੱਥੇ ਪਾਕਿਸਤਾਨ 'ਚ ਨਿਆਂ ਹੈਗਾ। ਯੂਐਨਓ ਦੇ ਵਿੱਚ 3 ਮੁਲਕ ਉਹ ਕਹਿੰਦੇ ਸਾਨੂੰ ਨਾ ਇੰਡੀਆ ਵਿੱਚ ਨਹੀਂ ਸਾਨੂੰ ਜਾਣ ਨਹੀਂ ਦਿੰਦੇ, ਸਾਨੂੰ ਜਿਹੜੇ ਹਿਊਮਨ ਰਾਈਟਸ ਵਾਲੇ ਆ, ਉਹਦੇ ਵਿੱਚ ਚਾਈਨਾ, ਉਹਦੇ ਵਿੱਚ ਨਾਰਥ ਕੋਰੀਆ, ਤੇ ਉਹਦੇ ਵਿੱਚ ਇੰਡੀਆ। ਹਾਲੇ ਉਹ ਕਹਿੰਦੇ ਪਾਕਿਸਤਾਨ ਵਾਲਿਆਂ ਨੂੰ ਕਹਿੰਦੇ ਸਾਡੇ ਦੇਸ਼ ਵਿੱਚ ਦੇਖ ਲਓ ਜੇ ਹਿਊਮਨ ਰਾਈਟਸ ਜਿਹੜੇ ਵਾਇਓਲੇਟ ਹੋ ਰਹੇ ਆ, ਤੁਸੀਂ ਦੇਖ ਸਕਦੇ ਆ। ਲੇਕਿਨ 3 ਕੰਟਰੀ ਉਹ ਕਹਿੰਦੇ ਬਲੈਕ ਲਿਸਟਡ ਆ, ਜਿਹੜੇ ਕਿ ਸਾਨੂੰ ਇੰਡੀਆ ਵਿੱਚ ਆਉਣ ਨਹੀਂ ਦਿੰਦੇ। ਇਹ ਸਾਨੂੰ ਮੋਦੀ ਐਂਡ ਪਾਰਟੀ ਜਿਹੜੇ ਆਰਐਸਐਸ ਦੇ ਲੋਕ ਆ, ਸਾਨੂੰ ਕੁੱਟਦੇ ਵੀ ਆ, ਸਾਨੂੰ ਰੋਲ ਵੀ ਨਹੀਂ ਦਿੰਦੇ। ਅਸੀਂ ਦੇਸ਼ ਦੇ ਵਿੱਚ ਚੀਕਾਂ ਵੀ ਨਹੀਂ ਸੁਣਦੇ ਸਾਡੀਆਂ। ਇਹ ਸਰਪੰਚ ਉਹਨਾਂ ਦੀ ਗੱਲ ਦੇ ਨਾਲ ਇੱਕ ਹੋਰ ਮੈਂ ਸਹਿਮਤੀ ਪੇਸ਼ ਕਰਦਾ ਜਾਵਾਂ ਸੰਘ ਦਰਸ਼ਕਾਂ ਦੇ ਨਾਲ, ਕਿ ਜਿਹੜੀ ਗੱਲ ਇਹਨਾਂ ਨੇ ਕਹੀ ਹੈ ਨਾ ਕਿ ਬੀਜੇਪੀ ਤੇ ਜਾਂ ਜਿਹੜੇ ਆਪਣੇ ਇਹ ਆਰਐਸਐਸ ਵਾਲੇ ਆ, ਇਹਨਾਂ ਨੇ ਆਪਣੀ ਪੰਜਾਬ ਦੇ ਵਿੱਚ ਮੈਜੋਰਟੀ ਬਣਾਉਣ ਦੇ ਲਈ ਹਨਾ ਇਹ ਸਟੈਪ ਵੀ ਚੱਕਿਆ ਜਾ ਸਕਦਾ ਜੀ, ਕੋਈ ਇਹ 'ਚ ਸ਼ੱਕ ਨਹੀਂ ਹੈਗੀ ਹਨਾ। ਜਿੱਦਾਂ ਆਪਾਂ ਕਈ ਵਾਰੀ ਪਹਿਲੀਆਂ ਗੱਲਾਂ 'ਚ ਕਰਦੇ ਰਹੇ ਹਾਂ ਇਲੈਕਸ਼ਨਾਂ ਦੇ ਟਾਈਮ 'ਚ ਵੀ, ਕਿੱਦਾਂ ਕਿ ਬਈ ਇਹਨਾਂ ਨੇ ਹੁਣ ਮੰਗ ਕੀਤੀ ਆ ਕਿ ਬਈ ਅਸੀਂ 3 ਸੀਟਾਂ ਦੇ ਵਿੱਚੋਂ 2 ਲੈ ਕੇ ਗਏ ਆ, ਤੁਸੀਂ 10 ਸੀਟਾਂ ਦੇ ਵਿੱਚੋਂ 2 ਲੈ ਕੇ ਗਏ ਆ ਹਨਾ, ਕਿ ਬਈ ਸਾਡੀ ਮੈਜੋਰਟੀ ਦੇ ਨਾਲ ਅਸੀਂ ਪੰਜਾਬ 'ਚ ਅਸੀਂ ਆਪਣੇ ਆਪ 'ਚ ਲੜਨਾ ਹੈ ਜੀ। 50-50 ਓਕੇ। ਨਹੀਂ ਉਹ ਜਿਹੜੀ ਇਹ ਚੀਜ਼ਾਂ ਬੜਾ ਸਭੀ ਤਾਂ ਜਦੋਂ ਦੀ ਰਿਲਾਇੰਸ ਇਹਨਾਂ ਦਾ ਹੋਇਆ ਅਕਾਲੀ ਦਲ ਦਾ, ਬੀਜੇਪੀ ਦਾ, ਇਹ ਉਦੋਂ ਤੋਂ ਉਹਨਾਂ ਦੇ ਕੁਛ ਲੀਡਰ ਉਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਬਿਆਨ ਦੇਣੇ ਹੁੰਦੇ ਆ। ਦੇਖੋ ਜਿਹੜੀ ਮੈਂ ਗੱਲ ਕਰ ਲੱਗਿਆ ਕਿ ਵੀ ਸਿਵਲ ਵਾਰ ਜਿਹੜੀ ਇਹਨਾਂ ਨੇ ਵੀ ਗੱਲ ਕੀਤੀ ਆ, ਸਿਵਲ ਵਾਰ ਲੱਗਣ ਦਾ ਡਰ ਇਸ ਕਰਕੇ ਆ, ਜਿਹੜੀ ਕਿ ਅਮਿਤ ਸ਼ਾਹ ਨੇ ਹੁਣ ਗੱਲ ਕੀ ਅੱਜ ਦੀ ਜਿਹੜੀ ਨਿਊਜ਼ ਬ੍ਰੇਕਿੰਗ ਨਿਊਜ਼ ਦੇ ਵਿੱਚ ਆਈ, ਕਿ ਉਹਨੇ ਕਹਿਤਾ ਕਿ ਵੀ ਜਿਹੜਾ ਹਿੰਦੁਸਤਾਨ ਦੇ ਵਿੱਚ ਰਹਿੰਦਾ ਉਹ ਹਿੰਦੂ ਆ, ਕੋਈ ਵੀ ਕਾਸਟ ਹਿੰਦੂ ਬਣ ਕੇ ਰਹਿਣਾ ਪਊ। ਜਿਹੜੀ ਰਾਜੋਆਣ ਵਾਲੀ ਹੁਣ ਇਹਨੇ ਗੱਲ ਕੀਤੀ ਸੀ ਕਿ ਵੀ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ, ਜਿਹੜੇ ਬਿੱਟੂ ਨਹੀਂ ਕਹਿੰਦੇ ਕਿ ਉਹ ਸੰਵਿਧਾਨ ਨੂੰ ਮੰਨੇ ਤਾਂ ਮੈਂ ਉਹਦੇ ਹਰ ਪਾਣ ਜਾਊਂਗਾ ਗੱਲ 'ਚ, ਉਹਦੇ ਨਾ ਮੰਨਣ ਦੀਆਂ ਗੱਲਾਂ ਤਾਂ ਇਹ ਆ ਕਿ ਵੀ ਸਿੱਖਾਂ ਨਾਲ ਤੇ ਛੋਟੀਆਂ ਹੋਰ ਕਾਸਟਾਂ ਦੇ ਨਾਲ ਜਾਂ ਉਹਨਾਂ ਦੇ ਨਾਲ ਬਦਕੀ ਹੋ ਰਹੀ ਆ ਹਨਾ, ਉਹਨਾਂ ਲਈ ਯਾਨੀ ਇੱਕ ਲਈ ਲਾ ਹੋਰ ਆ ਸੇਮ ਕਤਲ ਦਾ, ਦੂਸਰੇ ਲਈ ਹੋਰ ਆ ਹਨਾ। ਸੋ ਬਦਲ ਜਾਨੀ ਸੰਵਿਧਾਨ ਦੇ ਹਿਸਾਬ ਨਾਲ ਉੱਥੇ ਕੋਈ ਵੀ ਨਹੀਂ ਗੱਲ ਚੱਲਦੀ, ਜਿਹਦੇ ਕਰਕੇ ਉਹਨਾਂ ਨੇ ਰਾਜੋਆਣ ਨਾਲ ਉਹਨਾਂ ਨੇ ਕਿਹਾ ਸੀਗਾ ਕਿ ਬਈ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ।
ਹਾਂਜੀ ਉਹਨਾਂ ਮਤਲਬ ਕੋਈ ਗਿਲਾ ਨਹੀਂ ਕੀਤਾ ਸੰਵਿਧਾਨ ਤੇ। ਬਿਲਕੁਲ, ਸੰਵਿਧਾਨ ਦੇ ਮੈਂ ਇਸ ਗੱਲ 'ਤੇ ਵਾਧਾ ਕਰ ਜਾਵਾਂ ਚਲੋ, ਕਿ ਮੈਂ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦੇ, ਇਹ ਮਨੂਵਾਦ ਦੀ ਜਿਹੜੀ ਉਹਨਾਂ ਦੀ ਮਨੂ ਸਿਮਰਤੀ ਆ ਉਹਨੂੰ ਮੰਨਦੇ ਆ। ਉਹਦੇ ਮੁਤਾਬਕ ਫੈਸਲੇ ਕਰ ਰਿਹਾ, ਇਸ ਲਈ ਭਾਰਤ ਚਲੋ ਨੂੰ ਆਪਾਂ ਕਿਉਂਕਿ ਆਪਣੇ ਨਾਲ ਪਰਵਿੰਦਰ ਸਿੰਘ ਜੀ ਟੁਰਨਾ ਜਿੱਦਾਂ ਮੈਂ ਪਹਿਲਾਂ ਸ਼ੁਰੂ ਕਰਕੇ ਕਿਹਾ ਸੀ ਕਿ ਥੋੜਾ ਜਿਹਾ ਲੇਟ ਹੋ ਗਏ, ਲੇਕਿਨ ਫਿਰ ਵੀ ਕਿਉਂਕਿ ਇੰਗਲੈਂਡ ਆ ਟ੍ਰੈਫਿਕ ਹੋ ਜਾਂਦਾ ਕਈ ਜਮਾਨਾ ਕੁਛ ਨਾ, ਲੇਕਿਨ ਮੈਂ ਰਿਣੀਆਂ ਤੁਹਾਡਾ ਤੁਸੀਂ ਜੀ ਆਇਆਂ ਕਰਨੇ ਇਹਨਾਂ ਨੂੰ ਜੀ ਆਇਆਂ ਤੁਹਾਨੂੰ ਆਖਦਾ ਤੇ ਤੁਸੀਂ ਜਿਹੜੇ ਕਿਤੇ ਨਾਲ ਜੁੜੇ ਹੋਏ ਆ, ਕਿਉਂਕਿ ਅਸੀਂ ਤੇ ਆਪਣੀਆਂ ਜਿਹੜੀਆਂ ਗੱਲਾਂ ਹੀ ਆਪਣੇ ਹਿਸਾਬ ਨਾਲ ਕਰਨੀਆਂ। ਜੇ ਪੜ੍ਹਿਆ ਲਿਖਿਆ ਬੰਦਾ ਉਸ ਹਿਸਾਬ ਨਾਲ ਗੱਲ ਕਰਦਾ, ਅਸੀਂ ਤਾਂ ਤਿੰਨੇ ਨੂੰ ਪੜ੍ਹ ਬੈਠੇ ਆ, ਤੁਸੀਂ ਆਪਣੇ ਹਿਸਾਬ ਨਾਲ ਗੱਲ ਕਰਨੀ ਆ ਕਿ ਜਿਹੜੀਆਂ 8 ਸਿੱਖਾਂ ਦੀਆਂ ਸਜ਼ਾਵਾਂ ਮਾਫ ਕਰਕੇ ਉਹਨਾਂ ਨੂੰ 550 ਸਾਲਾਂ ਤੇ ਰਿਹਾ ਕਰ ਦੇਣਾ। ਜੀ ਸਜ਼ਾਵਾਂ ਮਾਫ ਨਹੀਂ, ਸੌਰੀ ਸਜ਼ਾ ਤੋਂ ਵਿਚਾਰੇ ਉਦੋਂ ਜ਼ਿਆਦੀਆਂ ਭੁਗਤ ਚੁੱਕੇ ਆਪਾਂ ਕਹੀਏ ਪਹਿਲਾਂ, ਪਰ ਗਵਰਨਮੈਂਟ ਨੇ ਗੱਲ ਗਵਰਨਮੈਂਟ ਨੇ ਕਹੀ ਕਿ ਅਸੀਂ ਮਾਫ ਕਰ ਦਿੱਤੀ ਜੀ। ਹਾਂ, ਤੇ ਭਾਈ ਰਾਜੋ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਕੀਤਾ, ਜਿਹੜੀ ਉਹ ਵੀ ਉਦੋਂ ਜ਼ਿਆਦਾ ਉਹ ਕੱਟ ਚੁੱਕੇ। ਜ਼ਿਆਦਾ ਖੜ ਚੁੱਕੇ ਜੀ। ਤੁਸੀਂ ਇਹਦੇ ਬਾਰੇ ਸਾਰੇ ਕੁਛ ਬਾਰੇ ਮਾੜਾ ਜਿਹਾ ਕੀ ਕਹਿਣਾ ਚਾਹੁੰਦੇ ਹੋ, ਦੱਸੋ। ਪਹਿਲੀ ਗੱਲ ਤੇ ਇਹ ਹੈਗੀ ਆ ਕਿ ਪਹਿਲੀ ਗੱਲ ਮੈਂ ਤੁਹਾਡੀ ਗੱਲ ਕਰ ਲਾਂ ਕਿ ਤੁਸੀਂ ਸਾਰੇ ਬਹੁਤ ਮਹਾਨ ਆ, ਸਾਰੇ ਬਹੁਤ ਵਧੀਆ। ਦੇਖੋ ਜਿਹੜੇ ਤੁਸੀਂ ਆਪਣੇ ਕੀਮਤੀ ਟਾਈਮ ਕੱਢ ਕੇ ਆਏ ਹੈਗੇ ਆ, ਆਪਣੀ ਜਿਹੜੀ ਕੌਮ ਆ ਉਹਦੀ ਰੂਨਮਾਈ ਕਰਦੇ ਆ, ਤੇ ਜੋ ਅਸਲੀਅਤ ਆ ਉਹ ਇਸ ਚੈਨਲ ਦੇ ਥਰੂ ਆਪਣੇ ਜਿਹੜੇ ਸਰੋਤੇ ਉਹਨਾਂ ਤੇ ਪਹੁੰਚਾਉਂਦੇ ਆ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈਗਾ। ਔਰ ਹਰ ਇੱਕ ਸਿੱਖ ਨੂੰ, ਸਾਡੇ ਭੈਣ ਭਰਾਵਾਂ ਨੂੰ, ਜੋ ਵੀ ਜਿੱਥੇ ਹੈਗਾ ਉਹਨੂੰ ਆਪਣੇ ਪੰਜਾਬ ਲਈ, ਪੰਜਾਬੀਅਤ ਲਈ, ਆਪਣੇ ਸਿੱਖਾਂ ਲਈ ਜੋ ਵੀ ਕਰ ਸਕਦਾ ਉਹਨੂੰ ਜ਼ਰੂਰ ਕਰਨਾ ਚਾਹੀਦਾ ਹੈਗਾ। ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਸੀ, ਜਿਸ ਤਰ੍ਹਾਂ ਇਹਨਾਂ ਭਾਈ ਸਾਹਿਬ ਨੂੰ ਕਿਹਾ, ਜ਼ਰੂਰ ਜਿਹੜੀਆਂ ਘੱਟ ਖੇਡਦੀਆਂ ਇਸ ਵੇਲੇ ਹੈਗੀਆਂ ਇੰਡੀਆ ਦੇ ਵਿੱਚ, ਉਹਨਾਂ ਨੂੰ ਖਤਰਾ ਹੈਗਾ, ਉਹਨਾਂ ਨੂੰ ਬਿਲਕੁਲ ਖਤਰਾ ਹੈਗਾ। ਤੇ ਇਸ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ, ਆਪਣੇ ਹੱਕ ਤੇ ਉੱਥੇ ਵੀ ਪਹਿਰਾ ਦੇਣਾ ਚਾਹੀਦਾ, ਬਹੁਤ ਲੋੜ ਹੈ। ਤੇ ਹੁਣ ਆਪਾਂ ਗੱਲ ਕਰਦੇ ਹੈਗੇ ਆ ਕਿ ਜਿਹੜੇ 8 ਸਿੰਘਾਂ ਦੀ ਰਿਹਾਈ ਦੀ ਗੱਲ ਜਾਂ ਰਾਜੋਆਣਾ ਸਾਹਿਬ ਦੀ ਰਿਹਾਈ ਦੀ ਗੱਲ ਆ, ਸਭ ਤੋਂ ਪਹਿਲਾਂ ਇਹ ਕਿ ਜਿਹੜਾ ਦੇਸ਼ ਨੂੰ ਚਲਾਉਂਦਾ ਉਹ ਸੰਵਿਧਾਨ, ਜਿਹੜਾ ਕਨਸਟੀਟਿਊਸ਼ਨ ਆ ਉਹ ਚਲਾਉਂਦਾ ਹੈਗਾ, ਠੀਕ ਹੈ। ਜੇ ਕੋਈ ਗੁਨਾਹ ਕਾਨੂੰਨ ਦੀ ਨਿਗਾਹ ਦੇ ਵਿੱਚ ਕੋਈ ਗੁਨਾਹ ਹੈਗਾ ਤੇ ਕਾਨੂੰਨ ਉਹਨੂੰ ਸਜ਼ਾ ਦਿੰਦਾ, ਔਰ ਜਦੋਂ ਕਾਨੂੰਨ ਸਜ਼ਾ ਦਿੰਦਾ, ਜਿਹੜੀ ਉਮਰ ਕੈਦ ਜਿੱਦਾਂ 14 ਸਾਲ, ਜਿਹੜੀ ਫਾਂਸੀ ਦੀ ਸਜ਼ਾ ਉਹ ਫਾਂਸੀ ਦੀ ਸਜ਼ਾ। ਔਰ ਸੁਪਰੀਮ ਕੋਰਟ ਨੇ ਆਪ ਕਿਹਾ ਕਿ ਜਿਸ ਬੰਦੇ ਨੇ 14 ਸਾਲ ਦੀ ਸਜ਼ਾ ਕੱਟ ਲਈ ਉਹਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ, 2 ਸਜ਼ਾਵਾਂ ਨਹੀਂ ਹੋ ਸਕਦੀਆਂ। ਫਾਂਸੀ ਆ, ਜਿੱਦਾਂ ਤੁਹਾਨੂੰ ਫਾਂਸੀ ਦੀ ਸਜ਼ਾ ਹੋ ਗਈ ਆ, ਉਹਦਾ ਟਾਈਮ ਹੋ ਗਿਆ, ਅਪੀਲ ਦਾ ਪੀਰੀਅਡ ਮੁੱਕ ਗਿਆ, ਉਹਨੂੰ ਐਗਜ਼ੀਕਿਊਟ ਕਰ ਦਿਓ। ਦੈਟ ਇਜ਼ ਇਹ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ, ਐਗਜ਼ੀਕਿਊਟ ਕਰਨਾ, ਉਹਨੂੰ ਲਾਗੂ ਕਰਨਾ ਜਾਂ ਉਹਨੂੰ ਫਾਂਸੀ ਦੇਣਾ। ਜੇ ਗਵਰਨਮੈਂਟ ਨਹੀਂ ਫਾਂਸੀ ਦਿੰਦੀ, ਹੁਣ ਜਿਹੜੇ 14 ਸਾਲ ਜਾਂ 16 ਸਾਲ ਹੋ ਗਏ, 24 ਤੋਂ ਉੱਪਰ ਹੋ ਗਿਆ, ਜਾਂ 24 ਤੋਂ ਉੱਪਰ, ਇਹ ਤਾਂ ਫਾਂਸੀ ਤੋਂ ਵੀ ਉੱਪਰ ਦੀ ਗੱਲ ਹੋ ਗਈ, ਉਹਦੀ ਲਾਈਫ ਹੀ ਖਤਮ ਕਰ ਦਿੱਤੀ। ਔਰ 24 ਘੰਟੇ ਡਰਿਆ ਵੀ ਕਦੋਂ ਫਾਂਸੀ ਦੇ ਦੇਣੀ। ਹਾਂ, ਠੀਕ ਹੈ। ਦੇਖੋ ਜਿਹੜੇ ਰਾਜੋਆਣਾ ਸਾਹਿਬ ਹੈ, ਜੇ ਆਪਾਂ ਉਹਨਾਂ ਦੀ ਸੋਚ ਤੇ ਪਹਿਰਾ ਦਈਏ, ਉਹਨਾਂ ਕਦੀ ਆਪਣਾ ਵਕੀਲ ਨਹੀਂ ਕੀਤਾ, ਬਿਲਕੁਲ ਅੱਜ ਤੱਕ ਜਿੱਥੋਂ ਤੇ ਮੈਂ ਜਾਣਦਾ, ਉਹਨਾਂ ਨੇ ਕਦੀ ਆਪਣੀ ਸਜ਼ਾ ਨੂੰ ਘੱਟ ਕਰ ਲਈ ਜਾਂ ਮਾਫੀ ਦੀ ਕਦੀ ਵਰਦੀ ਨਹੀਂ। ਰਾਤ ਨੂੰ ਸੁਪਰੀਮ ਕੋਰਟ ਜੱਜ ਨੂੰ ਇਹ ਕਿਹਾ ਕਿ ਮੈਨੂੰ ਸਜ਼ਾ ਦਿੱਤੀ ਜਾਵੇ, ਜੋ ਕਾਨੂੰਨ ਨੇ ਸਜ਼ਾ ਦਿੱਤੀ ਉਹਨੂੰ ਲਾਗੂ ਕੀਤਾ ਜਾਵੇ। ਮਤਲਬ ਉਹਨਾਂ ਨੇ ਠੋਕ ਕੇ ਆਪਣੇ ਤੇ ਪਹਿਰਾ ਦਿੱਤਾ ਹੈਗਾ, ਆਪਣੇ ਹੱਕ ਤੇ ਉਹਨਾਂ ਨੇ ਜੋ ਉਹਨਾਂ ਕਿਹਾ ਉਹਨਾਂ ਕਰਕੇ ਦਿਖਾਇਆ ਹੈਗਾ, ਠੀਕ ਹੈ। ਜਿਹੜੀ ਸੰਵਿਧਾਨ ਦੀ ਗੱਲ ਹੈ, ਉਹ ਗੁੱਸੇ ਚ ਆ ਕੇ, ਕਿਉਂਕਿ ਉਹ ਸਮਝਦੇ ਸਾਡੇ ਨਾਲ ਇਨਸਾਫ ਨਹੀਂ ਹੋ ਰਿਹਾ, ਘੱਟ ਗਿਣਤੀ ਨਾਲ ਇਨਸਾਫ ਨਹੀਂ ਹੁੰਦਾ, ਉਹਨਾਂ ਨੂੰ ਇੱਕ ਗਿਲਾ ਸੀ। ਦੇਖੋ ਆਪਣੇ ਤੇ ਮਾਣ ਹੁੰਦਾ, ਆਪਣੇ ਤੇ ਗੁੱਸਾ ਹੁੰਦਾ, ਠੀਕ ਹੈ। ਉਹਨਾਂ ਨੂੰ ਗੁੱਸਾ ਸੀ, ਉਹਨਾਂ ਗੁੱਸੇ 'ਚ ਗੱਲ ਕਹੀ ਹੈਗੀ, ਔਰ ਕੋਰਟ ਦੇ ਵਿੱਚ ਇਹ ਗੱਲ ਕਹੀ ਆ, ਸ਼ਰੇਆਮ ਕਹੀ ਆ, ਉਹ ਅੱਜ ਵੀ ਉੱਤੇ ਪਹਿਰਾ ਦਿੰਦੇ ਆ। ਔਰ ਜੋ ਉਹ ਗੱਲ ਕਹਿੰਦੇ ਹੈਗੇ ਆ, ਜੇ ਆਪਾਂ ਆਪਣੀ ਲਾਈਫ ਦੇ ਵਿੱਚ ਦੇਖੀਏ ਜਾਂ ਪੰਜਾਬ ਦੇ ਵਿੱਚ ਜਾਂ ਇੰਡੀਆ ਜੋ ਹੁੰਦਾ ਹੈਗਾ, ਤੇ ਕਿਤੇ ਜਾ ਕੇ ਤੁਹਾਡੇ ਮਨ 'ਚ ਵੀ ਉਹ ਸੋਚ ਆਉਂਦੀ ਹੈ ਵੀ ਇਹ ਗੱਲ ਗਲਤ ਹੈਗੀ ਸਾਰਿਆਂ ਨੂੰ। ਥੋੜੇ ਜਿਹੜੀ ਸੋਚ ਬੰਦਾ ਰੱਖਦਾ ਹੈਗਾ, ਉਹਦੇ ਮਨ ਨੂੰ ਇਹ ਗੱਲ ਟੁੰਬਦੀ ਹੈਗੀ। ਹੁਣ ਜਿੱਥੋਂ ਤੇ ਸਜ਼ਾ ਮਾਫ ਕਰਨ ਦੀ ਗੱਲ ਹੈ, ਦੇਖੋ ਅੱਜ ਦੀ ਡੇਟ ਦੇ ਵਿੱਚ ਇੱਕ ਕਾਮਨ ਲੇਮੈਨ ਜਿਹੜਾ ਹੈਗਾ ਉਹ ਵੀ ਸੋਚਦਾ ਕਿ ਜਿਹੜੀ ਉਮਰ ਕੈਦ ਹੈ 14 ਸਾਲ ਸੀ, ਕਿਸੇ ਨੂੰ 18 ਸਾਲ, ਕਿਸੇ ਨੂੰ 24 ਸਾਲ, ਇਹ ਕੋਈ ਮਾਫੀ ਵਾਲੀ ਗੱਲ ਨਹੀਂ ਹੈਗੀ। ਨਾ, ਇਹ ਕੋਈ ਮਾਫੀ ਵਾਲੀ ਗੱਲ ਨਹੀਂ ਹੈਗੀ। ਔਰ ਦੂਜੀ ਪ੍ਰੋਬਲਮ ਇਹ ਹੈ ਕਿ ਅਜੇ ਤਾਈਂ ਪਤਾ ਨਹੀਂ ਲੱਗਦਾ ਕਿ ਕਿੰਨੇ ਬੰਦੇ, ਕਿੰਨੀਆਂ ਜੇਲ੍ਹਾਂ ਜਾਂ ਕੀ ਸਜ਼ਾ ਹੈਗੀ, ਕਿਉਂਕਿ ਹਰ ਇੱਕ ਜਿਹੜੀ ਸਟੇਟ ਆ ਉਹਦਾ ਵੱਖਰੀ ਸਜ਼ਾ ਹੈਗੀ ਆ, ਉਹਦੀ ਵੱਖਰੀ ਜੇਲ੍ਹ ਹੈਗੀ ਆ, ਉਹਦਾ ਵੱਖਰਾ ਜਿਹੜਾ ਪ੍ਰੋਸੀਜਰ ਵੱਖਰਾ ਹੈਗਾ। ਇਹ ਤਾਂ ਇੱਕ ਜਿਹੜੀ ਰਿਟ ਹੈਗੀ ਆ ਸੁਪਰੀਮ ਕੋਰਟ ਦੇ ਵਿੱਚ ਪੈਣੀ ਚਾਹੀਦੀ ਆ, ਉਹਦੇ ਵਿੱਚ ਜਿੰਨੀਆਂ ਵੀ ਡਿਊਟੀ ਹੈਗੀਆਂ, ਜਿੰਨੀਆਂ ਸਟੇਟਾਂ ਹੈਗੀਆਂ, ਸਾਰੀਆਂ ਪਾਰਟੀਆਂ ਹੋਣੀਆਂ ਚਾਹੀਦੀਆਂ ਕਿ ਸਾਰੇ ਆਪਣਾ ਆਪਣਾ ਜਿਹੜਾ ਉੱਥੇ ਦੱਸਣ ਵੀ ਕਿੰਨੇ ਕੈਦੀ ਆ, ਕਿੰਨੇ ਕੈਦੀ ਜਿਹੜੇ ਇੱਕ ਦੀ ਆਪਾਂ ਉਮਰ ਕੈਦੀ ਜਾਂ ਇਹੀ ਨਾ ਗੱਲ ਕਰੀਏ, ਉਦਾਂ ਵੀ ਕੈਦੀ ਹੈਗੇ ਆ, ਉਦਾਂ ਤਾਂ ਬਹੁਤ ਜ਼ਿਆਦਾ ਆ, ਬਹੁਤ ਜ਼ਿਆਦਾ ਕੈਦੀ ਆ। ਜਿਹਨੂੰ 8 ਸਾਲ ਦੀ ਸਜ਼ਾ ਹੋ ਗਈ ਸੀ ਉਹ 10 ਸਾਲ ਭੁਗਤੀ ਬੈਠਾ, ਕੋਈ 12 ਸਾਲ ਵਾਲਾ 14, ਕਿ ਜਿੰਨੇ ਵੀ ਕੈਦੀ ਆ, ਜਿੰਨੇ ਆਪਣੀ ਸਜ਼ਾ ਭੁਗਤ ਚੁੱਕੇ ਆ, ਉਹਨਾਂ ਸਾਰਿਆਂ ਦਾ ਰਿਕਾਰਡ ਸੰਪਨ ਕੀਤਾ ਜਾਵੇ, ਉਹਨਾਂ ਦਾ ਦੇਖਿਆ ਜਾਵੇ। ਉਹ ਸਾਰਾ ਜਿਹੜਾ ਹੈਗਾ ਸੁਪਰੀਮ ਕੋਰਟ ਨੂੰ ਆਰਡਰ ਕਰਨਾ ਚਾਹੀਦਾ ਕਿ ਇਮੀਡੀਏਟ ਇਹ ਸਾਰੇ ਜਿਹੜੇ ਰਿਹਾ ਹੋਣੇ ਚਾਹੀਦੇ, ਕਿਉਂਕਿ ਜਿਹੜਾ ਸਾਡਾ ਕਨਸਟੀਟਿਊਸ਼ਨ ਆ ਉਹਦੇ 'ਚ ਫੰਡਾਮੈਂਟਲ ਰਾਈਟ ਹੈ, ਸਾਡੀ ਘੁੰਮਣ ਫਿਰਨ ਦੀ ਆਜ਼ਾਦੀ ਆ। ਜਿੱਦਣ ਸਾਡੀ ਸਜ਼ਾ ਮੁੱਕ ਗਈ, ਸਾਡੇ ਜਿਹੜੇ ਰਾਈਟ ਆ ਉਸ ਦਿਨ ਸ਼ੁਰੂ ਹੋ ਜਾਂਦੇ ਆ, ਠੀਕ ਹੈ। ਸਾਨੂੰ ਉਦੋਂ ਡਿਪਰਾਈਵ ਕੀਤਾ ਗਿਆ। ਦੇਖੋ ਜੱਜ ਇਹ ਕਹਿੰਦਾ ਕਿ ਇਹਨੂੰ 14 ਸਾਲ ਦੀ ਸਜ਼ਾ
ਜਿੱਦਣ ਇਹਦੀ ਸਜ਼ਾ ਆ ਮੁੱਕ ਜਾਏ, ਜੇ ਇਹਦੇ ਤੇ ਕੋਈ ਹੋਰ ਕੇਸ ਨਹੀਂ, ਇਹਨੂੰ ਰਿਲੀਜ਼ ਕੀਤਾ ਜਾਵੇ ਜੀ। ਪਰ ਆਪਾਂ ਭਾਰਤ ਦੀ ਗੱਲ ਕਰਦੇ ਹਾਂ, ਹਾਂਜੀ ਉੱਥੇ ਜਿਹਨੂੰ ਨਹੀਂ ਅੰਦਰ ਰੱਖਣਾ ਜੀ, ਉੱਥੇ ਤਾਂ ਪਹਿਲਾਂ ਹੀ ਹੋਰ ਕੇਸ ਰੈਡੀ ਕਰਕੇ ਬੈਠੇ ਹੁੰਦੇ ਹੋ। ਭਾਜੀ ਇਹ ਹੁਣ ਨਹੀਂ, ਇਹ ਤਾਂ ਪਹਿਲਾਂ ਅਸੀਂ ਚੱਲਦਾ। 84 ਤੋਂ ਲੈ ਕੇ ਮੈਂ 84 ਬਹੁਤ ਸਾਰੇ ਕੇਸ ਲੜੇ ਆ। ਹਾਂਜੀ। ਅਸੀਂ ਇਥੋਂ ਆਰਡਰ ਕਰਾ ਕੇ ਜੀ, ਅੱਜ ਉਹਨੇ ਛੁੱਟ ਜਾਣਾ, ਜੇਲ੍ਹ ਦੇ ਬਾਹਰ ਨਵੀਂ FIR ਲੈ ਕੇ ਖੜੇ ਹੁੰਦੇ ਸੀ, ਬਿਲਕੁਲ। ਆ ਲੈ ਇਹਦੇ 'ਚ ਫੜ ਕੇ ਉੱਥੇ ਹੀ ਜੇਲ੍ਹ 'ਚ ਨਹੀਂ, ਉਹੀ ਮੈਂ ਕਹਿੰਦਾ, ਜੇ ਆਪਾਂ ਗੱਲ ਕੀਤੀ ਹੈ ਟੋਨਾ ਸਾਹਿਬ ਜਿਹੜੀਆਂ ਸਜ਼ਾਵਾਂ ਦੀ ਗੱਲ ਕਰਦੇ ਆ ਜੀ, ਜੇ ਆਪਾਂ ਮੰਨ ਲਓ ਕੈਦੀਆਂ ਦੀ ਗੱਲ ਕਰਦੇ ਆ, ਜੀ। ਜਦੋਂ ਆਪਾਂ ਨੂੰ 84 ਚਾਹੇ 84 ਤੋਂ ਪਹਿਲਾਂ ਦਾ ਜਦੋਂ ਸੰਘਰਸ਼ ਸ਼ੁਰੂ ਹੋਇਆ ਜੀ 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 82 ਤੋਂ, ਜੈ ਹਾਂਜੀ, ਉਦੋਂ ਤੋਂ ਲੈ ਕੇ ਜਿੰਨੇ ਉਹਨਾਂ ਨੇ ਫੜੇ ਆ ਜਾਂ ਉਦੋਂ ਬਾਅਦ ਚ ਸੰਘਰਸ਼ ਚੱਲਦਾ ਰਿਹਾ, ਉਦੋਂ ਬਾਅਦ ਬਹੁਤ ਫੜੇ ਆ, ਫੜਿਆ ਜੈ ਇਕੱਲੇ ਪੰਜਾਬ ਹੀ ਨਹੀਂ ਹੋਰਾਂ ਸਟੇਟਾਂ ਜਿਵੇਂ ਸਿੱਖਾਂ ਨੂੰ ਫੜਿਆ ਜਾਂ ਘੱਟ ਗਿਣਤੀ ਦੇ ਨੂੰ ਮੈਂ ਫੜਿਆ, ਜੈ 8 ਹੀ ਤਾਂ ਨਹੀਂ ਸੀ ਗਿਣਤੀ, ਨੋ ਜਾਂ ਇਕੱਲੇ ਜੇ ਪਹਿਲਾਂ ਵੀ ਉਹਦੀ 19 ਦੀ ਗਿਣਤੀ ਤੇ ਮੇਰੇ ਕੋਲ ਆ, ਜਿਨ੍ਹਾਂ ਨੂੰ ਟਾਡਾ ਦੇ ਵਿੱਚ ਉਮਰ ਕੈਦ ਹੋਈ ਆ, 19 ਬੰਦੇ ਅਸੀਂ ਲੱਭੇ ਆ, ਉਹਦੇ ਵਿੱਚ ਜ਼ਿਆਦਾ ਜਿਹੜੇ ਯੂਪੀ ਦੇ ਆ ਜ਼ਿਆਦਾ ਕਿਤੇ ਜ਼ਿਆਦਾ ਹੋਣੀ ਆ। ਗਿਣਤੀ ਬਹੁਤ ਜ਼ਿਆਦਾ, ਹਜੇ ਤੱਕ ਤਾਂ ਸਿੱਖ ਕੌਮ ਨੂੰ ਇਹੋ ਹੀ ਨਹੀਂ ਪਤਾ ਲੱਗ ਵੀ ਸਕਿਆ ਕਿੰਨੇ ਬੰਦੇ ਅੰਦਰ ਹੈਗੇ, ਵੀ ਕਿੰਨੇ, ਚਲੋ ਅੰਦਰ ਦੀ ਛੱਡੋ, ਵੀ ਜਿੰਨੇ ਬੰਦੇ ਸ਼ਹੀਦ ਹੋਏ ਦਰਬਾਰ ਸਾਹਿਬ ਜਾਂ ਉਦੋਂ ਜਦੋਂ ਅਟੈਕ ਹੋਇਆ ਹੋਰਾਂ 35 ਗੁਰਦੁਆਰਾ ਸਾਹਿਬਾਨਾਂ ਤੇ, ਜਾਂ ਵੱਖ-ਵੱਖ ਸ਼ਹਿਰਾਂ ਜਦੋਂ ਇੰਦਰਾ ਗਾਂਧੀ ਮਰੀ ਆ, ਜਾਂ ਉਹਦੇ ਕਰਕੇ ਜਿਹੜੇ ਸਿੱਖਾਂ ਨਾਲ ਕਤਲੇਆਮ ਹੋਇਆ। ਹਾਂਜੀ ਹਾਂਜੀ, ਕਿੰਨੀ ਗਿਣਤੀ ਹਜੇ ਤਾਂ ਆਪਾਂ ਨੂੰ ਇਹੀ ਨਹੀਂ ਦੱਸ ਪਤਾ ਲੱਗ ਰਿਹਾ, ਉਹਦੀ ਕੋਈ ਪ੍ਰੋਪਰ ਲਿਸਟ ਹੈ ਨਹੀਂ ਅਜੇ ਤਾਈਂ। ਕਿੰਨੇ ਸਾਲਾਂ ਬਾਅਦ ਆਪਾਂ ਨੂੰ ਲੱਭਣ ਰਿਹਾ ਜੀ ਹਰਿਆਣੇ ਚ ਪਿੰਡ ਦਾ ਪਿੰਡ ਹੀ ਜਿਹੜਾ ਲੱਭ ਗਿਆ, ਹੈਨਾ, ਤੇ ਕੀ ਉਹਨਾਂ ਦੇ ਰਿਸ਼ਤੇਦਾਰ ਨਾ ਹੋਣਗੇ ਜਿਹੜੇ ਸਾਡਾ ਇਸੇ ਸਾਡੇ ਰਿਸ਼ਤੇਦਾਰ ਇਹ ਵੀ ਜਿਹੜੀ ਡਿਊਟੀ ਆ ਗਵਰਨਮੈਂਟ ਦੀ ਸੀ। ਹਾਂਜੀ ਟੋਨਾ ਸਾਹਿਬ, ਇੱਕ ਤੁਹਾਨੂੰ ਗੱਲ ਹੋਰ ਪੁੱਛਣੀ ਚਾਹੂੰਗੀ ਕਿ ਤੁਸੀਂ ਕਿਤੇ ਸਾਡੇ ਪ੍ਰੋਗਰਾਮ 'ਚ ਬੜੇ ਚਰਮਾਂ ਦਾ ਕੀਤੀ ਆ, ਜਿਹੜੀ ਉਹਨੇ ਮੋਦੀ ਸਰਕਾਰ ਨੇ 312 ਸਿੱਖਾਂ ਦੀ ਕਾਲੀ ਸੂਚੀ ਖਤਮ ਕੀਤੀ ਆ ਜੀ, ਤੇ ਉਹਨਾਂ ਦੇ ਹਿਸਾਬ ਨਾਲ ਸਿਰਫ 2 ਹੀ ਸਿੱਖ ਰਹਿ ਗਏ। ਹਾਂਜੀ ਹਾਂਜੀ, ਕੀ ਇਹ ਜਿਹੜੇ ਕੀਤੀ ਆ ਮਾਫ, ਹਾਂਜੀ, ਕੀ ਉਹ ਸਿੱਖ ਪੰਜਾਬ ਨੂੰ ਜਾਂ ਭਾਰਤ ਨੂੰ ਜਾਣਾ ਚਾਹੁੰਦੇ ਆ, ਜਾਂ ਤੁਸੀਂ ਉਹ ਕਾਲੀ ਸੂਚੀ ਬਾਰੇ ਕੀ ਕਰਨੇ, ਕਿਹੜੇ ਧਾਰਾ? ਪਹਿਲੀ ਗੱਲ ਤਾਂ ਹੈ ਨਾ ਜੀ, ਅੱਜ ਤੱਕ ਜਿਹੜੀ ਸੂਚੀ ਆ ਕਦੀ ਉਹ ਜਾਰੀ ਨਹੀਂ ਹੋਈ। ਬਿਲਕੁਲ, ਮੈਂ ਤਾਂ ਇੱਥੇ ਨਾਂ ਨਹੀਂ ਪੜ੍ਹੇ ਵੀ ਕਿਹੜੇ ਹੈਗੇ ਆ। ਜੇ ਹੋਈ ਆ, ਗਵਰਨਮੈਂਟ ਦੀ ਡਿਊਟੀ ਬਣਦੀ ਆ, ਜੇ ਉਹਨਾਂ ਨੇ ਸੂਚੀ ਜਾਰੀ ਕੀਤੀ ਆ ਤੇ ਲੋਕਾਂ ਦੇ ਵਿੱਚ ਕਿਉਂ ਨਹੀਂ ਰੱਖੀ? ਚਲੋ ਜੇ ਉਹ ਕਹਿੰਦੇ ਆ ਜੀ ਇਹ ਸੀਕ੍ਰੇਟ ਸੀ, ਪਹਿਲੀ ਗੱਲ ਤਾਂ ਸਾਡੇ ਦੇਸ਼ 'ਚ ਕੋਈ ਸੀਕ੍ਰੇਟ ਨਹੀਂ। ਜਿਹੜੀ FIR ਆ ਐਜ਼ ਏ ਰਾਈਟ ਤੁਸੀਂ ਲੈ ਸਕਦੇ ਆ, ਜਿਹੜੀ ਸਜ਼ਾ ਹੋ ਗਈ, ਜਿਹੜੀ ਜੱਜਮੈਂਟ ਦੀ ਕਾਪੀ ਆ, ਉਹ ਐਜ਼ ਏ ਰਾਈਟ ਕੋਈ ਵੀ ਬੰਦਾ ਲੈ ਸਕਦਾ, ਉਹਨੂੰ ਪੜ੍ਹ ਸਕਦਾ, ਠੀਕ ਹੈ। ਲੋਕਾਂ ਨੂੰ ਹਨੇਰੇ ਦੇ ਵਿੱਚ ਬਿਲਕੁਲ ਨਹੀਂ ਰੱਖਣਾ ਚਾਹੀਦਾ। ਦੂਜੀ ਗੱਲ ਇਹ ਕਹਿੰਦੇ ਅਸੀਂ ਮਾਫ ਕੀਤੀ ਆ, ਚਲੋ ਬਹੁਤ ਚੰਗੀ ਗੱਲ ਹੋਈ ਆ, ਦੇਰ ਆਏ ਦਰੁਸਤ ਆਏ। ਚਲੋ ਵੀ ਅਸੀਂ ਕਹਿੰਦੇ ਉਹ ਸਾਡੇ ਭੈਣ ਭਰਾ ਹੈਗੇ ਆ ਜਿਨ੍ਹਾਂ ਨੇ ਇੰਨਾ ਚਿਰ ਬਾਹਰ ਕੱਟਿਆ ਹੈਗਾ, ਉਹ ਆਪਣੇ ਦੇਸ਼ ਨਾਲ ਜੁੜਿਆ, ਉਹ ਜਾ ਸਕਦੇ ਆ, ਪਰ ਉਹ ਸੂਚੀ ਵੀ ਜਾਰੀ ਨਹੀਂ ਕੀਤੀ ਗਈ, ਨਾ ਇਹ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਗਈ ਕਿ ਆਹ ਨੋਟੀਫਿਕੇਸ਼ਨ ਆ, ਜਿਹਦੀਆਂ ਚਿੱਠੀਆਂ ਇਹਨਾਂ ਨੇ ਆਪਣੀਆਂ ਜੋ ਆਪਣੇ ਫੋਰਨ ਐਮਬੈਸੀ ਜਾਈਆਂ ਉਹਨਾਂ ਨੂੰ ਭੇਜੀਆਂ ਹੋਣ ਵੀ ਆਹ ਭਾਈ ਬੰਦਿਆਂ ਨੂੰ ਛੱਡ ਦਿਓ, ਨਾ ਜਿਹੜੇ 2 ਰਹਿ ਗਏ ਵਿੱਚ ਉਹਨਾਂ ਦੀ ਸੂਚੀ ਜਾਰੀ ਕੀਤੀ ਗਈ ਆ। ਇਹ ਕੰਮ ਸਾਰਾ ਹਨੇਰੇ ਦੇ ਵਿੱਚ ਆ। ਦੇਖੋ ਜੇ ਕੋਈ ਆਰਡਰ ਕਰਨਾ, ਇਟ ਸ਼ੁੱਡ ਬੀ ਸਪੀਕਿੰਗ, ਉਹ ਬਕਾਇਦਾ ਉਹਦੀ ਲਿਸਟ ਹੋਣੀ ਚਾਹੀਦੀ ਸੀ ਕਿ ਆਹ ਬੰਦੇ ਕਾਲੀ ਸੂਚੀ ਵਿੱਚ ਸੀਗੇ, ਇਹਨਾਂ ਦੇ ਨਾਂ ਸੀ ਜਿਹੜੇ ਹੈਗੇ ਆ ਉਹਨਾਂ ਦੇ ਕੱਢ ਦਿੱਤੇ ਆ, ਉਹ ਜਦੋਂ ਮਰਜ਼ੀ ਆ ਜਾ ਸਕਦੇ ਹੈਗੇ ਆ। ਆਹ ਜਿਹੜੇ ਹੈਗੇ ਆ ਉਹ ਸਟਿਲ ਅਜੇ 2 ਬੰਦੇ ਕਾਲੀ ਸੂਚੀ ਵਿੱਚ ਹੈਗੇ ਆ, ਔਰ ਜੇ ਕਿਸੇ ਨੂੰ ਇਨਕਨਵੀਨੀਅੰਸ ਹੈਗੀ ਆ, ਉਹ ਇਸ ਡਿਪਾਰਟਮੈਂਟ ਦੇ ਨਾਲ ਜਾ ਕੇ ਆਪਣਾ ਰਾਬਤਾ ਕਰ ਸਕਦਾ। ਔਰ ਇਹੋ ਜੀ ਕੋਈ ਵੀ ਗੱਲਬਾਤ ਅੱਜ ਤਾਈਂ ਜੋ ਮੀਡੀਆ ਦੇ ਵਿੱਚ ਜਾਂ ਅਖਬਾਰਾਂ ਦੇ ਵਿੱਚ ਕਿਤੇ ਵੀ ਨਹੀਂ। ਮੈਂ ਕਹਿਣ ਲੱਗਾ ਸੀ ਤੋਰਨ ਸਾਹਿਬ ਦੇ ਨਾਲ, ਮੈਂ ਥੋੜੀ ਜਿਹੀ ਇੱਕ ਗੱਲ ਦੀ ਸਾਂਝ ਪਾਉਂਦਾ ਜਾਵਾਂ ਜੀ, ਕਿ ਜਿਹੜੀ ਉਹਨਾਂ ਨੇ 312 ਦੀ ਸੂਚੀ ਬਲੈਕ ਲਿਸਟ ਵਾਲੀ ਜਿਹੜੇ ਦੱਸਦੇ ਆ, ਹਾਂਜੀ, ਪਰ ਮੈਂ ਤਾਂ ਇੱਥੇ ਜਿੰਨੀ ਦੇਰ ਮੇਰੀ ਉਮਰ ਦੇ ਹਿਸਾਬ ਨਾਲ ਮੈਂ ਦੇਖ ਰਿਹਾ ਜੀ, ਹਾਂਜੀ ਤਕਰੀਬਨ 40 ਸਾਲ ਇੱਥੇ ਆਏ ਨੂੰ ਹੋ ਗਏ ਨੇ ਜੀ, ਤੇ ਮੈਂ ਇਹ ਦੇਖ ਰਿਹਾ ਕਿ ਵੀ ਜਿਹੜੇ ਸਾਡੇ ਟਾਈਮ ਦੇ ਵਿੱਚ ਇੱਥੇ ਬਲੈਕ ਸੂਚੀ 84 ਤੋਂ ਅਸੀਂ ਦੇਖਦੇ ਆ ਰਹੇ ਆ ਜੀ, ਉਹ ਮੈਂ ਦੇਖਦੇ ਆ ਕਿ ਵੀ ਉਹ ਉੱਥੇ ਜਾ ਕੇ ਮਿਨਿਸਟਰ ਨਾਲ ਵੀ ਮਿਲੇ, ਭਾਵੇਂ ਅਕਾਲੀ ਸਰਕਾਰ ਦੀ, ਭਾਵੇਂ ਉਹ BJP ਤੇ ਭਾਵੇਂ ਕਾਂਗਰਸ ਦੀ ਸੀ। ਮੇਰਾ ਕਹਿੰਦਾ ਕਿ ਵੀ ਉਹ ਮੈਂ ਤਾਂ ਉਹ ਤੋਂ ਬਲੈਕ ਲਿਸਟ 'ਚ ਕਹਿੰਦੇ ਆ, ਮੈਂ ਤਾਂ ਕਹਿੰਦਾ ਕਿ ਉਹ ਚਮਚਾਗਿਰੀ 'ਚੋਂ ਆ ਜੀ, ਉਹ ਉਹਨਾਂ ਦੇ ਟੌਟ ਨੇ ਗਵਰਨਮੈਂਟ ਦੇ। ਨਹੀਂ, ਮੈਂ ਉਸੇ ਪੁਆਇੰਟ ਤੇ ਆਉਣ ਕੇ ਚਲੋ ਤੁਸੀਂ ਕਾਪੀ ਕਰਨਾ, ਮੇਰਾ ਕਹਿੰਦਾ ਕਿ ਵੀ ਇਹ ਚੀਜ਼ ਨੂੰ ਮਤਲਬ ਆਪਾਂ ਇਹ ਖੋਲੇ ਨਾ ਕਰੀਏ, ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਲਿਸਟ ਜਦ ਤੱਕ ਕੋਈ ਲਿਸਟ ਦੱਸੀ ਨਹੀਂ ਜਾਂਦੀ ਹੈ ਨਾ, ਤੇ ਕੁਝ ਨਹੀਂ ਕਹਿ ਸਕਦੇ। ਹੁਣ ਜਿਹੜੀ ਗੱਲ ਮੈਂ ਇੱਕ ਨਾਲ ਹੋਰ ਗੱਲ ਕਰਦਾ ਜਾਵਾਂ, ਜਿਹੜੀ ਗੱਲ ਕਹਿੰਦੇ ਸੀਗੇ ਕਿ ਰਾਜੋਆਣਾ ਸੰਵਿਧਾਨ ਨੂੰ ਨਹੀਂ ਮੰਨਦਾ, ਪਰ ਮੈਂ ਇਹ ਕਹਿ ਰਿਹਾ ਕਿ BJP ਨੇ ਜਾਂ RSS ਵਾਲਿਆਂ ਨੇ ਇਹ ਕਿਹਾ ਜੀ ਕਿ ਅਸੀਂ ਸੰਵਿਧਾਨ ਨੂੰ ਜਿਹੜੇ ਬਾਬਾ ਅੰਬੇਦਕਰ ਨੇ ਬਣਾਈ ਆ ਉਹ ਤੇ ਅਸੀਂ ਨਹੀਂ ਮੰਨਦੇ, ਅਸੀਂ ਇਹਨੂੰ ਅਮੈਂਡਮੈਂਟ ਕਰਨਾ। ਸੋ ਉਹਨਾਂ ਤੇ ਕਿਉਂ ਨਹੀਂ ਇਹ ਚੀਜ਼ ਲਾਗੂ ਹੁੰਦੀ? ਬਿਲਕੁਲ ਬਿਲਕੁਲ, ਹਨਾ, ਮਤਲਬ
ਜਣੀ ਐਸੀ ਗੱਲਾਂ ਜੇ ਤਾਂ ਰਾਜੇ ਦੀ ਬਹੁਤੀ ਰਾਣੀ ਗੱਲ ਕਵੇ ਤੇ ਉਹਦਾ ਜਿੱਦਾਂ ਸਿਆਣੇ ਨਹੀਂ ਕਹਿੰਦੇ ਹੁੰਦੇ ਕੌਣ ਕਹੇ ਰਾਣੀ ਨੂੰ ਅੱਗਾ ਟਾਕ। ਹਾਂਜੀ ਬਿਲਕੁਲ ਜੀ, ਬਿਲਕੁਲ ਇਹੀ ਗੱਲ। ਜੇ ਤਾਂ ਉਹ ਗੱਲ ਕਹਿੰਦੇ ਆ ਜਿਹਦੀ ਵੀ ਸਰਕਾਰ ਹੈ, ਜੇ ਪਹਿਲਾਂ ਕਾਂਗਰਸੀ ਦੀ ਹੁੰਦੀ ਉਹ ਆਪਣੀਆਂ ਚਮਦੀਆਂ ਚਲਾ ਗਏ, ਹੁਣ ਬੀਜੇਪੀ ਦੀ ਸਰਕਾਰ ਆ ਗਈ ਉਹ ਆਪਣੀਆਂ ਚਮਦੀਆਂ ਚਲਾਉਣ ਡਏ ਆ। ਜੇ ਇਹ ਆਪੋ ਆਪਣੇ ਹਿਸਾਬ ਨਾਲ ਆਪੋ ਆਪਣੀ ਚਮਦੀਆਂ ਚਲਾਉਂਦੇ ਆ, ਕਿਸੇ ਦੇ ਪੈਰ ਥੱਲੇ ਬਟੇਰਾ ਤੋਂ ਚਾਹੁੰਦਾ ਨਹੀਂ। ਹੁਣ ਬਿੱਟੂ ਨਹੀਂ ਕਹਿ ਰਿਹਾ ਜੀ 17 ਮਰੇ ਆ ਜੀ, 69 ਮਰੇ ਆ ਜੀ, ਇੱਕ ਵਿੱਚ ਲੇਡੀ ਮਰੀ ਆ, ਉਹਦਾ ਛੋਟਾ ਜਿਹਾ ਬੱਚਾ ਮਰਿਆ। ਪਰ ਮੈਂ ਬਿੱਟੂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਆ ਕਿ ਵੀ ਉਹਨਾਂ ਨੂੰ ਜਿਹੜੇ 84 ਦੇ ਵਿੱਚ ਮਰੇ ਆ, ਪੰਜਵੇਂ ਪਾਤਸ਼ਾਹ ਦੇ ਗੁਰਪੁਰਬ ਤੇ ਮਤਲਬ ਉੱਥੇ ਉਹ 84 ਤੋਂ ਬਾਅਦ ਦੀ ਗੱਲ ਕਰੋ। ਨਹੀਂ 84 ਤੋਂ ਬਾਅਦ ਜਦੋਂ ਉਹਨਾਂ ਦਾ ਬਾਬਾ ਮੁੱਖ ਮੰਤਰੀ ਸੀ ਪੰਜਾਬ ਦਾ, ਸਭ ਤੋਂ ਜ਼ਿਆਦਾ ਆਪਾਂ ਜੇ ਕਹੀਏ ਉਦੋਂ ਸਭ ਤੋਂ ਜ਼ਿਆਦਾ ਜਿਹੜੇ ਖਾੜਕੂ ਕਹਿ ਲਈਏ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ, ਜਾਂ ਜਿਹੜੇ ਪੰਜਾਬੀ ਦੀ ਜਵਾਨੀ ਆਮ ਸਧਾਰਨ ਜਿਹੜਾ ਵੀ ਦੇਖਦੇ ਸੀਗੇ ਪਿੰਡ ਚੋਂ, ਮੰਨ ਲਓ ਹੁਣ ਟੋਰਨਾ ਸਾਹਿਬ ਨੇ ਕਹਿਣਾ ਜੀ ਰਾਮੇਵਾਲ ਨਾਲ ਮੇਰੀ ਲੱਗਦੀ ਪੁਲਿਸ ਨੂੰ ਮੂੰਹ ਮਾਰਦਾ, ਉਹ ਨਹੀਂ ਚੱਕ ਕੇ ਮੇਰੇ ਵਰਗੇ ਨੂੰ ਮਾਰ ਦੇਣਾ। ਨਜਾਇਜ਼ ਬਹੁਤ ਹੋਈ, ਬਹੁਤ ਜਿਹੜੇ ਮਰੇ ਆ, ਜਿਹੜੇ ਬੇਅੰਤ ਸਿੰਘ ਦੇ ਸਰਕਾਰ ਦੇ ਦੌਰ ਵਿੱਚ ਜਿੰਨੇ ਮਰੇ ਆ, ਬਿਲਕੁਲ ਨਾ ਉਦੋਂ ਪਹਿਲਾਂ ਅੱਜ ਤੇ ਕਦੀ ਮਰੇ, ਗਾਂ ਬਾਬੇ ਦੇ ਚਰਨਾਂ ਚ ਅਰਦਾਸ ਇੱਕ ਨਾ ਇਹ ਟਾਈਮ ਕਦੀ ਨਾ ਪੰਜਾਬ ਦੇ ਟਾਈਮ ਨਾ ਕਦੀ। ਕੇਪੀ ਸਿੰਘ ਨੇ ਇੰਡੀਆ 'ਚ ਕਿਤੇ ਨਾ ਸਾਰੇ ਦੁਨੀਆ ਦੀ ਸੁੱਖ ਮੰਗਣੀ ਚਾਹੀਦੀ ਹੈ, ਦੁਨੀਆ ਸੁੱਖ ਮੰਗਣੀ ਤੇ ਬੇਅੰਤ ਸਿੰਘ ਉਹਨਾਂ ਨੇ ਮਤਲਬ ਰਲ ਕੇ, ਕਿਉਂਕਿ ਬੇਅੰਤ ਸਿੰਘ ਉਹਨਾਂ ਦੀ ਕਲਮ ਚੱਲਦੀ ਸੀ ਤੇ ਕੇਪੀ ਸਿੰਘ ਦੀ ਗਿੱਲ ਦੀ ਗੋਲੀ ਚੱਲਦੀ ਸੀ। ਸੋ ਉਹਨਾਂ ਨੇ ਪੰਜਾਬ ਤੋਂ ਨਿਹੱਤੇ ਘਰਾਂ ਚੋਂ ਚੱਕ ਕੇ ਨੌਜਵਾਨ ਮਾਰੇ ਐਂਡ ਉਹਨਾਂ ਦੇ ਪਰਿਵਾਰਾਂ ਨੂੰ ਉਹ ਟੌਰਚਰ ਕੀਤਾ, ਮਤਲਬ ਵੀ ਬੱਚਿਆਂ ਨੂੰ, ਮਤਲਬ ਸਾਰੇ ਜੀ, ਮਤਲਬ ਹਨਾ। ਅੱਛਾ, ਹੁਣ ਚੀਜ਼ ਦੇਖਣ 'ਚ ਇਹ ਆਉਂਦੀ ਹੈ ਕਿ ਜਦੋਂ ਤੁਸੀਂ ਕਿਸੇ ਤੇ ਨਿਆਂ ਕਰ ਰਹੇ ਆ, ਜਦੋਂ ਇਹ ਆਪਣਾ ਰਾਜੀਵ ਨੂੰ ਇੰਦਰਾ ਗਾਂਧੀ ਮਰੀ ਤਾਂ ਰਾਜੀਵ ਦੀ ਵਰਡਿੰਗ ਇਹ ਸੀ ਕਿ ਜਦ ਬੜਾ ਪੇਟ ਗਿਰਦਾ ਹੈ ਤਾਂ ਧਰਤੀ ਹਿਲਦੀ ਆ, ਹਨਾ। ਸੋ ਮਤਲਬ ਇਹ ਜਦੋਂ ਇਹ 17 ਮਰਿਆ ਤੇ ਉਹਦੇ ਤੇ ਉਦੋਂ ਧਰਤੀ ਦੇ ਹਿੱਲੀ ਤੇ ਕਿਉਂ ਇਹ ਗਿਲਾ ਹੋਇਆ ਰਹੇ? ਕਿਉਂ ਇਹ ਕਾਂਗਰਸ ਸੀ ਉਧਰੋਂ ਇਹ ਜਿਹੜੇ ਲਫ਼ਜ਼ ਆ ਇੱਕ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ ਇਹ ਗੱਲ ਕਹਿਣੀ ਸ਼ੋਭਾ ਨਹੀਂ ਦਿੰਦੀ। ਅਸੀਂ ਸਮਝਦੇ ਚਲੋ ਅਗਲੇ ਨੂੰ ਗੁੱਸਾ ਹੋਊ, ਪਰ ਸਾਰੇ ਦੇਸ਼ ਨਾਲ ਗੁੱਸਾ ਨਹੀਂ ਹੋ ਸਕਦਾ, ਸਾਰੀ ਕੌਮ ਨਾਲ ਗੁੱਸਾ ਨਹੀਂ ਹੋ ਸਕਦਾ। ਔਰ ਜਦੋਂ ਪ੍ਰਧਾਨ ਮੰਤਰੀ ਬਣ ਜਾਂਦਾ ਹੈਗਾ, ਉਦੋਂ ਤੱਕ ਇਹ ਨਹੀਂ ਸੀ ਪਤਾ ਕਿ ਉਹਨੂੰ ਬੇਅੰਤ ਸਿੰਘ ਜਾਂ ਸਤਵੰਤ ਸਿੰਘ ਨੇ ਜਾਂ ਕੇਰ ਸਿੰਘ ਨੇ ਮਾਰਿਆ ਕਿ ਨਹੀਂ ਮਾਰਿਆ, ਨਾ ਹੀ ਨਹੀਂ ਹਜੇ ਤੱਕ। ਕਿਉਂਕਿ ਜਿਹੜਾ ਉਹ ਮੈਂ ਚਲੋ ਇਹ ਮੇਰੇ ਆਪਣੇ ਵਰਡ ਆ, ਆਪਣੇ ਮੇਰੇ ਲਫ਼ਜ਼ ਆ ਕਿ ਜਿੱਥੇ ਇੰਦਰਾ ਗਾਂਧੀ ਰਹਿੰਦੀ ਸੀ ਨਿਵਾਸ ਤੇ ਉੱਥੇ ਉਦੋਂ ਵੀ ਕੈਮਰੇ ਲੱਗੇ ਹੋਣਗੇ, ਬਿਲਕੁਲ। ਤੇ ਅੱਜ ਤੇ ਕਦੀ ਨਹੀਂ ਦਿਖਾ ਲਿਆ ਕਿ ਉਦੋਂ ਦੇਖੋ ਜਾਂ ਗੋਲੀਆਂ ਮਾਰਦੇ ਦਿਸੇ। ਅੱਜ ਕੱਲ ਤਾਂ ਚਿੜੀ ਪਰਿੰਦਾ ਪਰ ਮਾਰੇ ਤਾਂ ਦਿਸ ਪੈਂਦਾ ਕਿ ਉਹ ਦਿਖਾ ਲਿਆ ਨਹੀਂ, ਅੱਜ ਤੇ ਨਹੀਂ। ਲੇਕਿਨ ਟਰੋਨਾ ਸਾਹਿਬ ਜੀ ਇੱਕ ਤੁਹਾਨੂੰ ਗੱਲ ਹੋਰ ਪੁੱਛਣੀ ਚਾਹਾਂਗਾ ਕਾਨੂੰਨ ਦੇ ਹਿਸਾਬ ਨਾਲ ਕਿ ਹੁਣ ਬੇਅੰਤ ਸਿੰਘ ਦਾ ਪਰਿਵਾਰ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ, ਬਿੱਟੂ ਨੇ ਕਿਹਾ, ਤੇ ਉਹਦੀ ਜਿਹੜੀ ਕੁੜੀ ਸੀ ਕਿ ਉਹ ਜਿਹੜੀ ਸਖੌਣੀ ਤੋਂ ਗੁਰਕਮਲ, ਉਹਨੇ ਵੀ ਕਿਹਾ ਕਿ ਅਸੀਂ ਸੁਪਰੀਮ ਕੋਰਟ ਤੱਕ ਜਾਵਾਂਗੇ, ਵੱਡੇ ਤੋਂ ਵੱਡਾ ਵਕੀਲ ਕਰਾਂਗੇ। ਕੀ ਉਹ ਜਿੱਤ ਤਾਂ ਹੋਣਾ ਨਹੀਂ ਕਰਕੇ ਸਜ਼ਾ ਤਾਂ ਉਦੋਂ ਵੀ ਜ਼ਿਆਦਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ ਉਹ ਇਹਦੇ ਵਿੱਚ ਜਿਹੜੀ ਆ ਪਟੀਸ਼ਨ ਪਾ ਸਕਦੇ ਆ, ਰੈਟ ਪਟੀਸ਼ਨ ਪਾ ਸਕਦੇ ਆ, ਪਰ ਜਿਹੜੀ ਗਵਰਨਮੈਂਟ ਆ ਉਹ ਕੋਲ ਐਬਸੋਲੂਟ ਰਾਈਟ ਹੈਗਾ। ਜਿਹੜੀ ਹੋਮ ਮਿਨਿਸਟਰੀ ਹੈਗੀ ਆ ਉਹ ਕਿਸੇ ਦੀ ਵੀ ਸਜ਼ਾ ਜਿਹੜੀ ਘੱਟ ਕਰ ਸਕਦੀ ਜਾਂ ਮਾਫ ਕਰ ਸਕਦੀ ਆ। ਗਵਰਨਮੈਂਟ ਨੇ ਆਪਣੀ ਜਿਹੜੀ ਉਹਦੇ ਕੋਲ ਪਾਵਰ ਸੀ ਉਹਦੇ ਵਿੱਚ ਰਹਿ ਕੇ ਇਹ ਕੀਤਾ ਹੈਗਾ, ਉਹਦੇ 'ਚ ਕੁਛ ਨਹੀਂ ਹੋਣਾ। ਡਿਸਕ੍ਰਿਸ਼ਨਰੀ ਪਾਵਰ ਹੈਗੀ ਆ ਤੇ ਉਹਦੇ ਵਿੱਚ ਜੋ ਗਵਰਨਮੈਂਟ ਨੇ ਕੀਤਾ ਗਵਰਨਮੈਂਟ ਕਰ ਸਕਦੀ ਆ। ਸਰਪੰਚ ਸਾਹਿਬ, ਜੇ ਆਪਾਂ ਗੱਲ ਕਰਦੇ ਕਿ ਜਿਹੜੇ 8 ਕੈਦੀਆਂ ਦੀ ਗਵਰਨਮੈਂਟ ਨੇ ਕਿਹਾ ਕਿ ਅਸੀਂ ਰਿਹਾ ਕਰਨ ਦੇਣੇ, ਜੇ ਰਿਹਾ ਕਰਨੇ ਸੀ ਤਾਂ 550 ਸਾਲ ਦਾ ਆਪਾਂ ਪਿਛਲੇ ਸਾਲ ਦਾ ਮਨਾਉਣਾ ਸ਼ੁਰੂ ਕੀਤਾ। ਜਿੱਦਣ 300 ਸਾਲਾ ਵੀ ਆਇਆ, 300 ਸਾਲਾ ਵੀ ਆ, ਹੁਣ ਵੀ ਚਲੋ ਜੇ ਹੁਣ ਹੀ ਕਰਨੇ ਸੀ, ਜਿੱਦਣ ਉਹਨੇ ਕਿਹਾ ਸੀ ਦੂਜੇ ਦਿਨ ਰਿਹਾ ਕਰ ਦਿੰਦੇ, ਚਾਹੇ ਉਹਨਾਂ ਨੂੰ ਨਾਲ ਰਾਜਵਾਨ ਸਾਹਿਬ ਮੈਂ ਤੁਹਾਡੀ ਗੱਲ ਵਿੱਚ ਸੌਰੀ ਕਰਦਾ, 8 ਹੀ ਕਿਉਂ ਕਰਨੇ ਆ? ਜੇ ਅਸੀਂ ਗੁਰੂ ਸਾਹਿਬ ਦਾ 550 ਤੇ ਗੁਰੂ ਜਿਹੜਾ ਦਿਲ ਵੀ ਰੱਖਦੇ, ਮੈਂ ਕਹਿੰਦਾ ਜਿੰਨੇ ਪੀੜੀ ਗੱਲ ਸੀ ਸਾਰੇ ਕਰ ਦਿੰਦੇ, ਸਾਰੇ ਕਰਦੇ ਉਹਨਾਂ ਨੂੰ, ਕਰਦੇ ਕੋਈ ਮੌਕਾ ਦਿੰਦੇ, ਸੁਧਰਨ ਦਾ ਮੌਕਾ ਦਿੰਦੇ। ਦੇਖੋ ਇਹ ਸਾਡੀ ਸੋਚ ਗਲਤ ਆ ਕਿ ਅਸੀਂ ਜੇਲ੍ਹ ਵਿੱਚ ਰੱਖ ਲਿਆ ਤਾਂ ਬੰਦਾ ਸੁਧਰ ਜਾਊ। ਜਿਹਨੇ ਸੁਧਰਨਾ ਉਹਨੇ 24 ਘੰਟਿਆਂ ਦੀ ਜੇਲ੍ਹ ਤੇ ਸੁਧਰ ਜਾਣਾ, ਜਿਹਨੇ ਨਹੀਂ ਸੁਧਰਨਾ ਉਹਨੇ 24 ਸਾਲਾਂ 'ਚ ਵੀ ਨਹੀਂ ਸੁਧਰਨਾ। ਹਰ ਇੱਕ ਨੂੰ ਮੌਕਾ ਦੇਣਾ ਚਾਹੀਦਾ, ਸਾਰਿਆਂ ਨੂੰ ਮਾਫੀ ਚਾਹੀਦੀ ਸੀ, ਆਮ ਮਾਫੀ। ਚਲੋ ਜੇ 8 ਵੀ ਉਹ ਨਹੀਂ ਛੱਡਣੇ ਤਾਂ ਰਾਜੋਆਣਾ ਸਾਹਿਬ ਵੀ ਫਾਂਸੀ ਤੋਂ ਉਮਰ ਕੈਦ ਤੋਂ ਵੀ ਉਹ ਸ਼ਾਇਦ ਉਹ ਵੀ ਬਾਹਰ ਆ ਜਾਣ ਉਦੋਂ। ਚਲੋ 9 ਰੱਖ ਲਓ ਜੇ ਮੰਨ ਲਓ ਬਾਬੇ ਦੀ ਕਿਰਪਾ ਹੋ ਜੇ। ਕੀ ਤੁਹਾਨੂੰ ਲੱਗਦਾ ਕਿ ਇਹ ਉਹਨੇ ਚਿਰ ਬਿਆਨਬਾਜ਼ੀ ਤਾਂ ਨਹੀਂ ਹੋ ਸਕਦਾ ਉਦੋਂ ਕਰਕੇ ਸਾਰਿਆਂ ਤੇ ਬਿਜ਼ੀ ਹੋਣਾ ਕਿ ਅਸੀਂ 550 ਸਾਲਾਂ 'ਚ ਆ, ਤੇ ਜਦੋਂ ਲੰਘ ਗਿਆ ਕਿਹੜੇ ਹੋ ਸਕਦਾ ਗਵਰਨਮੈਂਟ ਨਾ ਹੀ ਛੱਡੇ? ਦੇਖੋ ਜੀ, ਪਹਿਲੀ ਗੱਲ ਇਹ ਸ਼ੁਰੂ ਹੁੰਦੀ ਆ ਕਿ ਜਿਹੜਾ ਮਨਮੋਹਨ ਸਿੰਘ ਦੀ ਗਵਰਨਮੈਂਟ ਵੇਲੇ ਇੱਕ ਕਾਨੂੰਨ ਬਣਿਆ ਸੀ ਰਾਈਟ ਟੂ ਇਨਫੋਰਮੇਸ਼ਨ, ਜਿਹੜਾ ਅਸੀਂ ਕਹਿੰਦੇ ਕਿ ਸੂਚੀ ਛਾਇਆ ਹੀ ਨਹੀਂ ਹੋਈ, ਉਹ ਛਪੀ ਨਹੀਂ ਹੈਗੀ, ਉਹ ਲੋਕਾਂ ਨੂੰ ਦੱਸੀ ਨਹੀਂ ਗਈ ਕਿ ਕਿੰਨੇ ਸਾਡੇ ਦੇਸ਼ ਦੇ ਅੰਦਰ ਵੱਧ ਸਜ਼ਾ ਜਿਹੜੇ ਉਹ ਕੱਟ ਚੁੱਕੇ ਆ ਔਰ ਅੰਦਰ ਆ, ਉਹਨਾਂ ਨੂੰ ਕਿੰਨੇ ਸਾਲ ਹੋਏ। ਲੇਕਿਨ ਅੱਜ ਦਾ ਉਹ ਕਾਨੂੰਨ ਹੀ ਖਤਮ ਕਰ ਲੈਣਾ ਰਾਈਟ ਇਨਫੋਰਮੇਸ਼ਨ, ਉਹ ਵੀ ਬਹੁਤ ਇਹਨਾਂ ਪੱਖਾਟੀ ਕਰੀ ਜਾਂਦੇ ਵਿੱਚ ਲੈ ਨਹੀਂ ਸਕਦੇ ਹੈਗੇ ਰਾਈਟ ਟੂ ਇਨਫੋਰਮੇਸ਼ਨ ਐਕਟ। ਤੁਸੀਂ ਸਵਾਲ ਪੁੱਛਿਆ ਕਿ ਇਹ ਨਹੀਂ ਕਹਿਣਾ ਜੀ ਹਲੇ ਇਹ ਸਿਰਫ
ਕਈ ਕਾਰਨ ਕਰਕੇ ਵੋਟਾਂ ਕਰਕੇ ਹਰਿਆਣੇ ਦੀ ਲਾ ਲਓ, ਬਿਲਕੁਲ ਸਿੱਖ ਸ਼੍ਰੋਮਣੀ 550 ਸਾਲਾਂ ਲੈ ਲਓ, ਨਾ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆ, ਇਹਨਾਂ ਨੇ ਕਈ ਬਹਾਲੀ ਹਲੇ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚੋਂ ਨਿਕਲਣੀਆਂ, ਯਾਨੀ ਪੰਜ ਪਾ ਸਕਦੇ ਮੈਨੂੰ ਉਮੀਦ ਆ ਕਿ ਹਲੇ ਸ਼ਾਇਦ ਆਉਣਾ ਨਹੀਂ ਕਰਨਾ, ਹਲੇ ਕਾਨੂੰਨੀ ਪ੍ਰਕਿਰਿਆ ਹਲੇ ਕਰਨ ਦੀ ਸਾਨੂੰ ਲੋੜ ਹੋ ਰਿਹਾ। ਪਰ ਉਹਦੇ ਅਗੇਂਸਟ ਜਿਹੜੀ ਦੂਸਰੀ ਪਾਰਟੀ ਹੈ ਉਹਨਾਂ ਕੋ ਹੱਕ ਹੈ ਕਿ ਉਹ ਉੱਪਰਲੀ ਕੋਰਟ 'ਤੇ ਜਾ ਕੇ ਉਹ ਚੱਲ ਜਾਣ। ਇਹਨਾਂ ਨੇ ਬਦਾਮ ਕਾਂਦੀ ਕਰਨੇ ਵੀ ਅਸੀਂ ਤਾਂ ਛੱਡਣ ਨੂੰ ਤਿਆਰ ਆ, ਲੇਕਿਨ ਦੂਸਰੀ ਧਿਰ ਉਹ ਹਾਈ ਕੋਰਟ ਸੁਪਰੀਮ ਕੋਰਟ ਵਿੱਚ ਗਈ ਆ, ਉਹਨਾਂ ਨੇ ਰੋਕ ਲਾਤੀ ਆ। ਇਹ 'ਚ ਅੜਚਨ ਆ ਸਕਦੀ ਆ, ਇਹ ਇੱਕ ਤੀਰ ਨਾਲ ਦੋ ਨਿਸ਼ਾਨੇ ਕਰਨਾ ਚਾਹੁੰਦੇ ਆ। ਬਾਕੀ ਮੈਂ ਤੀਸਰੀ ਗੱਲ ਇੱਥੇ ਕਰਨੀ ਚਾਹੁੰਦਾ ਵੀ ਜੇ ਮੋਦੀ ਸਾਹਿਬ ਨੂੰ 5 ਸਾਲ ਪਹਿਲਾਂ ਵੀ ਕੱਟ ਕੇ ਗਏ ਆ, ਇਹ ਕਿਉਂ ਨਹੀਂ ਚੇਤਾ ਆਇਆ ਕਿ ਵੱਧ ਸਜ਼ਾ ਇਹ ਭੁਗਤ ਚੁੱਕੇ ਲੋਕਾਂ ਨੂੰ ਛੱਡਣਾ ਹੈਗਾ। ਫਿਰ ਉਹਨਾਂ ਦੇ ਨਾਲ ਬਾਦਲ ਪਰਿਵਾਰ ਦੀ ਸਾਂਝ ਆ। ਹੁਣ ਵੀ ਮੋਦੀ ਜਦੋਂ ਪ੍ਰਾਈਮ ਮਿਨਿਸਟਰ ਬਣਿਆ ਹੁਣ ਬਾਦਲ ਸਾਹਿਬ ਦੇ ਵੱਡੇ ਦੇ ਪੈਰੀਂ ਹੱਥ ਲਾਇਆ ਵੀ ਜੇ ਏਡੀ ਚੱਲਦੀ ਆ ਪੈਰੀਂ ਹੱਥ ਲਾਉਂਦਾ ਉਹਨੂੰ ਆਪਣੇ ਬਾਪ ਦੇ ਸਮਾਨ ਸਮਝਦਾ, ਉਹਦੀ ਗੱਲ ਮੰਨ ਕੇ ਪਹਿਲਾਂ ਕਿਉਂ ਨਹੀਂ ਛੱਡ ਦਿੱਤੇ। ਬਿਲਕੁਲ। ਬਾਕੀ ਜਿਹੜੀ ਗੱਲ ਸ਼ੁਰੂ ਮੈਂ ਤਾਂ ਇੱਥੋਂ ਅੱਗੇ ਜਾਣਾ ਚਾਹੁੰਦਾ ਕਿ ਜਿਹੜਾ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਇਹ ਦੇਸ਼ ਦਾ ਜਿਹੜਾ ਗ੍ਰਹਿ ਮੰਤਰੀ ਆ, ਚਾਹੇ ਉਹਦਾ ਕਾਂਗਰਸ ਦਾ ਹੋਵੇ, ਚਾਹੇ ਉਹ ਅਮਿਤ ਸ਼ਾਹ ਆ, ਚਾਹੇ ਇਹ ਤੋਂ ਪਹਿਲਾਂ ਜਿਹੜਾ ਗ੍ਰਹਿ ਮੰਤਰੀ ਆ, ਉਹ 'ਤੇ ਕੇਸ ਰਜਿਸਟਰਡ ਹੋਣਾ ਚਾਹੀਦਾ ਤਾਂ ਕਿ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨਾ। ਬੰਦੇ ਦੀ ਜ਼ਿੰਦਗੀ ਬੜੀ ਕੀਮਤੀ ਆ, ਇਹਦਾ ਕੋਈ ਕੀਮਤ ਨਹੀਂ ਹੈਗੀ, ਇਹ ਬੇਮੁੱਲੀ ਆ, ਇਹ ਨੇਚਰ ਨੇ ਦਿੱਤੀ ਆ ਇਹਨੂੰ। ਉਹਨੇ ਸਾਲ ਆ ਉਹ ਕਦੀ ਵਾਪਸ ਨਹੀਂ ਆਉਂਦੇ। ਬੰਦੇ ਕੋਲ ਪੈਸਾ ਵੱਧ ਘੱਟ ਹੋ ਸਕਦਾ, ਬੰਦੇ ਕੋਲ ਹੋਰ ਚੀਜ਼ ਆਪਾਂ ਖਰੀਦ ਸਕਦੇ ਆ, ਜਿਹੜੀ ਤੁਸੀਂ ਸਿਹਤ ਆ, ਜਿਹੜੀ ਤੁਸੀਂ ਲਾਈਫ ਆ, ਇਹਨੂੰ ਤੁਸੀਂ ਪੈਸੇ ਨਾਲ ਇੱਕ ਬੰਦੇ ਦੀ ਘਟਦੀ ਜਾਂਦੀ ਆ ਡੇ ਪੜੇ। ਪਰ ਜਿਹੜੇ ਉਹਨਾਂ ਨੇ ਸਜ਼ਾ ਤੋਂ ਵੱਧ ਜੇਲ੍ਹ ਕੱਟੇ ਆ ਉਹਨੂੰ ਕਿੱਦਾਂ ਕੰਪਨਸੇਟ ਕਰਨਗੇ, ਉਹਨੂੰ ਇਹ ਕਿੱਦਾਂ ਉਹਨੂੰ ਕਹਿਣਗੇ ਭਾਈ ਤੇਰੀ ਅਸੀਂ ਜਿਹੜੇ 7-8 ਸਾਲ ਤੇਰੇ ਵਾਧੂ ਕਟਾਤੇ ਵਾਪਸ ਕਿੱਦਾਂ ਕਰਨਗੇ, ਵਾਪਸ ਕਰ ਸਕਦੇ ਆ। ਕਿ ਮੈਂ ਜਿਹੜੀ ਪਹਿਲੀ ਗੱਲ ਕਹੀ ਸੀ ਕਿ ਜਿਹੜਾ ਇਨਜਸਟਿਸ ਡਿਲੇਡ ਇਜ਼ ਇਨਜਸਟਿਸ, ਜਸਟਿਸ ਡਿਨਾਈਡ ਔਰ ਇਨਜਸਟਿਸ ਹੈਗਾ। ਇਹ ਜਿਹੜੀ ਪਹਿਲਾਂ ਗੱਲ ਕੀਤੀ ਹੈ ਕਿ ਉਹ ਆ, ਹੁਣ ਜੇ ਆਪਾਂ 10 ਸਾਲ 20 ਸਾਲ ਰੱਖ ਦੇਣਾ ਫੇਰ ਕਹੇ ਸਾਡੀ ਗਲਤੀ ਹੋ ਗਈ। ਦੂਸਰੇ ਪਾਸੇ ਜਿਹੜੇ ਹਿੰਦੂਆਂ ਨੇ, ਜਿਹੜੇ ਅੱਪਰ ਕਾਸਟ ਲੋਕ ਆ, ਜਿੱਦਾਂ ਪ੍ਰਗਿਆ ਠਾਕਰ ਦਾ ਜਿਹੜੀ ਉਹਨਾਂ ਦੀ ਸਾਧਣੀ ਆ, ਉਹਨੂੰ ਨਹੀਂ ਪਹਿਲਾਂ ਹੀ ਛੱਡ ਦਿੰਦੇ ਆ, ਉੱਥੇ ਕੋਈ ਕਾਨੂੰਨ ਨਹੀਂ ਲਾਗੂ ਹੁੰਦਾ, ਉਹਨੂੰ ਐਮਪੀ ਬਣਾਤਾ। ਉਹ ਜਦ ਕਿ ਉਹਦੇ ਲਈ ਮੋਦੀ ਕਹਿਣ ਡਿਆ ਪਾਰਲੀਮੈਂਟ 'ਚ ਖੜ ਕੇ ਕਿ ਮੈਨੂੰ ਕਦੀ ਮਾਫ ਨਹੀਂ ਕਰੂੰਗਾ ਕਿ ਇਹਨੇ ਉਹ ਜਿਹਨੇ ਨਥੂਰਾਮ ਗਾਡਸੇ ਦੇ ਇਹਨੇ ਕਿਹਾ ਵੀ ਆ ਉਹਦਾ ਕਿਹਾ ਵੀ ਇਹ ਕਹਿਣ ਨਾ ਤਾਂ ਇੱਕ ਮਿੰਟ ਤੁਸੀਂ ਕਹਿੰਦੇ ਮੈਂ ਕਦੀ ਮਾਫ ਨਹੀਂ ਕਰੂੰਗਾ। ਜੇ ਮੋਦੀ ਦੀ ਪਾਵਰ ਆ, ਮੋਦੀ ਅੱਜ ਦੀ ਡੇਟ 'ਚ ਭਾਰਤੀ ਜਨਤਾ ਪਾਰਟੀ ਦਾ ਕਰਤਾ ਧਰਤਾ ਮੋਦੀ ਆ, ਤੇ ਮੋਦੀ ਕੀ ਉਹਨੂੰ ਕਹਿ ਨਹੀਂ ਸਕਦਾ ਸੀਗਾ ਵੀ ਆਹ ਅਸਤੀਫਾ ਦੇ ਤੂੰ ਸਾਡੀ ਕੋਈ ਪਾਵਰ ਨਹੀਂ ਹੈਗੀ। ਮੋਦੀ ਰਬੜ ਦੀ ਮੋਹਰ ਆ। ਜਿਹੜਾ ਮੋਹਨ ਭਾਗਵਤ ਨੇ ਕਹਿਣਾ RS ਨਾਗਪੁਰ ਤੇ ਚੋਂ ਪਾਸ ਹੋ ਕੇ ਆਉਣਾ, ਅੱਜ ਉਹ ਮਨੂ ਸਿਮਰਤੀ ਮੁਤਾਬਕ ਉਹ ਲਾਗੂ ਹੋ ਰਿਹਾ, ਨਾ ਕਿ ਮੋਦੀ ਤੱਕ ਮਖੌਟਾ ਆ। ਜੇ ਮੋਦੀ ਮਖੌਟਾ ਨਾ ਹੋਵੇ, ਇਹ 5 ਸਾਲ ਦਾ ਹਿਸਾਬ RSS ਨੂੰ ਦੇਣ ਜਾਂਦਾ, ਜਦ ਕਿ BJP ਦੀ ਗਵਰਨਮੈਂਟ ਆ। ਇਹ ਪ੍ਰਾਈਮ ਮਿਨਿਸਟਰ ਹੋ ਕੇ ਉਹਨਾਂ ਸਾਹਿਬ ਮੈਂ ਕੰਮ ਠੀਕ ਕੀਤਾ ਜਾਂ ਗਲਤ ਕੀਤਾ, ਉਹ ਇਹਨੂੰ ਸਰਟੀਫਿਕੇਟ ਦਿੰਦੇ ਆ, ਕਿਉਂਕਿ RSS ਦੇ ਮੁਤਾਬਕ ਚੱਲਦਾ, ਉਹਨਾਂ ਦੀ ਪਾਲਿਸੀ ਦੇ ਮੁਤਾਬਕ ਸਹਿਮਤ ਹੁੰਦਾ। ਹੁਣ ਦੇਖੋ ਜਿਹੜੀ ਮੈਂ ਪਹਿਲਾਂ ਗੱਲ ਉਹਨੇ ਫੇਰ ਗੱਲ ਕਰਦਾ ਕਿ ਅੱਜ ਸ਼ਾਸਤਰ ਪੂਜਾ ਹੋ ਰਹੀ ਆ। ਹੁਣ ਤੁਸੀਂ ਇੱਥੇ ਸ਼ਾਸਤਰ ਪੂਜਾ ਕਰਕੇ ਦੇਖੋ, ਜਾਂ ਤੁਸੀਂ ਗਵਰਨਮੈਂਟ ਦੇ ਕੋਈ ਵੀ ਗੱਲ ਕਹਿ ਕੇ ਦੇਖੋ, ਤੁਹਾਡੇ ਤੇ ਇਨਫੋਰਸਮੈਂਟ ਇਲਜ਼ਾਮ ਲੱਗ ਜਾਣਾ, ਤੁਹਾਡੇ ਤੇ CBI ਲੱਗ ਜਾਣੀ ਆ, ਤੁਹਾਡੇ ਤੇ ਹੋਰ ਕੁਛ ਆ ਜਾਣਾ, ਤੁਹਾਡੇ ਤੇ ਕਰਪਸ਼ਨ ਚਾਰਜ ਲਾ ਦੇਣੇ ਆ, ਤੁਹਾਡੇ ਤੇ ਕਿਸੇ ਨੂੰ ਬਲਾਤਕਾਰ ਚੱਲਣਾ, ਤੁਹਾਡੇ ਤੇ ਹੋਰ ਬੜੇ ਚਾਰਜ ਲੱਗ ਜਾਣੇ, ਤੁਹਾਡੇ ਮੂੰਹ ਬੰਦ ਕਰ ਲਈ। ਅੱਜ ਮਿਨੋਰਟੀ ਦਾ ਕੋਈ ਬੰਦਾ ਦੇਸ਼ ਵਿੱਚ ਬੋਲਦਾ, ਕੱਲੀਆਂ ਮਿਨੋਰਟੀ ਦੀ ਗੱਲ ਨਹੀਂ, ਆਪਣੇ ਮਿਨੋਰਟੀ ਦਾ ਕਹਿੰਦਾ ਵੀ ਜਿਹੜਾ ਬ੍ਰਾਹਮਣ ਬਾਪ ਨੂੰ ਛੱਡ ਕੇ 15% ਨੂੰ ਛੱਡ ਕੇ। ਚਲੋ ਮੈਂ ਇੱਕ ਕਿਸੇ ਸਿਆਸੀ ਬੰਦੇ ਨੂੰ ਇਦਾਂ ਨਹੀਂ ਕਹਿੰਦਾ ਉਹ ਕਿ ਦੁੱਧ ਧੋਤੇ ਹੁੰਦੇ ਆ। ਸਿਆਸੀ ਬੰਦੇ ਆਪਾਂ ਪਹਿਲਾਂ ਵੀ ਇੱਥੋਂ ਕਹਿ ਹਟੇ ਆ ਕਿ ਜਿਹੜੇ ਬੰਦੇ ਕੋ ਪਹਿਲਾਂ ਵਿਚਾਰੇ ਕੋ ਕਾਰ ਲੈਣ ਜੋਗੇ ਪੈਸੇ ਨਹੀਂ ਹੁੰਦੇ ਤੇ ਮੁੜ ਕੇ ਉਹਦੇ ਕੋ ਹਜ਼ਾਰਾਂ ਏਕੜ ਜ਼ਮੀਨ ਬਣ ਜਾਂਦੀ, ਹੋਟਲ ਬਣ ਜਾਂਦੇ ਆ, ਪੈਸਾ ਅੰਨਾ ਆ ਜਾਂਦਾ, ਉਹ ਕਾਰ ਉਹ ਸੋਚਦਾ ਮੈਂ ਡਰਾਈਵਰ ਮੇਰਾ ਕਾਰ ਲੈ ਲਵੇ। ਹੁਣ ਮੇਰੇ ਕੋਲ ਤਾਂ ਹੈਗੀ, ਲੇਕਿਨ ਫਿਰ ਵੀ ਕਈ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਇਹੋ ਜਿਹਿਆਂ ਨੂੰ ਫੜ ਕੇ ਇਹਨਾਂ ਨੇ ਅੰਦਰ ਤਾਂ ਕਿਸੇ ਨੂੰ ED ਦੇ ਚੱਕਰਾਂ 'ਚ ਪਾ ਲਿਆ, ਕਿਸੇ ਨੂੰ CBI ਦੇ ਚੱਕਰਾਂ 'ਚ ਪਾ ਲਿਆ, ਤਾਂ ਕਿ ਜਿਹੜੀ ਵਿਰੋਧੀ ਪਾਰਟੀ ਚਾਹੇ ਉਹ ਕਾਂਗਰਸ ਹੋਈ ਚਾਹੇ ਹੋਰ ਹੋਈ, ਉਹ ਬੋਲਣ ਸਾਡੇ ਮੂਹਰੇ, ਚੁੱਪ ਕੀਤੇ ਰਹਿਣ। ਬੜਾ ਸਾਹਿਬ ਜਿਹੜੀ ਮੈਂ ਤੁਹਾਡੇ, ਕਿਉਂਕਿ ਆਪਾਂ ਸਮੇਂ ਦੇ ਹਿਸਾਬ ਨਾਲ ਚੱਲਣਾ, ਹਰ ਇੱਕ ਆਪਾਂ ਟਰਾਈ ਕਰਨੀ ਕਿ ਜਿਹੜਾ ਇਹ ਹੈ ਵੀ ਆਪਾਂ ਇਹਦੇ 'ਚ ਹਰ ਪੁਆਇੰਟ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰੀਏ। ਆਪਣੇ ਕੋ 12 ਤਰੀਕ ਤੱਕ ਰਹਿ ਗਈਆਂ, ਵੱਧ ਤੋਂ ਵੱਧ 3.5 ਵੀਕਾਂ। ਜੇ ਮੋਦੀ ਸਰਕਾਰ ਕਹਿੰਦੀ ਕਿ ਨਹੀਂ 8 ਸਿੱਖਾਂ ਨੂੰ ਅਸੀਂ ਇਹ ਆਪਾਂ ਉਦੋਂ ਨੂੰ ਰਿਹਾ ਕਰਨਾ, ਜਿਹੜਾ ਪਹਿਲੀ ਪਾਤਸ਼ਾਹੀ ਦਾ ਗੁਰਪੁਰਬ ਆ, ਆਪਾਂ ਇੱਕ ਬੰਨੇ ਕਹਿੰਦੇ ਕਿ 1 ਤਰੀਕ ਤੋਂ 1 ਨਵੰਬਰ ਤੋਂ ਲੈ ਕੇ 12 ਨਵੰਬਰ ਤੱਕ ਮਨਾਉਣਾ, ਸੁਲਤਾਨਪੁਰ ਤੇ ਕਰਤਾਰਪੁਰ ਤੇ ਨਨਕਾਣਾ ਸਾਹਿਬ ਜਾਂ ਬਾਕੀ ਗੁਰਦੁਆਰਾ ਸਾਹਿਬਾਨਾਂ ਵਿੱਚ।
ਕੀ ਮੋਦੀ ਸਰਕਾਰ ਨੇ ਜਾਂ ਉਹਨਾਂ ਦੇ ਗ੍ਰਹਿ ਮੰਤਰਾਲੇ ਨੇ ਇਹ ਅਨਾਉਂਸਮੈਂਟ ਕੀਤੀ ਕਿ ਕਿਹੜੇ ਦਿਨ ਅਸੀਂ ਇਹਨਾਂ ਕੈਦੀਆਂ ਨੂੰ ਰਿਹਾ ਕਰਨਾ? ਦੇਖੋ ਜਿਹੜੀ ਸਰਪੰਚ ਉਹਨਾਂ ਨੇ ਗੱਲ ਕਹੀ ਆ ਕਿ ਇਹ ਕੀ ਪਤਾ ਸ਼ੋਸ਼ਾ ਹੀ ਆ ਛੱਡਿਆ, ਉਹ ਤਾਂ ਮੈਂ ਕਿਹਾ ਵੀ ਸ਼ੋਸ਼ਾ ਹੀ ਲੱਗਦਾ, ਸ਼ੋਸ਼ਾ ਹੀ ਲੱਗਦਾ ਕਿਉਂਕਿ ਉਹਨਾਂ ਦੇ ਨਾਲ ਇਹ ਚੀਜ਼ ਆ ਜਾਣੀ ਹੈ ਨਾ ਕਿ ਜਦੋਂ ਉਹਨਾਂ ਨੇ ਰਿਟ ਪਾਣੀ, ਜਿੱਦਾਂ ਟੋਨਰ ਸਾਹਿਬ ਨੇ ਵੀ ਦੱਸਿਆ ਕਿ ਜੇ ਉਹ ਰਿਟ ਪਾਤੀ ਉਹਨਾਂ ਨੇ ਉਹ ਡਿਲੇ ਦੇ ਕਰਕੇ ਉਹਨਾਂ ਨੂੰ ਫਿਰ ਗੱਲ ਉੱਥੇ ਦੀ ਉੱਥੇ ਠੱਪ ਹੋ ਜਾਣੀ ਕਿ ਵੀ ਉਹਨਾਂ ਨੇ ਰਿਟ ਪਾਈ ਉਨੀ ਦੇਰ ਅਸੀਂ ਇਹਨਾਂ ਨੂੰ ਨਹੀਂ ਛੱਡ ਸਕਦੇ। ਪਹਿਲੀ ਗੱਲ ਤਾਂ ਜਦੋਂ ਕੋਈ ਲਿਸਟ ਹੀ ਹੈ ਨਹੀਂ, ਕੋਈ ਹੁਣ ਮੈਂ ਕਹਿੰਦਾ ਕੋਈ ਜੇਬ ਕਤਰੇ ਨੂੰ ਕਹਿਣਗੇ ਜੀ ਚਲੋ ਉਹ ਛੱਡ ਦੇ ਜੀ, ਕੈਦੀ ਸੀਗਾ, ਸਿੱਖ ਸੀਗਾ, ਜੇ ਜੰਮਾ ਮੌਤ ਤੋਂ ਮਰ ਗਿਆ ਮਗਰੋਂ, ਹਨਾ। ਪਰ ਮੈਂ ਤਾਂ ਇਹ ਕਹਾਂਗਾ ਕਿ ਰਾਜੋਆਣਾ ਦੀ ਦਲੇਰੀ ਇਹ ਆ, ਪਹਿਲੀ ਗੱਲ ਤਾਂ ਇਹ ਕਿ ਦੇਖੋ ਉਹਦੇ ਨਾਲ ਸੀਗਾ ਬੇਅੰਤ ਸਿੰਘ, ਉਹਨਾਂ ਦੇ ਨਾਲ ਸੀਗਾ, ਹਨਾ। ਉਹ ਪਹਿਲਾਂ ਕੋਈ ਖਾਲਿਸਤਾਨੀ ਨਹੀਂ ਸੀਗਾ, ਸਿਰਫ ਉਹਦੇ ਸਾਹਮਣੇ ਜੋ ਨਿਹੱਤਿਆਂ ਤੇ ਹੁੰਦਾ ਰਿਹਾ, ਹਨਾ, ਨਿਰਦੋਸ਼ਾਂ ਤੇ ਹੁੰਦਾ ਰਿਹਾ, ਉਹਦੇ ਤੇ ਨੂੰ ਠੇਸ ਲੱਗੀ, ਸੱਟ ਲੱਗੀ, ਉਹਦੇ ਕਰਕੇ ਉਹਨਾਂ ਨੇ ਇਸ ਚੀਜ਼ ਨੂੰ ਧਾਰ ਕੇ ਤੇ ਕਿਹਾ ਕਿ ਵੀ ਅਸੀਂ ਜੜ ਨੂੰ ਹੀ ਮੁਕਾਈਏ ਪਹਿਲਾਂ, ਹਨਾ। ਓਕੇ, ਹੁਣ ਜਿਹੜੀ ਗੱਲ ਕਹਿ ਰਹੇ ਹੈਗੇ ਬਿੱਟੂ ਹੁਣੀ ਕਿ ਜੀ ਅਸੀਂ ਸਾਰਾ ਸਾਡਾ ਪਰਿਵਾਰ ਇਹ ਬੀਜੇਪੀ ਨਾਲ ਮਤਲਬ ਗਵਰਨਮੈਂਟ ਨਾਲ ਮੱਥਾ ਲਾਏਗਾ ਜੀ, ਹਾਂਜੀ, ਅਸੀਂ ਜਿੱਥੇ ਤੱਕ ਸਾਡੇ ਸਿਰ ਧਰ ਦੀ ਬਾਜੀ ਲਾ ਦੇਾਂਗੇ ਜੀ, ਜਿੱਥੇ ਉਹ ਮਰਿਆ ਮੈਂ ਵੀ ਮਰੂੰਗਾ। ਇਹੀ ਬਿੱਟੂ ਤੇ ਗੁਰਕੀਰਤ ਤੇ ਉਹਨਾਂ ਦੀ ਉਹ ਗੁਰਕਮਲ ਇਹੀ ਪਹਿਲਾਂ ਕਹਿਣ ਦੇ ਜਦੋਂ ਸੰਘਰਸ਼ ਵਿਦਿਆ ਸਾਰਿਆਂ ਨੇ ਆਪਣੇ ਘਰਾਂ ਦੇ ਉੱਤੇ ਕੇਸ ਮੂਵਮੈਂਟ ਚੱਲੀ ਸੀ, ਪੰਜਾਬ ਦੇ ਵਿੱਚ ਬਹੁਤ ਵੱਡੀ ਮੂਵਮੈਂਟ ਚੱਲੀ ਸੀ ਜੀ, ਹਾਂਜੀ। ਇਹਨਾਂ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ, ਅਨੇਕਾਂ ਵਾਰੀ ਕਿਹਾ ਕਿ ਅਗਰ ਗਵਰਨਮੈਂਟ ਉਹਦੀ ਸਜ਼ਾ ਮਾਫ ਕਰਨਾ ਚਾਹੁੰਦੀ ਸਾਨੂੰ ਕੋਈ ਬਿਲਕੁਲ। ਜਿਹੜੀ ਮੈਂ ਹੁਣ ਗੱਲ ਕਰਦਾ, ਮੈਨੂੰ ਲੱਗਦਾ ਕਿ ਮੋਦੀ ਸਰਕਾਰ ਨੇ ਬਿਆਨ ਸਿੰਘ ਦੇ ਪਰਿਵਾਰ ਤੋਂ ਇਹ ਬਿਆਨਬਾਜ਼ੀ ਵੀ ਆਪ ਹੀ ਕਰਾਉਣੀ, ਤੁਸੀਂ ਰਿਟ ਪਾ ਦਿਓ ਅਸੀਂ ਨਾ ਛੱਡਾਂਗੇ। ਮੇਰੀ ਗੱਲ ਸੁਣੋ, ਜਿਹੜੀ ਉਹਨਾਂ ਨੇ ਬਿੱਟੂ ਉਹਨਾਂ ਦੀ ਪਹਿਲੀ ਗੱਲ ਦੀ ਗੱਲ ਸੀ ਜਿਹੜੀ ਉਹ ਉਹਨਾਂ ਨੇ ਤਾਂ ਕਿ ਉਹਨਾਂ ਵੀ ਚਾਹੇ ਚਲੋ ਜੀ ਤੇ ਘਾਹ ਨੂੰ ਫਾਂਸੀ ਹੋ ਜਾਣੀ ਜੀ, ਅਸੀਂ ਆਪਣੇ ਆਪ ਚ ਦੁੱਧ ਧੋਤੇ ਬਣ ਜੀ ਕਿ ਤਾਂ ਸਾਨੂੰ ਕੋਈ ਗਿਲਾ ਨਹੀਂ, ਇਹ ਤਾਂ ਕੌਮ ਦੇ ਨਾਲ ਸੀ, ਉਹ ਕੌਮ ਦੇ ਨਾਲ ਸੀ। ਪਰ ਲੇਕਿਨ ਹੁਣ ਜਦੋਂ ਉਹਨਾਂ ਨੂੰ ਛੱਡਣ ਦੀ ਗੱਲ ਹੋਈ ਆ, ਮੈਂ ਗੱਲ ਲਿਆ ਮੈਂ ਪਹਿਲਾਂ ਆਪਣੀ ਸਿੱਖੀ ਤੇ, ਤੁਸੀਂ ਇਹ ਦੇਖੋ ਕਿ ਉਹਨਾਂ ਨੇ 24-25 ਸਾਲਾਂ ਦੇ ਵਿੱਚ ਆਪਣੇ ਜੀਵਨ ਨੂੰ ਕਿੰਨਾ ਉੱਚਾ ਤੇ ਸੁੱਚਾ ਬਣਾਇਆ, ਹਨਾ। ਜਿਸ ਤਰ੍ਹਾਂ ਟੋਨਰ ਸਾਹਿਬ ਨੇ ਦੱਸਿਆ ਕਿ ਉਹ ਤਾਂ ਜੇਲ੍ਹ ਦੇ ਵਿੱਚ ਕੋਰਟ ਦੇ ਵਿੱਚ ਉਹ ਬਾਂਹ ਲਾ ਕੇ ਕਹਿੰਦੇ ਕਿ ਵੀ ਮੇਰੀ ਸਜ਼ਾ ਜਿਹੜੀ ਹੈਗੀ ਆ ਮੈਨੂੰ ਫਾਂਸੀ ਦਿਓ। ਇੱਕ ਵਾਰ ਤਾਂ ਉਹ ਕਹਿੰਦੇ ਕਿ ਮੈਂ ਰੱਸਾ ਵੀ ਲੈ ਕੇ ਆਪਣਾ ਆਣਾ ਕਿ ਕਿਤੇ ਤੁਸੀਂ ਇਹ ਨਾ ਕਹਦੇ ਕੋਈ ਜਿਹੜਾ ਸਾਡਾ ਰੱਸਾ ਆ ਉਹ ਟੁੱਟ ਗਿਆ ਜੀ, ਕੱਚਾ ਸੀਗਾ, ਹਨਾ, ਕਿ ਮੈਂ ਆਪਣਾ ਰੱਸਾ ਲੈ ਕੇ ਆਉਂਗਾ ਕਿ ਮੈਨੂੰ ਫਾਂਸੀ ਤੁਸੀਂ ਦਿਓ। ਪਹਿਲੇ ਇਹ ਹੈਗੀ ਦਲੇਰੀ, ਇਹ ਹੈਗੀ ਆ ਅੰਮ੍ਰਿਤ ਦੀ ਸ਼ਕਤੀ। ਕਿਉਂਕਿ ਜਦੋਂ ਆਪਾਂ ਗੱਲ ਕਰਦੇ ਹਾਂ ਗੁਰੂਆਂ ਦੀ ਬਾਣੀ ਦੀ ਤੇ ਗੁਰੂ ਦੀ ਅੰਮ੍ਰਿਤ ਦੀ ਗੱਲ ਕਰਦੇ ਆ, ਅੰਮ੍ਰਿਤ ਦੀ ਸ਼ਕਤੀ ਇੰਨੀ ਆਂਦੀ ਆ ਕਿ ਬੰਦਾ ਮਰ ਮਿਟਣ ਨੂੰ ਤਿਆਰ ਹੋ ਜਾਂਦਾ ਤੇ ਉਹਨੂੰ ਉਹਤੇ ਕੋਈ ਉਸ ਸਜ਼ਾ ਦਾ, ਕੋਈ ਉਹਤੇ ਉਸ ਵਾਰ ਦਾ ਉਹਨੂੰ ਦੁੱਖ ਵੀ ਨਹੀਂ ਫੀਲ ਹੁੰਦਾ। ਕਿਉਂਕਿ ਗੁਰੂਆਂ ਦੇ ਟਾਈਮ ਤੇ ਵੀ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ, ਗੁਰੂਆਂ ਤੋਂ ਮਗਰੋਂ ਵੀ ਪਾਈਆਂ, ਜਿੱਦਾਂ ਜਿੰਦੇ ਤੇ ਆਪਣੇ ਸੁੱਕੇ ਉਹਨਾਂ ਦਾ ਵੀ ਅੱਜ ਮਤਲਬ ਹੈਗਾ ਜੀ ਉਹਨਾਂ ਤੇ ਉਹਨਾਂ ਨੇ ਵੀ ਫਾਂਸੀ ਨੂੰ ਹੱਸ ਕੇ, ਮੈਂ ਉਹਨਾਂ ਨੂੰ ਮਠਿਆਈ ਵੰਡਣ ਨੂੰ ਨਹੀਂ ਮਿਸ ਕੀਤਾ, ਉਹਨਾਂ ਨੇ ਔਰੰਜ ਦੇ ਵੀ ਜਿਹੜੀਆਂ ਉਹੀ ਫਾੜੀਆਂ ਭਗਤ ਸਿੰਘ ਉਹਨਾਂ ਦੇ, ਬਿਲਕੁਲ ਜੀ। ਉਹਨਾਂ ਨੂੰ ਇਹ ਗਾਂਧੀ ਵਰਗਿਆਂ ਨੇ ਉਹਨਾਂ ਨੂੰ ਅੱਤਵਾਦੀ ਕਹਿ ਕੇ ਉਹਨਾਂ ਨੂੰ ਫਾਂਸੀ ਇੱਕ ਦਿਨ ਪਹਿਲਾਂ ਕਰਵਾਈ ਆ। ਸੋ ਮਤਲਬ ਅਸੀਂ ਇਸ ਚੀਜ਼ ਨੂੰ ਨਹੀਂ ਕਹਿ ਸਕਦੇ ਕਿ ਜਿਹੜਾ ਇੰਡੀਆ ਦਾ ਸੰਵਿਧਾਨ ਤੇ ਚੱਲਣ ਲਈ ਨਾ ਤਾਂ ਗਵਰਨਮੈਂਟ ਚੱਲਦੀ ਆ ਤੇ ਨਾ ਹੀ ਪਬਲਿਕ ਚੱਲਦੀ ਆ ਸੰਵਿਧਾਨ ਤੋਂ ਉੱਪਰ। ਕਿਉਂਕਿ ਜਿੱਦਾਂ ਅੱਜ ਕੱਲ ਪ੍ਰਸ਼ਾਸਨ ਦੇ ਨਾਲ ਜੋ ਹੋ ਰਿਹਾ, ਪ੍ਰਸ਼ਾਸਨ ਜੋ ਕਰ ਰਹੀ ਆ ਉਹ ਸੰਵਿਧਾਨਕ ਦੇ ਤੌਰ ਤੇ ਤਾਂ ਕੁਝ ਵੀ ਨਹੀਂ ਕਰ ਰਹੀ। ਟੋਨਾ ਸਾਹਿਬ, ਜੇ ਆਪਾਂ ਕਿਉਂਕਿ ਆਪਾਂ ਹਰ ਪੰਜਾਬੀ ਜਿੱਥੇ ਵੀ ਕਿਤੇ ਬੈਠਾ ਇਹ ਗੱਲ ਆਪਾਂ, ਚਾਹੇ ਕੋਈ ਕਥਾਵਾਚਕ ਹੋਵੇ, ਚਾਹੇ ਕੋਈ ਪ੍ਰਚਾਰਕ ਹੋਵੇ, ਚਾਹੇ ਕੋਈ ਪੋਲੀਟਿਕਸ ਹੋਵੇ, ਕਿਸੇ ਤਰ੍ਹਾਂ ਵੀ ਕੋਈ ਕੰਮ ਕਰਦਾ, ਆਪਾਂ ਜਿੱਥੇ 10 ਬੰਦੇ ਖੜੇ ਉੱਥੇ ਮੇਰੇ ਅੱਗੇ ਉੱਠ ਕੇ ਕਹਿੰਦਾ ਆਪਾਂ ਨੂੰ ਇੱਕ ਹੋਣਾ ਚਾਹੀਦਾ ਜੀ। ਜੇ ਪੰਜਾਬੀ ਪਹਿਲੇ ਦਿਨ ਤੋਂ ਇੱਕ ਰਹਿੰਦੇ ਜੀ ਤੇ ਮੇਰੇ ਖਿਆਲ ਭਾਰਤੀ ਜਨਤਾ ਪਾਰਟੀ ਹੋਂਦ ਵਿੱਚ ਬਿਨਾਂ ਆਉਂਦੀ। ਬਿਲਕੁਲ ਸਹੀ, ਬਿਲਕੁਲ ਐਬਸੋਲੂਟ। ਤੁਸੀਂ ਤੁਹਾਡੇ ਹਿਸਾਬ ਨਾਲ ਕੀ ਆਪਾਂ ਇੰਨੀਆਂ ਸੱਟਾਂ ਖਾ ਕੇ ਇੰਨਾ ਕੁਛ ਕਰਕੇ ਹੁਣ ਆਪਣੇ ਸਰਪੰਚ ਸਾਹਿਬ ਬੈਠੇ ਆ, ਜੇ ਗੱਲ ਕਰਦੇ ਆਪਾਂ ਦਲਿਤ ਭਾਈਚਾਰੇ ਦੀ ਜੀ, ਦਲਿਤ ਭਾਈਚਾਰਾ ਆਪਣੇ ਆਪ ਨੂੰ ਹਿੰਦੂ ਲਿਖਾਉਣ ਵਿੱਚ ਤਾਂ ਫਖਰ ਮਹਿਸੂਸ ਕਰਦਾ, ਹਾਲਾਂਕਿ ਉਹਨਾਂ ਚੋਂ ਕਈ ਆਪਣੇ ਆਪ ਨੂੰ ਸਿੰਘ ਲਿਖਾਉਂਦੇ, ਲੇਕਿਨ 90% ਉਹਨਾਂ 'ਚ ਹਿੰਦੂ ਆਪਣੇ ਨੂੰ ਲਿਖਾਊਗਾ, ਸਿੱਖ ਨਹੀਂ ਲਿਖਾਉਂਦਾ, ਹੋਰ ਨਹੀਂ ਕੋਈ ਲਿਖਾਉਂਦਾ। ਲੇਕਿਨ ਇਹ ਸਾਰਾ ਕੁਛ ਜੇ ਆਪਾਂ ਇੱਕ ਰਹੀਏ, 9 ਮਾਸ ਦਾ ਰਸਤਾ ਪਿੰਡਾਂ ਦੇ ਵਿੱਚ, ਕੀ ਆਪਾਂ ਇਹਨਾਂ ਨੂੰ ਨੱਥ ਪਾ ਸਕਦੇ ਜਿਸ ਤਰ੍ਹਾਂ ਇਹ ਵਧਣ ਦੀਆਂ ਕੋਸ਼ਿਸ਼ਾਂ ਕਰਦੇ ਕਿ ਸਾਰੇ ਹਿੰਦੂ ਹੀ ਰਹਿਣੇ ਚਾਹੀਦੇ? ਦੇਖੋ ਇੱਕ ਮੋਟੀ ਗੱਲ, ਜਿੱਦਾਂ ਪਹਿਲਾਂ ਵੀ ਕਹਿੰਦੇ ਹੁੰਦੇ ਸਿੱਖ ਨੂੰ ਸਿੱਖ ਮਾਰੂ ਜਾਂ ਮਾਰੂ ਕਰਤਾ, ਸਿੱਖ
ਕਿਸੇ ਦੇ ਮਾਰਿਆ ਨਹੀਂ ਮਰਦਾ, ਜੇ ਕਰਤਾਰ ਉਹਦਾ ਵਾਹਿਗੁਰੂ ਉਹਦੇ ਨਾਲ ਹੈਗਾ। ਹੁਣ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਮੈਂ ਆਪ ਦੇਖਦਾ ਜਦੋਂ ਛੋਟੇ ਹੁੰਦੇ ਸੀ ਤੇ ਪਿੰਡਾਂ ਦੇ ਵਿੱਚ ਇੱਕੋ ਗੁਰਦੁਆਰਾ ਸਾਹਿਬ ਹੁੰਦਾ ਸੀ, ਜਿਹੜੇ ਮਜ਼੍ਹਬੀ ਸਿੰਘ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਸਾਡੇ ਨਾਲੋਂ ਵਧੀਆ ਸਿੱਖ ਸੀ, ਉਹਨਾਂ ਦੇ ਬੱਚੇ ਵੀ ਸਰਦਾਰ ਸੀ, ਗੁਰਦੁਆਰਾ ਇੱਕ ਸੀ, ਕੋਈ ਤੂੰ ਮੈਂ ਹੁੰਦੀ ਨਹੀਂ ਸੀ। ਇਹ ਪਤਾ ਨਹੀਂ ਕਿੱਥੋਂ ਹਵਾ ਚੱਲੀ, ਉਹਨਾਂ ਦੇ ਗੁਰਦੁਆਰੇ ਸਾਹਿਬ ਵੱਖਰੇ ਹੋ ਗਏ, ਠੀਕ ਹੈ, ਸਾਡੇ ਵੱਖਰੇ ਹੋ ਗਏ, ਜਿਹੜੇ ਕਿ ਕਦੀ ਵੀ ਨਹੀਂ ਸੀ ਹੋਣੇ ਚਾਹੀਦੇ। ਹੁਣ ਮੂਵਮੈਂਟ ਚੱਲੀ ਹੈ, ਐਸਜੀਪੀਸੀ ਨੇ ਕਿਹਾ ਵੀ ਸਾਰੇ ਗੁਰਦੁਆਰਾ ਸਾਹਿਬ ਜਿਹੜੇ ਇਕੱਠੇ ਹੋਣੇ ਚਾਹੀਦੇ ਆ, ਔਰ ਕਾਫੀ ਪਿੰਡਾਂ ਦੇ ਵਿੱਚ ਇਕੱਠੇ ਹੋਏ ਵੀ ਹੈਗੇ ਆ। ਔਰ ਸਾਡਾ ਜਿਹੜਾ ਉਪਰਾਲਾ ਚਾਹੀਦਾ ਆਪਣੀ ਕੌਮ ਨੂੰ ਇਕੱਠੇ ਕਰਨਾ ਬਹੁਤ ਜ਼ਰੂਰੀ ਆ। ਜੇ ਅਸੀਂ ਇਕੱਠੇ ਆ, ਜੇ ਅਸੀਂ ਇਕੱਠੇ ਆ ਤਾਂ ਕੋਈ ਦੁਨੀਆ ਦੀ ਤਾਕਤ ਸਾਨੂੰ ਢਾਹ ਨਹੀਂ ਲਾ ਸਕਦੀ। ਔਰ ਇਕੱਠੇ ਹੋਣਾ ਸਾਡੀ ਮਜਬੂਰੀ ਵੀ ਆ, ਸਾਨੂੰ ਹੋਣਾ ਚਾਹੀਦਾ, ਸਾਨੂੰ ਹੋਣਾ ਹੀ ਪੈਣਾ। ਜਿੰਨਾ ਚਿਰ ਅਸੀਂ ਇਕੱਠੇ ਨਹੀਂ ਹੁੰਦੇ ਸਾਨੂੰ ਖਤਰਾ। ਦੇਖੋ ਅਸੀਂ 1.5-2% ਸਾਰੇ ਆ, 100 ਦੇ ਵਿੱਚ ਅਸੀਂ 1.5-2 ਹੀ ਆ, 2 ਵੀ ਨਹੀਂ ਰਹਿ ਗਿਆ, ਉਦੋਂ ਵੀ ਘੱਟ ਹੈ। ਜੇ ਉਹ ਵੀ ਇਕੱਠੇ ਨਹੀਂ ਤਾਂ ਆਟੇ 'ਚ ਲੂਣ ਵੀ ਕੰਮ ਸਾਡਾ ਘਟਦਾ ਜਾਂਦਾ ਹੈਗਾ। ਟੋਨਾ ਸਾਹਿਬ ਇੱਥੇ ਮੈਂ ਤੁਹਾਨੂੰ ਰੋਕਣ ਲੱਗਾ, ਜੇ ਆਪਾਂ ਗੱਲ ਇਕੱਠੇ ਹੋਣ ਦੀ ਗੱਲ ਕਰੀਏ ਜੀ, ਜਿੱਥੇ ਵੀ ਆਪਾਂ ਗਏ ਆਪਾਂ ਦੇਸ਼ਾਂ ਵਿਦੇਸ਼ਾਂ ਜਾ ਕੇ ਏਡੇ ਵੱਡੇ ਗੁਰਦੁਆਰਾ ਸਾਹਿਬਾਨ ਬਣਾ ਲਏ, ਏਡੇ ਵੱਡੇ ਬਿਜ਼ਨਸ ਬਣਾ ਲਏ, ਤੇ ਆਪਾਂ ਇੱਕ ਦੂਜੇ ਨਾਲ ਔਖੇ ਲੜ ਪੜ ਕੇ ਜਥੇਬੰਦੀਆਂ ਵੱਖਰੀਆਂ ਬਣਾ ਲਈਆਂ। ਲੇਕਿਨ ਜਦੋਂ ਆਪਾਂ ਗੱਲ ਕਰਦੇ ਆ ਇੱਕ ਗੁਰਦੁਆਰਾ ਸਾਹਿਬਾਨ ਦੀ ਪ੍ਰਬੰਧਕ ਕਮੇਟੀ ਦੀ, ਤੇ ਉੱਥੇ ਆਪਾਂ ਡਾਂਗੋ ਸੋਟੀ ਹੋਣ ਲੱਗੇ ਵੀ ਮਿੰਟ ਲਾਉਣਾ, ਤੇ ਜੇ ਆਪਾਂ ਇੱਕ ਗੁਰਦੁਆਰੇ ਦੀ ਕਮੇਟੀ 'ਚ ਆਪਾਂ ਇੱਕ ਨਹੀਂ ਹੋ ਸਕਦੇ, ਇੱਕ ਨਹੀਂ ਰਹਿ ਸਕਦੇ, ਗੁਰਦੁਆਰਾ ਵੀ ਨਹੀਂ ਇੱਕ ਬਣ ਸਕਦਾ, ਆਪਾਂ ਸਾਰੀ ਕੌਮ ਦੇ ਵਿੱਚ ਆਪਾਂ ਕਿੱਦਾਂ ਕਹਿ ਸਕਦੇ ਹਾਂ ਕਿ ਆਪਾਂ ਇੱਕ ਨਹੀਂ ਬਣ ਸਕਦੇ। ਰਾਜਵਾਲ ਸਾਹਿਬ ਇਹਦੇ ਵਿੱਚ ਜਿਹੜਾ ਹੈ ਨਾ ਜ਼ਿਆਦਾ ਜਿਹੜੇ ਸਾਡੇ ਲੀਡਰ ਸਹਿਬਾਨ ਆ ਉਹ ਜਨਤਾ ਨੂੰ ਇਕੱਠਾ ਨਹੀਂ ਹੋਣ ਦਿੰਦੇ ਹੈਗੇ। ਜਿਹੜੇ ਸਾਡਾ ਭਾਈਚਾਰਾ ਹੈਗਾ, ਸਾਡੇ ਜੋਸ਼ ਬਹੁਤ ਆ, ਹੋਸ਼ ਘੱਟ ਆ, ਸਾਨੂੰ ਹੋਸ਼ ਦੀ ਬਹੁਤ ਲੋੜ ਆ। ਜੇ ਅਸੀਂ ਜੋ ਸਾਨੂੰ ਬਾਣੀ ਕਹਿ ਗਈ ਆ, ਜੇ ਅਸੀਂ ਉਹਦੇ ਉੱਤੇ ਚੱਲਾਂਗੇ ਤੇ ਜ਼ਿੰਦਗੀ 'ਚ ਸਕਸੈਸ ਹੋਵਾਂਗੇ। ਜੇ ਨਹੀਂ ਚੱਲਾਂਗੇ, ਜੇ ਗੁਰੂਆਂ ਨੇ ਜੋ ਸਾਨੂੰ ਕਹਿਤਾ, ਜੋ ਸਾਨੂੰ ਟੀਚਿੰਗ, ਜੋ ਸਾਨੂੰ ਆਸ਼ੀਰਵਾਦ ਦੇ ਗਏ, ਜੇ ਅਸੀਂ ਉਹ ਤੇ ਨਹੀਂ ਚੱਲਦੇ ਤੇ ਸਾਡਾ ਘਾਟਾ ਹੀ ਘਾਟਾ। ਏਕਾ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਆ। ਤੁਹਾਡੇ ਮੈਂ 110% ਸਹਿਮਤ ਹਾਂ ਕਿ ਏਕਾ ਹੋਣਾ ਚਾਹੀਦਾ ਆ, ਪਰ ਲੇਕਿਨ ਜਿਹੜੀ ਸਾਡੇ ਗੁਰੂਆਂ ਨੇ ਸਰਬੰਸ ਵਾਰ ਕੇ ਵੀ ਸਾਨੂੰ ਜਾਤ ਪਾਤ ਚੋਂ ਕੱਢਣਾ ਚਾਹਿਆ, ਪਰ ਲੇਕਿਨ ਮੈਂ ਤਾਂ ਇਹ ਕਹਾਂਗਾ ਕਿ ਜਿਹੜੀਆਂ ਹੁਣ ਕੋਈ ਸਿੰਘ ਸਭਾਵਾਂ ਇੱਕ ਥਾਂ ਤੇ ਵੀ ਹੈਗੀਆਂ, ਉਹਨਾਂ ਦੀ ਆਪਣਾ ਵੀ ਜੁੱਤੀ ਬਿਤਾਨ ਆ। ਜੇ ਕਿਤੇ ਕੋਈ ਰਵਿਦਾਸੀ ਆ, ਕੋਈ ਬਾਲਮੀਕੀ ਆ, ਕੋਈ ਹੋਰ ਕਿਸੇ ਜਾਤ ਦਾ, ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦਿੰਦਾ ਕਿ ਕਈ ਗੁਰਦੁਆਰਾ ਸਾਹਿਬ 'ਚ ਸਿੰਘ ਸਭਾ 'ਚ ਜਾਵਾਂ, ਉਹ ਪਹਿਲਾਂ ਤਾਂ ਮੈਨੂੰ ਆ ਕਹਿਣਗੇ ਇਹ ਮਿਸਤਰੀ ਕਿੱਧਰੋਂ ਆ ਗਿਆ ਜਿੱਧਰ ਪਹਿਲਾਂ ਮੇਰੇ ਕਹਿਣ ਦਾ ਅੱਗੇ ਬ੍ਰਾਹਮਣਵਾਦ ਸੀ, ਹੁਣ ਹੈਗਾ ਜੱਟਵਾਦ। ਹੁਣ ਮਤਲਬ ਜਿਹੜੀਆਂ ਸਾਡੇ ਚੋਂ ਇਹ ਨਹੀਂ ਨਿਕਲਣਾ, ਇੱਕ ਗੁਰਦੁਆਰਾ ਇੱਕ ਥਾਂ ਬਣ ਹੀ ਨਹੀਂ ਸਕਦਾ, ਇੱਕ ਬਣਨਾ ਹੀ ਨਹੀਂ। ਇੱਕ ਚੀਜ਼ ਇਦਾਂ ਕਿ ਜੇ ਹੁਣ ਕਹੀਏ ਕਿ ਬਰਮਿੰਘਮ ਦੇ ਵਿੱਚ ਆਪਾਂ ਇੱਕ ਗੁਰਦੁਆਰਾ ਜਾਂ 2 ਗੁਰਦੁਆਰਾ ਬਣਾਈਏ, ਕੋਈ ਸੋਲੀਵਾਲ ਤੋਂ ਕਿੱਥੇ ਆਏਗਾ ਸੈਂਟਰ 'ਚ, ਕੋਈ ਸਟਨ ਤੋਂ ਕਿੱਥੇ ਆਏਗਾ, ਇਹ ਨਹੀਂ ਹੋਣੇ ਜੀ। ਇਹ ਗੱਲ ਹੋਣੀ ਜਿੱਥੋਂ ਪਹਿਲਾਂ ਪਿੰਡਾਂ ਦੀ ਗੱਲ ਕਰਦੇ ਜਿੱਦਾਂ ਟੋਰਨਾ ਸਾਹਿਬ ਨੇ ਕਿਹਾ, ਜੇ ਅਕਾਲ ਤਖਤ ਸਾਹਿਬ ਤੋਂ ਵੀ ਫਰਮਾਨ ਹੋਇਆ, ਲਾਈਕ ਹੁਕਮਨਾਮਾ ਨਹੀਂ ਜਾਰੀ ਹੋਇਆ, ਉਹਦਾ ਆਦੇਸ਼, ਹੁਕਮਨਾਮਾ ਨਹੀਂ, ਉਹਦਾ ਆਦੇਸ਼ ਉਹਨੇ ਕਿਹਾ, ਤੇ ਸ਼੍ਰੋਮਣੀ ਕਮੇਟੀ ਨੇ ਵੀ ਉਪਰਾਲਾ ਕੀਤਾ। ਲੇਕਿਨ ਕਈਆਂ ਪਿੰਡਾਂ 'ਚ ਇਸ ਗੱਲ ਦਾ ਵਿਰੋਧ ਹੋਇਆ ਕਿ ਅਸੀਂ ਉਹਨਾਂ ਨੂੰ ਆਪਣੇ ਮੰਨ ਲਓ ਰਵਿਦਾਸੀਏ ਭਾਈਚਾਰੇ ਨੂੰ ਅਸੀਂ ਆਪਣੇ ਗੁਰਦੁਆਰਾ ਅੰਦਰ ਨਹੀਂ ਆਉਣ ਦੇਣਾ, ਹਨਾ, ਜਾਂ ਰਵਿਦਾਸੀਏ ਭਾਈਚਾਰੇ ਦੇ ਗੁਰਦੁਆਰਾ ਕਈਆਂ ਪਿੰਡਾਂ 'ਚ ਉਹਨਾਂ ਦੇ ਸੋਹਣੇ ਸੀ, ਦੂਜੇ ਗੁਰਦੁਆਰੇ ਇਹ ਚਲੋ ਗੁਰਦੁਆਰਾ ਤਾਂ ਸੋਹਣਾ ਹੁੰਦਾ, ਕਈਆਂ ਦੀ ਬਿਲਡਿੰਗ ਵਧੀਆ ਸੀ, ਤੇ ਉਹਨੇ ਕਹਿਤਾ ਜੇ ਤੁਸੀਂ ਆਪਣਾ ਗੁਰਦੁਆਰਾ ਕਹਿੰਦੇ ਵੀ ਅਸੀਂ ਇਹ ਬੰਦ ਕਰਕੇ ਹੋਰ ਕੋਈ ਚੀਜ਼ ਬਣਾ ਲੈਂਦੇ ਆ, ਅਸੀਂ ਤੁਹਾਨੂੰ ਨਹੀਂ ਆਉਣ ਦੇਣਾ। ਆਪਣੀ ਜਿਹੜੀ ਇਹ ਵਿਰੋਧਤਾ ਆ, ਮੈਨੂੰ ਸ਼ੱਕ ਪੈਂਦੀ ਆ, ਉਹ ਵੀ ਏਜੰਸੀਆਂ ਨੇ ਆਪੇ ਫਲਾਈ ਕਿ ਇਹਨਾਂ ਨੂੰ ਇਸ ਚੱਕਰ 'ਚ ਪਾ ਲਓ। ਹੁਣ ਚਰਚ ਕਿੰਨੇ ਬਣਦੇ ਜਾਂਦੇ, ਜਾ ਕੇ ਪਿੰਡਾਂ 'ਚ ਦੇਖੋ ਚਰਚ ਕਿੰਨੇ ਬਣਦੇ ਜਾਂਦੇ, ਮਸਜਿਦਾਂ ਕਿੰਨੀਆਂ ਬਣ ਗਈਆਂ ਪੰਜਾਬ ਵਿੱਚ, ਜਾ ਕੇ ਦੇਖੋ ਸਾਰਾ ਕੁਝ ਪਲਾਨਡ ਹੈਗਾ, ਪਲਾਨਡ। ਸਾਡੇ ਬੱਚੇ ਬਾਹਰ ਚਲੇ ਜਾਂਦੇ ਹੈਗੇ ਆ, ਇਹ ਬਣੇ ਕਿਉਂ ਆ? ਕਿਉਂਕਿ ਜਿਹਦਾ ਮੁੱਖ ਰੋਲ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ, ਜਿਹੜੀ ਕਮੇਟੀ ਸਾਡੀ ਹੈ, ਗਰੀਬ ਦਾ ਮੂੰਹ ਗੁਰੂ ਦੀ ਗੋਲਕ ਆ। ਜੇ ਗੋਲਕ ਚੋਂ ਨਾ 100% 10% ਵੀ ਗਰੀਬਾਂ ਦੇ ਕਿਤੇ ਮੂੰਹ ਨੂੰ ਲੱਗਾ ਹੁੰਦਾ, ਇਹ ਹਾਲਾਤ ਨਹੀਂ ਸੀ ਪੈਦਾ। ਬਿਲਕੁਲ। ਲੇਕਿਨ ਉਹ ਜਿਹੜਾ ਗਰੀਬ ਦਾ ਗੋਲਕ ਦਾ ਮੂੰਹ ਆ, ਉਹ ਤਾਂ ਬੜੇ ਜਿਹੜੇ ਉਹਨਾਂ ਦੇ ਢਿੱਡਾਂ 'ਚ ਜਾਂਦਾ, ਜਿਹੜੇ ਢਿੱਡਾਂ ਵਾਲੇ ਆ, ਬੜੇ ਜਗੀਰਦਾਰ ਆ, ਉਹਨਾਂ ਨੇ ਗੁਰਦੁਆਰੇ ਦੀ ਜ਼ਮੀਨਾਂ ਤੇ ਕਬਜ਼ੇ ਕੀਤੇ ਹੋਏ ਆ। ਐਸਜੀਪੀਸੀ ਤੇ ਕਬਜ਼ਾ ਕੀਤਾ ਜੀ, ਤੁਹਾਡੇ ਸਾਹਮਣੇ ਹੀ ਹੈ। 11 ਸਾਲ ਦੇ ਉਹਦੇ ਐਵੇਂ ਲੀਜ਼ ਲੱਗੀ ਆ, ਥੋੜੇ ਜਿਹੇ ਨੋਮੀਨਲ ਪੈਸੇ ਤੇ, ਤਾਂ ਉਹ ਗਰੀਬ ਜਿਹੜੇ ਗੋਲਕ ਦਾ ਮੂੰਹ ਤਾਂ ਲੱਗ ਗਿਆ ਉਹਨਾਂ ਨੂੰ, ਉਹਨਾਂ ਨੇ ਉਹਨਾਂ ਦੇ ਵਿੱਚ ਮੁਲਾਜ਼ਮ ਫਿੱਟ ਕੀਤੇ ਆ। ਉਹਨਾਂ ਦੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ, ਜਿਹੜੇ ਮੈਂਬਰ ਆ, ਉਹਨਾਂ ਦੇ ਘਰ ਮੁਲਾਜ਼ਮ ਉਹਨਾਂ ਦੇ ਕੰਮ ਕਰਨ ਜਾਂਦੇ ਆ। ਉਹ ਤਾਂ ਗਰੀਬ ਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ। ਦੇਖੋ ਅੱਜ ਅਸੀਂ ਗੁੱਸਾ ਕਰਦੇ, ਕ੍ਰਿਸਚੀਅਨਟੀ ਫੈਲਦੀ ਜਾਂਦੀ ਆ, ਅੱਜ ਕਿਉਂ ਫੈਲਦੀ ਜਾਂਦੀ ਆ? ਕਿਉਂਕਿ ਉਹ ਲੋਕਾਂ ਦੀ, ਆਪਾਂ ਉਹਦੀ ਵੀ ਗੱਲ ਕਰਦੇ ਸੀ ਕਿ ਲੋਕਾਂ ਦੀ ਉਹ ਸੇਵਾ ਕਰਦੇ ਆ। ਹੁਣ ਦੇਖੋ ਤਾਜ਼ਾ, ਆਪਣੇ ਤਾਜ਼ਾ ਗੱਲ ਆ ਕਿ ਮੱਖਣ ਕੇਸ ਮੱਖਣ ਨੇ
ਆਪਣੇ ਜਿਹੜੇ ਆ ਕਕਾਰ ਜਿਹੜੇ ਆ ਉਹ ਲਾਤੇ ਆ। ਲੇਕਿਨ ਉਹਦੀ ਮੈਂ ਇੰਟਰਵਿਊ ਪੜ੍ਹੀ ਆ, ਉਹ ਕਹਿੰਦਾ ਵੀ ਲਾਉਣ ਤੋਂ 3 ਦਿਨ ਮੈਂ ਸੁੱਤਾ ਨਹੀਂ ਲਗਾਤਾਰ, ਇੰਨੀਆਂ ਮੈਨੂੰ ਲੋਕਾਂ ਨੇ ਮਾੜਾ ਚੰਗਾ ਕਿਹਾ, ਇੰਨੀਆਂ ਮੈਨੂੰ ਕਹਿੰਦਾ ਮੈਂ ਕਕਾਰਾਂ ਦੀ ਬੇਇੱਜ਼ਤੀ ਨਹੀਂ ਸੀ ਕਰਾਉਣਾ ਚਾਹੁੰਦਾ, ਮੇਰੇ ਤੋਂ ਝੱਲ ਨਹੀਂ ਹੋਈ ਕਿ ਮੈਨੂੰ ਕਕਾਰਾਂ ਕਰਕੇ ਮੈਨੂੰ ਇਹ ਗੱਲ ਕਹਿੰਦੇ ਆ। ਲੇਕਿਨ ਜੇ 3-4 ਦਿਨ ਉਹਨਾਂ ਗੱਲ ਹੁੰਦੀ ਰਹੀ, ਆਪਾਂ ਹੁਣ ਤਾਂ ਮੀਡੀਆ ਦਾ ਯੁੱਗ ਆ, ਮਿੰਟ ਤੇ ਗੱਲ ਜਾਣੀ, ਕਿਉਂ ਨਹੀਂ ਉਹਦੇ ਕੋਈ ਸੁਲਝੇ ਬੰਦੇ ਸ਼੍ਰੋਮਣੀ ਕਮੇਟੀ ਦੇ ਜਾਂ ਉਹਦੇ ਕੋਈ ਹੋਰ ਕੋਈ ਸਿੱਖ ਗਏ ਕਿ ਭਾਈ ਇਹ ਕੋਈ ਗੱਲ ਨਹੀਂ ਇਦਾਂ ਹੁੰਦੀ ਰਹਿੰਦੀ ਆ, ਇਹ ਕੋਈ ਸਰਫਰਿਆਂ ਦੀ ਗੱਲ ਹੋ ਸਕਦੀ ਆ। ਆਪਣਾ ਸਮਾਂ ਵੀ ਆਪਣੀ ਰਫਤਾਰੇ ਤੁਰ ਜਾਂਦਾ। ਜੇ ਸਰਪੰਚ ਸਾਹਿਬ ਮੈਂ ਇਹਦਾ ਇੱਕੋ ਜਵਾਬ ਦਿੰਦਾ ਜਾਵਾਂ, ਜਿੱਥੋਂ ਇਹ ਗੱਲ ਸ਼ੁਰੂ ਹੋਈ, ਆਪਾਂ ਪੰਜਾਬੀ ਨੂੰ ਪਹਿਲਾਂ ਕਹਿ ਕੇ ਹਟਿਆ, ਜਦੋਂ ਤਾਂ ਆਪਾਂ ਕਿਸੇ ਨੂੰ ਚੜਾਉਣਾ ਸ਼ੁਰੂ ਕਰਦੇ ਆ, ਚਾਹੇ ਉਹ ਚੋਦੂ ਪਹਿਲਾਂ ਲੱਖ ਔਗਣ ਹੋਣ, ਆਪਾਂ ਲੈ ਬੱਲੇ ਬੱਲੇ ਟੋਰਨਾ ਸਾਹਿਬ ਹੀ ਲਾ ਲਾ, ਟੋਰਨਾ ਸਾਹਿਬ ਤਾਂ ਜੀ ਗੁਣਾਂ ਦੀ ਗੁਥਲੀ ਆ, ਜੇ ਆ ਉਹ ਆ, ਜਿੱਦਣੇ ਚੜ੍ਹ ਗਏ ਦੇ ਗੁੱਡੀ ਚੜ੍ਹ ਗਈ ਤਾਂ ਨਾ ਆਪਾਂ ਸੋਚਣਾ ਯਾਰ ਬੈਸਰੋਂ ਸ਼ੁਰੂ ਕੀਤਾ ਸੀ, ਹੁਣ ਸਾਰੀ ਇੰਗਲੈਂਡ 'ਚ ਇਹਨਾਂ ਦੇ ਦਫ਼ਤਰ ਬਣ ਗਏ, ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਥੱਲੇ ਲਿਆਉਣਾ, ਠਿੱਬੀ ਲਾਉਣੀ ਕਿੱਦਾਂ ਲਾਉਣੀ ਆ। ਉਹ ਸਾਰੀ ਉਮਰ ਮਾਂ ਬੋਲੀ ਦੀ ਸੇਵਾ ਕੀਤੀ, ਇੰਨੀਆਂ ਵਧੀਆ ਅੱਜ ਤਾਈਂ ਹਿੰਦੀ ਫਿਲਮਾਂ ਵੀ ਚਲੋ ਜਿਹੜੀਆਂ ਵਰਲਡ ਦੀਆਂ ਫਿਲਮਾਂ 'ਚ ਅਵਾਰਡ ਮਿਲਦੇ ਆ, ਜੇ ਪੰਜਾਬੀ ਫਿਲਮ ਨੂੰ ਅਵਾਰਡ ਕਿਸੇ ਨੇ ਦਵਾਇਆ ਤਾਂ ਗੁਰਦਾਸ ਮਾਨ ਸਾਹਿਬ, ਹਨਾ। ਜਿਹੜੇ ਬੰਦੇ ਨੇ ਪੰਜਾਬੀ ਮਾਂ ਬੋਲੀ ਦੀ ਸਾਰੀ ਉਮਰ ਇੰਨੀ ਸੇਵਾ ਕੀਤੀ, ਇੰਨਾ ਕੋਲ ਲਿਖ ਕੇ ਦੇਤਾ, ਆਪਾਂ ਚਲੋ ਹਜੇ ਰੱਬ ਕਰੇ ਉਹ ਅਨੇਕਾਂ ਸਾਲ ਹੋਰ ਜੀਵੇ, ਲੇਕਿਨ ਉਹਦੇ ਜਾਣ ਤੋਂ ਬਾਅਦ ਵੀ ਕਲਾਕਾਰ ਉਹਦੀਆਂ ਕਵਿਤਾਵਾਂ, ਉਹਦੇ ਗੀਤ ਗਾਇਆ ਕਰਨਗੇ। ਲੇਕਿਨ ਉਹਨੇ ਇੱਕ ਗੱਲ ਕਹਿ ਦਿੱਤੀ ਕਿ ਹਿੰਦੀ ਜਿਹੜੀ ਬੋਲੀ ਆ ਉਹ ਆਪਣੀ ਮਾਸੀ ਬੋਲੀ ਆ, ਉਹਨੇ ਮਾਂ ਬੋਲੀ ਨਹੀਂ ਕਿਹਾ, ਮਾਸੀ ਕਿਹਾ, ਹਨਾ। ਹਾਲਾਂਕਿ ਆਪਾਂ ਭਾਰਤ ਵਿੱਚੋਂ ਆਏ ਆ, ਭਾਰਤ ਵਿੱਚ ਆਪਾਂ ਪਹਿਲਾਂ ਆਪਣੀ ਜਿਹੜੀ ਭਾਰਤ ਸਾਰੇ ਦੀ ਭਾਸ਼ਾ ਉਹ ਹਿੰਦੀ ਆ, ਬਾਕੀ ਵੱਖਰੇ ਹਰ ਸਟੇਟ ਦੀ ਆਪਣੀ, ਹਰ ਸੂਬੇ ਦੀ ਆਪਣੀਆਂ, ਲੇਕਿਨ ਆਪਾਂ ਉਹਨੂੰ ਨਿੰਦਣ ਲੱਗਿਆ ਨੇ, ਸਾਰੀ ਕੌਮ ਨੇ 1 ਮਿੰਟ ਨਹੀਂ ਲਾਇਆ। ਪਹਿਲੀ ਗੱਲ ਤਾਂ ਇਹ ਗੁਰਦਾਸ ਮਾਨ ਨੇ ਉਹ ਜਿਹੜੇ ਗਾਣੇ ਆਪਾਂ ਘਰ 'ਚ ਨਹੀਂ ਸੀ ਸੁਣ ਸਕਦੇ, ਗੁਰਦਾਸ ਮਾਨ ਨੇ ਉਹ ਪੰਜਾਬੀ ਕਲਚਰ ਨੂੰ ਘਰਾਂ ਵਿੱਚ ਲੈਂਦਾ, ਸੁਲਝੇ ਗਾਣੇ ਗਾਏ ਉਹਨੇ, ਆਪਣੇ ਭੈਣਾਂ ਭਰਾਵਾਂ ਬੈਠ ਕੇ ਸੁਣ ਸਕਦੇ, ਮਾਂ ਧੀਆਂ ਕੋਲ ਆਪਾਂ ਉਹ ਗੀਤ ਸੁਣ, ਮੀਨਿੰਗਫੁਲ ਗਾਣੇ ਗਾਏ, ਮਤਲਬ ਭਰਪੂਰ। ਤੇ ਪਹਿਲਾਂ ਉਹ ਕਲਾਕਾਰ ਸੀ ਜਿਹਨੇ ਬਾਹਰਲੇ ਮੁਲਕਾਂ ਚ ਆਣ ਕੇ ਸਟੇਡੀਅਮ ਕੱਲੇ ਬੰਦੇ ਨੇ ਸਟੇਡੀਅਮ ਜਿਹੜੇ ਵੱਡੇ ਬਣਦੇ। ਦੂਸਰੀ ਗੱਲ ਇਹ ਕੀਤੀ ਆ ਕਿ ਉਹਨੇ ਸਾਫ਼ ਸੁਥਰੀ ਗਾਇਕੀ ਦਾ ਇੱਕ ਬਹੁਤ ਬੜਾ ਮੁਜ਼ਾਹਰਾ ਕੀਤਾ ਕਿ ਉਹਨੇ ਲੋਕਾਂ ਨੂੰ ਇਸ ਪਾਸੇ ਨੂੰ ਤੋਰਿਆ। ਸਾਡਾ ਅਸੀਂ ਜਿਹੜੇ ਲੋਕ ਆ, ਅਸੀਂ ਇਸ ਗੱਲ ਨੂੰ ਇਗਨੋਰ ਕਰਦੇ ਨੇ ਕਿ ਉਹਨੇ 99.99 ਨੂੰ ਚੰਗੀਆਂ ਗੱਲਾਂ ਕੀਤੀਆਂ, ਲੇਕਿਨ ਜਿਹੜੀ 0.000 ਕਰਕੇ ਅਸੀਂ ਆਉਂਦੀ ਆ ਉਹ ਅਸੀਂ ਗੱਲ ਫੜ ਕੇ ਬਹਿ ਜਾਂਦੇ ਆ। ਚਲੋ ਜਿਹੜਾ ਕਿਉਂਕਿ ਆਪਣਾ ਸਮਾਂ ਆਪਣੀ ਰਫਤਾਰੇ ਤੇ ਰਹਿ ਗਿਆ, ਇੱਕ ਜੋੜਨੀ ਸੀ ਗੱਲ, ਜਿਹੜਾ ਪੈਰੀਆ ਰਾਮਾ ਸਵਾਮੀ ਨਾਇਕਰ ਹੋਇਆ, ਉਹਨੇ ਬੋਧੀਪਟ ਮੂਵਮੈਂਟ ਚਲਾਈ ਤਾਮਿਲਨਾਡੂ ਦੇ ਅੰਦਰ, ਬੜਾ ਮਸ਼ਹੂਰ ਬੰਦਾ ਹੋਇਆ। ਉਹ ਜਦੋਂ 72 ਈਅਰ ਦਾ ਹੋਇਆ, ਉਹਨੇ ਆਪਣੀ ਸੈਕਟਰੀ ਨਾਲ ਵਿਆਹ ਕਰਾ ਲਿਆ। ਅੱਛਾ, ਉਹਨੇ ਆਪਣੇ ਸੈਕਟਰੀ ਨਾਲ ਵਿਆਹ ਕਰਾ ਲਿਆ ਜਾਂ ਉਹਦੇ ਕਰਾ ਲਿਆ, ਲੋਕਾਂ ਦੱਸਣ ਦੇ ਕੁਝ ਵੀ ਨਹੀਂ, ਆਪਾਂ ਉਹਦੇ ਪਿੱਛੇ ਨਾ ਜਾਈਏ। ਮੈਂ ਸਮ ਅਪ ਕਰਦਾ ਕਿੰਨਾ ਸਮਾਂ ਥੋੜਾ ਗਿਆ। ਜਿਹੜਾ ਅੰਨਾ ਦਰਾਈ ਸੀਗਾ, ਅੰਨਾ ਦਰਾਈ ਨੇ ਉਹਦਾ ਵਿਰੋਧ ਕਰਕੇ ਉਹਦਾ ਮੁੱਖ ਮੰਤਰੀ ਬਣ ਗਿਆ ਤਾਮਿਲਨਾਡੂ ਦਾ। ਜੋ ਤਾਮਿਲਨਾਡੂ ਦਾ ਮੁੱਖ ਮੰਤਰੀ ਬਣਿਆ, ਉਹਨੇ ਪੈਰੀਆ ਰਾਮਾ ਸਵਾਮੀ ਨਾਇਕਰ ਦੀ ਫੋਟੋ ਜਿਹੜੀ ਆ ਪਹਿਲਾਂ ਸਟੇਜ ਦੇ ਉੱਤੇ ਰੱਖੀ। ਉਹ ਲੋਕਾਂ ਨੇ ਉਹਨੂੰ ਕੁਐਸਚਨ ਪੁੱਛਿਆ ਵੀ ਅੰਨਾ ਦਰਾਈ ਜੀ, ਤੁਸੀਂ ਤਾਂ ਪੈਰੀਆ ਰਾਮਾ ਸਵਾਮੀ ਨਾਇਕਰ ਦਾ ਵਿਰੋਧ ਕਰਕੇ ਤੁਸੀਂ ਮੁੱਖ ਮੰਤਰੀ ਬਣੇ ਆ, ਉਹਨੂੰ ਨੈਗਲੈਕਟ ਕੀਤਾ। ਉਹ ਕਹਿੰਦਾ ਜਿਹੜਾ 72 ਸਾਲ ਤੋਂ ਪਹਿਲਾਂ ਦਾ ਪੈਰੀਆ ਰਾਮਾ ਸਵਾਮੀ ਨਾਇਕਰ ਸੀ, ਉਹਨੂੰ ਮੈਂ ਅੱਜ ਵੀ ਮੰਨਦਾ। ਬਿਲਕੁਲ ਅੱਜ ਵੀ ਮੰਨਦਾ, ਕਿਉਂਕਿ ਅੱਜ ਮੈਂ ਇਸ ਕਰਕੇ ਇਹਨੂੰ ਰੱਖੀਏ 72 ਸਾਲ ਤੋਂ ਪਹਿਲਾਂ ਦੀ। ਬਾਕੀ ਜਿਹੜੀ ਮਾੜੀ ਮੋਟੀ ਆ ਉਹ ਗਲਤ ਕਰ ਸਾਨੂੰ। ਚਲੋ ਅੱਜ ਮੈਂ ਰਿਣੀ ਤੁਹਾਡਾ ਭਾਵੇਂ ਟੋਨਾ ਸਾਹਿਬ ਥੋੜਾ ਲੇਟ ਆਏ, ਲੇਕਿਨ ਇਹਨਾਂ ਨੇ ਬਹੁਤ ਕੰਮ ਦੀਆਂ ਗੱਲਾਂ ਕੀਤੀਆਂ। ਹੁਣ ਆਪਣਾ ਸਮਾਂ ਆਪਣੀ ਰਫਤਾਰੇ ਗਿਆ। ਸਾਡੀ ਤੇ ਗੁਰੂ ਚਰਨਾਂ 'ਚ ਇੱਕੋ ਹੀ ਅਰਦਾਸ ਹੈ ਕਿ ਜੋ 550 ਸਾਲਾ ਆ ਰਿਹਾ, ਜਿੱਥੇ ਤੁਹਾਡੇ ਆਪਣੇ ਇਸ ਚੈਨਲ, ਤੁਹਾਡੇ ਹਰਮਨ ਪਿਆਰੇ ਚੈਨਲ ਸਿੱਖ ਚੈਨਲ ਨੇ ਵੀ ਤੁਹਾਨੂੰ ਲਾਈਵ, ਜਿੱਥੇ ਸੁਲਤਾਨਪੁਰ ਦੀ ਲੋਧੀ ਦੀ ਧਰਤੀ ਤੋਂ, ਕਰਤਾਰਪੁਰ ਸਾਹਿਬ ਦੀ ਧਰਤੀ ਤੋਂ, ਨਨਕਾਣਾ ਸਾਹਿਬ ਦੀ ਧਰਤੀ ਤੋਂ ਅਤੇ ਹੋਰ ਅਨੇਕਾਂ, ਕਿਉਂਕਿ ਬਾਬੇ ਨਾਨਕ ਦੀ ਇਹ ਪੂਰੀ ਦੁਨੀਆ, ਜੇ ਆਪਾਂ ਕਹੀਏ ਉਹਨਾਂ ਦੀ ਚਰਨ ਛੋਹ ਪ੍ਰਾਪਤ ਹੈ, ਸਾਰੀ ਦੁਨੀਆ, ਸਾਰਾ ਪੰਜਾਬ, ਸਾਰਾ ਭਾਰਤ ਉਹਨਾਂ ਦੀ ਚਰਨ ਛੋਹ ਮਾਣ ਕਰਦਾ, ਉਹਨਾਂ ਦੀ ਚਰਨ ਛੋਹ ਦਾ। ਸੋ ਇਹ ਉੱਥੋਂ ਲਾਈਵ ਦਿਖਾਉਣਾ ਤੁਹਾਨੂੰ। ਸੋ ਜਿਹੜੇ 8 ਕੈਦੀਆਂ ਨੂੰ ਮਾਫੀ ਦੇਣ ਦੀ ਗੱਲ ਹੋਈ, ਸੋ ਉਹਨਾਂ ਨੂੰ ਰਿਹਾ ਕਰਨ ਦੀ ਗੱਲ ਹੋਈ, ਰਾਜੋਆਣਾ ਸਾਹਿਬ ਦੀ ਰਿਹਾਈ ਦੀ ਗੱਲ ਹੋਈ। ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਜਿੰਨੀ ਤੋਂ ਜਿੰਨੀ ਛੇਤੀ, ਅਤੇ ਉਹਨਾਂ ਦੇ ਨਾਲ ਜੋ ਅਨੇਕਾਂ ਹੋਰ ਆਪਣੀਆਂ ਸਜ਼ਾਵਾਂ ਚਾਹੇ ਭੁਗਤ ਚੁੱਕੇ ਚਾਹੇ ਨਹੀਂ ਭੁਗਤ ਚੁੱਕੇ, ਬਿਨਾਂ ਕਸੂਰਾਂ ਤੋਂ ਫੜ ਕੇ ਅੰਦਰ ਜਿਨ੍ਹਾਂ ਨੂੰ ਦਿੱਤਾ ਉਹਨਾਂ ਨੂੰ ਛੱਡ ਦਿੱਤਾ ਜਾਣਾ ਚਾਹੀਦਾ। ਇਹ ਸਾਡੇ ਪਲੇਟਫਾਰਮ ਦੀ ਮੰਗ ਆ। ਸੋ ਮੇਰੀ ਪੂਰੀ ਟੀਮ ਅਤੇ ਆਪਣੇ ਦਾਸ ਬਲਿਹਾਰ ਸਿੰਘ ਰਾਮੇ ਬਣੂ ਦੋ ਇਜਾਜ਼ਤ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।